ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਚਿਰੰਕਾਲ ਤਰ ਮਨ ਸੁਸਕ, ਸ੍ਰੀ ਗੁਰ ਪਗ ਜਲ ਪ੍ਰੇਮ। ਸੀਂਚ ਭਲੇ ਕਰਕੇ ਹਰਿਓ, ਕਹੋ ਕਥਾ ਦੇ ਖੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿਰੰਕਾਲ ਤਰ ਮਨ ਸੁਸਕ, ਸ੍ਰੀ ਗੁਰ ਪਗ ਜਲ ਪ੍ਰੇਮ। ਕਵੀ ਸੰਤੋਖ ਸਿੰਘ ਜੀ, ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 63 63 ਅਧਿਆਏ ਹੈ। ਮੰਗਲਾਚਰਨ ਦੇ ਵਿੱਚ ਕਵੀ ਜੀ ਕਹਿੰਦੇ ਹਨ ਕਿ ਚਿਰੰਕਾਲ ਤਰ ਮਨ ਸੁਸਕ, ਬਹੁਤ ਚਿਰਾਂ ਦਾ ਮੇਰਾ ਮਨ ਰੂਪੀ ਜੋ ਦਰਖਤ ਹੈ ਉਹ ਸੁੱਕ ਗਿਆ ਹੈ। ਸ੍ਰੀ ਗੁਰ ਪੱਗ ਜਲ ਪ੍ਰੇਮ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਰੂਪੀ ਚਰਨਾਂ ਦਾ ਜਲ ਜਿਹੜਾ ਹੈ, ਇਸ ਨੂੰ ਸੀਂਚ ਭਲੇ ਕਰਕੇ ਹਰਿਓ, ਕਹੋ ਕਥਾ ਦੇ ਖੇਮ। ਉਹ ਜਲ ਜੋ ਪ੍ਰੇਮ ਰੂਪੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਜਲ ਹੈ, ਅੰਮ੍ਰਿਤ ਹੈ, ਉਸ ਪ੍ਰੇਮ ਰੂਪੀ ਜਲ ਨੂੰ ਸੀਂਚ ਕੇ ਮੈਂ ਆਪਣੇ ਜਿਹੜਾ ਹੈ ਮੇਰਾ ਜਿਹੜਾ ਮਨ ਰੂਪੀ ਟਰੀ ਹੈ, ਦਰਖਤ ਹੈ, ਇਹ ਹਰਿਆ ਹੋ ਗਿਆ। ਕਹੋ ਕਥਾ ਦੇ ਖੇਮ, ਇਹ ਕਥਾ ਨੂੰ ਮੈਂ ਕਹਿੰਦਾ ਹਾਂ ਜੋ ਕਿ ਮੁਕਤੀ ਨੂੰ ਦੇਣ ਵਾਲੀ ਹੈ। ਸ੍ਰੀ ਬਾਲਾ ਸੰਦੁਰਵਾਚ ਅੜਿਲ, ਤਬ ਗੋਰਖ ਨੇ ਬੋਲ ਭਰਥਰੀ ਸੋ ਕਹੀ। ਉਸ ਵੇਲੇ ਜੋ ਗੋਰਖਨਾਥ ਹੈ ਉਸਨੇ ਭਰਥਰੀ ਨੂੰ ਇਹ ਕਿਹਾ, ਜਾਵ ਹੋ ਤੁਮ ਅਬ ਤਹਾਂ ਆਨ ਇਹ ਠਾਸ ਹੀ। ਕਹਿਣ ਲੱਗੇ ਜਾਓ ਭਰਥਰੀ ਜੀ, ਕਿਉਂਕਿ ਭਰਥਰੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀਗਾ ਜਦੋਂ ਨਾਰਦ ਮੁਨੀ ਦਾ ਜੋ ਅਧਿਆਏ ਆਇਆ ਸੀਗਾ ਪਿੱਛੇ, ਉਸ ਵੇਲੇ ਭਰਥਰੀ ਵੀ ਮਿਲਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸੋ ਭਰਥਰੀ ਨੂੰ ਸੰਬੋਧਨ ਕਰਕੇ ਇਹ ਜੋ ਗੋਰਖਨਾਥ ਹੈ ਇਹ ਕਹਿੰਦਾ ਕਿ ਤੂੰ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਕਾਰ ਦੇ ਨਾਲ ਇਹ ਸੁਮੇਰ ਪਰਬਤ ਤੇ ਲੈ ਕੇ ਆ ਜਾ। ਸਰਬ ਸਿੱਧ ਸੋ ਮਿਲੈ ਜਬੈ ਚਲ ਆਏ ਹੈ। ਕਹਿਣਗੇ ਜੋ ਚੱਲ ਕੇ ਆਉਣਗੇ ਤਾਂ ਸਾਰੇ ਸਿੱਧਾਂ ਨੂੰ ਮਿਲਣਗੇ, ਮਿਲ ਪੈਣਗੇ, ਉਹਨਾਂ ਨੂੰ ਮਿਲ ਕੇ ਜਿਹੜਾ ਹੈ ਸਾਰਿਆਂ ਨੂੰ ਜਿਹੜਾ ਹਾਂ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦੇਣਗੇ। ਹੋ ਲੇਹ ਦਰਸਕੋ ਦੇਹ ਭਲੇ ਸੁਖ ਪਾਏ ਹੈ। ਕਹਿਣਗੇ ਹੋ ਲੇਹ ਦਰਸਕੋ, ਕਹਿਣਗੇ ਸਾਰੇ ਸਿੱਧ ਦਰਸ਼ਨ ਪਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਲਾ ਸੁਖ ਪਾਉਣਗੇ। ਆਪਣਾ ਭਲਾ, ਉਹਨਾਂ ਦਾ ਭਲਾ ਹੋਵੇਗਾ ਤੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਕਹਿਤ ਭਰਥਰੀ ਬੈਨ ਮਿਲਿਓ ਜਬ ਆਦਹੀ। ਕਹਿਣ ਲੱਗੇ ਜਦੋਂ ਭਰਥਰੀ ਜੀ ਕਹਿੰਦੇ ਗੋਰਖਨਾਥ ਨੂੰ, ਜਦੋਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਮਿਲੇ ਸਨ, ਸੁਣਿਓ ਤਬੈ ਸੁਭ ਤਤ ਭਇਓ ਅਹਿਲਾਦ ਹੀ। ਕਹਿਣ ਲੱਗੇ ਸੁਣਿਓ ਮੈਂ ਉਦੋਂ ਇਹਨਾਂ ਦੇ ਬਚਨ ਸੁਣੇ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜੋ ਸ਼ੁਭ ਹਨ, ਜੋ ਸ੍ਰਿਸ਼ਟ ਬਚਨ ਹਨ, ਜੋ ਪਰਮਾਤਮਾ ਦੇ ਤਤ ਜਾਂ ਤਤ ਰੂਪ ਜੋ ਪਰਮਾਤਮਾ ਹੈ ਉਸ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ। ਭਇਓ ਅਹਿਲਾਦ, ਕਹਿਣਗੇ ਉਹਨਾਂ ਦੇ ਬਚਨ ਸੁਣ ਕੇ ਮੇਰੇ ਮਨ 'ਚ ਬੜਾ ਪ੍ਰੇਮ ਜਾਗਿਆ ਪਰਮੇਸ਼ਰ ਦਾ। ਅਬ ਤੁਮ ਆਏ ਸਮਾਨ ਜਾਏ ਮੈਂ ਆਨ ਹੋ। ਅਬ ਕਹਿੰਦੇ ਗੋਰਖਨਾਥ ਜੀ ਕਹਿੰਦੇ ਮੈਂ ਹੁਣ ਆਪ ਜੀ ਦੀ ਆਗਿਆ ਮੰਨ ਕੇ ਹੁਣ ਜਾਂਦਾ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਉਹ ਬੰਦ ਅਗਾਰੀ ਹਾਥ ਬਿਨੰਤ ਬਖਾਨ ਹੋ। ਮੈਂ ਉਹਨਾਂ ਦੇ ਅੱਗੇ ਜਾ ਕੇ ਹੱਥ ਬੰਨ ਕੇ ਬੇਨਤੀ ਕਰਾਂਗਾ ਗੁਰੂ ਨਾਨਕ ਸਾਹਿਬ ਜੀ ਨੂੰ। ਅਸ ਕਹਿ ਆਏ ਹਦੂਰ ਆਦੇਸ਼ ਬਖਾਨਿਆ। ਐਸ ਕਾਇ ਕਰਕੇ ਐਸੇ ਜਿਹੜਾ ਹੈ ਬਚਨ ਬਿਲਾਸ ਕਰਕੇ ਗੋਰਖ ਦੀ ਆਗਿਆ ਨੂੰ ਲੈ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋ ਭਰਥਰੀ ਜੀ ਆਗੇ ਹਨ। ਆ ਕਰਕੇ ਆਦੇਸ਼ ਕਿਹਾ, ਹਰਖ ਧਾਰ ਔਰ ਮਿਲਿਓ ਜੋਰ ਕਰ ਪਾਨਿਆ। ਕਹਿਣ ਲਈ ਬੜੀ ਖੁਸ਼ੀ ਨਾਲ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਮਿਲੇ ਭਰਥਰੀ ਨੂੰ, ਜੋਰ ਕਰ ਪਾਨਿਆ। ਭਰਥਰੀ ਨੇ ਦੋਨੋਂ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਚਲਿਏ ਦੀਨ ਦਇਆਲ ਮੇਰ ਕੇ ਉਪਰੇ। ਬੇਨਤੀ ਕੀਤੀ ਭਰਥਰੀ ਨੇ, ਚਲਿਏ ਦੀਨ ਦਿਆਲ, ਦੀਨਾ ਤੇ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਜੋ ਹੁਣ ਸਾਡੇ ਨਾਲ ਚਲੋ, ਤੁਹਾਨੂੰ ਮੈਂ ਸੁਮੇਰ ਪਰਬਤ ਤੇ ਆਪਣੇ ਜੋ ਯੋਗੀਆਂ ਦਾ ਅਸਥਾਨ ਹੈ ਉੱਥੇ ਲਿਜਾਣ ਵਾਸਤੇ ਮੈਂ ਆਇਆ ਹਾਂ। ਹੋ ਦਰਸ ਚਾਹਤ ਸਭ ਸਿੱਧ ਉਡੀਕਤ ਹਿਤ ਧਰੇ। ਮਹਾਰਾਜ ਹੋ ਦਰਸ ਚਾਹਤ, ਸਾਰੇ ਸਿੱਧ ਮੰਡਲੀ ਜਿਹੜੀ ਬੈਠੀ ਹੈ ਉੱਤੇ ਸੁਮੇਰ ਤੇ ਸਾਰੇ ਉਡੀਕ ਰਹੇ ਹਨ ਵੀ ਕਦੋਂ ਤੁਹਾਡੇ ਦਰਸ਼ਨ ਹੋਣਗੇ। ਬੋਲੇ ਪੰਕਜ ਨੈਣ ਕੀਨ ਸਨਮਾਨਿਆ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ ਭਰਥਰੀ ਦੇ, ਮਹਾਰਾਜ ਨੇ ਬੜਾ ਸਨਮਾਨ ਕੀਤਾ, ਉਹਨੂੰ ਰੈਸਪੈਕਟ ਕੀਤਾ ਭਰਥਰੀ ਨੂੰ।
ਤੇ ਮਹਾਰਾਜ ਨੇ ਇਹ ਬਚਨ ਕੀਤੇ। ਧੰਨ ਪਰਥਰੀ ਤੁਮੈ ਜੋਗ ਰਸ ਜਾਣਿਆ। ਕਹਿਣ ਲੱਗੇ ਭਰਥਰੀ ਤੂੰ ਧਨ ਹੈ, ਤੂੰ ਗ੍ਰੇਟ ਹੈ, ਤੇ ਤੂੰ ਜਿਹੜਾ ਹੈ ਜੋਗ ਰਸ ਜਾਣਿਆ, ਤੂੰ ਅਸਲ ਵਿੱਚ ਉਸ ਪਰਮਾਤਮਾ ਦੇ ਮਿਲਾਪ ਦਾ ਯੋਗ ਦਾ ਰਸ ਜੋ ਪ੍ਰੇਮ ਹੈ ਉਹ ਤੂੰ ਮੰਨਿਆ ਹੈ। ਚੰਦ ਬਦਨ ਤ੍ਰੈ ਤਜੀ ਦੇਸ ਧਨ ਰਾਜ ਜੋ। ਕਹਿਣ ਲੱਗੇ ਜੋ ਕਹਿੰਦੇ ਚੰਦ ਬਦਨ ਤ੍ਰੈ ਤਜੀ, ਕਹਿਣ ਲੱਗੇ ਤੇਰੀ ਚੰਦ ਵਰਗੀ ਸੁੰਦਰ ਇਸਤਰੀ ਸੀ ਭਰਥਰੀ, ਜਿਹਨੂੰ ਤੂੰ ਛੱਡ ਕਰਕੇ ਯੋਗ ਨੂੰ ਧਾਰਨਾ ਕੀਤਾ, ਤੂੰ ਮੋਹ ਨਹੀਂ ਕੀਤਾ ਆਪਣੀ ਇਸਤਰੀ ਦੇ ਨਾਲ। ਫੇਰ ਤੂੰ ਆਪਣੇ ਦੇਸ਼ ਦਾ ਰਾਜ, ਤੇਰਾ ਧਨ, ਤੇਰਾ ਸਭ ਕੁਝ ਤੂੰ ਜਿਹੜਾ ਹੈ ਪਿੱਛੇ ਛੱਡ ਕੇ ਇੱਕ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਭ ਕੁਝ ਤੂੰ ਪਿੱਛੇ ਛੱਡ ਕੇ ਅਬੈਂਡਨ ਕਰਤਾ। ਤੂੰ ਕਿਤੇ ਵੀ ਜਿਹੜਾ ਹੈ ਪਿੱਛੇ ਮੁੜ ਕੇ ਨਹੀਂ ਉਹ ਸੁੱਖ ਵੱਲ ਦੇਖਿਆ, ਜਿਹੜੇ ਸੁੱਖ ਨੂੰ ਛੱਡ ਕੇ ਤੂੰ ਪਰਮੇਸ਼ਰ ਦੇ ਰਸਤੇ ਤੇ ਤੁਰਿਆ ਹਾਂ। ਹੋ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਜੋ। ਦੇਖੋ ਹੇ ਭਰਤਰੀ ਤੂੰ ਆਪਣਾ ਜਨਮ ਸਵਾਰ ਲਿਆ ਹੈ। ਇਹ ਰਤਨ ਰੂਪੀ ਜਿਹੜਾ ਜਨਮ ਹੈ, ਰਤਨ ਜਿਹੜਾ ਹੁੰਦਾ ਹੈ ਡਾਇਮੰਡ, ਡਾਇਮੰਡ ਵਰਗਾ ਪ੍ਰੈਸ਼ੀਅਸ ਜਿਹੜਾ ਇਹ ਜਨਮ ਹੈ, ਮਨੁੱਖਾ ਜਨਮ, ਤੂੰ ਜਿਹੜਾ ਹੈ ਇਹ ਸਾਰਾ ਹੀ ਸੰਸਾਰ ਦੀ ਮਾਇਆ ਨੂੰ ਤਿਆਗ ਕਰਕੇ ਤੂੰ ਇਹ ਜਨਮ ਨੂੰ ਸਵਾਰ ਲਿਆ ਹੈ। ਪ੍ਰਥਮ ਮੇਰ ਪਰ ਆਪ ਜਾਏ ਸੁਧ ਦੀਜੀਏ। ਕਹਿਣ ਲੱਗੇ ਭਰਤਰੀ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਰਤਰੀ ਤੁਸੀਂ ਪਹਿਲਾਂ ਜਾਓ, ਜਾ ਕਰਕੇ ਸਾਡੇ ਆਉਣ ਦੀ ਖਬਰ ਦੇ ਦਿਓ ਉਹ ਸਿੱਧ ਮੰਡਲੀ ਨੂੰ ਸੁਮੇਰ ਤੇ, ਪਰ ਅਸੀਂ ਆਵਾਂਗੇ, ਆਪੇ ਹੀ ਆਵਾਂਗੇ। ਹਮਰੀ ਸਿੱਧਨ ਸਰਬ ਆਦੇਸ਼ ਬਨੀਜੀਏ। ਕਹਿਣ ਲੱਗੇ ਸਾਡੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰੇ ਸਿੱਧਾਂ ਨੂੰ ਆਦੇਸ਼ ਕਹਿ ਦੀ ਸਾਡਾ। ਆਵਤ ਹੈ ਪਛਾਤ ਨਾ ਬਿਲਮ ਲਗਾਵਹੀ। ਅਸੀਂ ਆਵਾਂਗੇ ਤੁਹਾਡੇ ਪਿੱਛੇ ਪਿੱਛੇ, ਹੁਣ ਦੇਰੀ ਨਹੀਂ ਕੋਈ ਲਾਵਾਂਗੇ, ਛੇਤੀ ਆਵਾਂਗੇ। ਹੋ ਦਰਸ਼ਨ ਪਰਸਨ ਕਰ ਹੈ ਭਲੇ ਮਨ ਭਾਵਹੀ। ਹੋ ਦਰਸ਼ਨ ਆ ਕਰਕੇ ਸਿੱਧਾਂ ਦੇ ਦਰਸ਼ਨ ਵੀ ਕਰਾਂਗੇ, ਉਹਨਾਂ ਦੇ ਪਰਸਨ ਵੀ ਕਰਾਂਗੇ। ਪਰਸਨ ਹੁੰਦਾ ਟੱਚ ਕਰਨਾ। ਕਹਿਣ ਲੱਗੇ ਉਹਨਾਂ ਦੇ ਜਿਹੜੇ ਵੱਡੇ ਸਿੱਧ ਨੇ ਜਿਨ੍ਹਾਂ ਦੇ ਪਰਮਾਤਮਾ ਦੀ ਪ੍ਰਾਪਤੀ ਹੈ, ਉਹਨਾਂ ਨੂੰ ਅਸੀਂ ਆਪਣੇ ਚਰਨਾਂ ਦਾ ਪਰਸਨ ਵੀ ਬਖਸ਼ਾਂਗੇ। ਭਲੇ ਮਨ ਭਾਵਹੀ, ਜਿਨ੍ਹਾਂ ਦੇ ਮਨ ਭਲੇ ਹਨ, ਜਿਹੜੇ ਉਹ ਪਰਮਾਤਮਾ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ। ਸੁਣ ਕੇ ਭਰਥਰੀ ਗਇਓ ਹਿਰਦੇ ਹਰ ਖਾਏ ਕੈ। ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ, ਭਰਥਰੀ ਜੀ ਉਥੋਂ ਬੜੇ ਹਿਰਦੇ ਵਿੱਚ, ਉਹਦੇ ਮਨ ਵਿੱਚ, ਉਹਦੇ ਹਿਰਦੇ ਵਿੱਚ ਬੜੀ ਖੁਸ਼ੀ ਹੈ, ਚਾਈ ਚਾਈ ਵਾਪਸ ਮੁੜ ਗਿਆ। ਸਭ ਸੋ ਕਹੇ ਆਦੇਸ਼ ਰੁਚਰ ਗੁਣ ਗਾਏ ਕੈ। ਰੁਚਰ ਕਹਿਣ ਲੱਗੇ ਬੜੇ ਗੁਣ ਗਾਉਣਾ ਕੀਤੇ, ਪਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਦੇਸ਼ ਕਿਹਾ ਹੋਇਆ, ਉਹਨੇ ਸਿੱਧ ਮੰਡਲੀ ਨੂੰ ਆਦੇਸ਼ ਕਿਹਾ ਗੁਰੂ ਨਾਨਕ ਸਾਹਿਬ ਜੀ ਵੱਲੋਂ। ਰੁਚਰ ਮਹਾਰਾਜ ਦੇ ਸੁੰਦਰ ਗੁਣਾਂ ਨੂੰ ਗਾਉਣਾ ਕੀਤਾ, ਦੱਸਿਆ ਸਾਰਿਆਂ ਨੂੰ ਗੁਰੂ ਨਾਨਕ ਮਹਾਰਾਜ ਜੀ ਕਿੰਨੇ ਚੰਗੇ ਹਨ। ਆਵਤ ਮਮ ਪਛਾਤ ਕਹਿਤ ਨਹਿ ਦੇਰ ਕੋ। ਤੇ ਮਹਾਰਾਜ ਜੀ ਆਪਣੇ ਜਿਹੜਾ ਹਨ ਮੇਰੇ ਪਿੱਛੇ ਪਿੱਛੇ ਆ ਰਹੇ ਹਨ, ਕਹਿੰਦੇ ਸਨ, ਬਚਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦੇਰੀ ਨਹੀਂ ਲਾਉਣਗੇ, ਛੇਤੀ ਪਹੁੰਚ ਜਾਣਗੇ। ਹੋ ਜਿਨਹਿ ਬਿਲੋਕਨ ਚਾਹੇ ਜੋ ਸਿਖਰ ਸੁਮੇਰ ਕੋ। ਜੋ ਜਿਨਹਿ ਬਿਲੋਕੇ ਚਾਹੇ, ਕਹਿਣ ਲੱਗੇ ਜਿਹੜੇ ਕਿ ਸਿੱਧ ਹਜੇ ਉਹਨਾਂ ਨੇ ਦਰਸ਼ਨ ਨਹੀਂ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ, ਜਾਂ ਜਿਹੜੇ ਸਿੱਧ ਬੈਠੇ ਹਨ ਜਿਨ੍ਹਾਂ ਦੇ ਮਨ ਵਿੱਚ ਇੱਛਾ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ, ਕਹਿਣਗੇ ਜੋ ਸਿਖਰ ਸੁਮੇਰ ਕੋ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਇੱਛਾ ਹੈ ਇਹ ਸੁਮੇਰ ਦਾ ਪਿਕ ਜਿਹੜਾ ਹੈ ਉੱਚਾ ਅਸਥਾਨ ਦੇਖਣ ਦੀ। ਕਬੇ ਤੇ ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿੱਧ। ਸੋ ਸਿੱਧਾਂ ਨੇ ਆਪਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਆਪਸ ਵਿੱਚ ਵਿਚਾਰਾਂ ਕੀਤੀਆਂ, ਗਿਆਨ ਵਿਚਾਰ ਹੋਈ। ਤੈ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਇੱਥੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਵਾਪਸ ਆਈਏ, ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਹਨ ਬੇਨਤੀ ਕਰਦੇ ਹਨ। ਸ੍ਰੀ ਪ੍ਰਭੂ ਮੁਕੰਦ ਦੁਖ ਦੰਦ ਕੇ ਨਿਕੰਦ। ਸ੍ਰੀ ਜੋ ਮਾਇਆ ਦੇ ਪਤੀ ਹੋ, ਹੇ ਪਰਮਾਤਮਾ ਦੇ ਸਰੂਪ ਪ੍ਰਭੂ, ਮੁਕਤੀ ਦੇ ਦਾਤੇ, ਦੁੱਖ ਦੁੰਦ। ਹੁਣ ਦੁੱਖ ਤੇ ਪੀੜ, ਦੁੰਦ ਹੁੰਦਾ ਇਹਦਾ ਡਬਲ ਸ਼ਬਦ। ਸੋ ਜਿਹੜਾ ਦੁੱਖ ਤੇ ਪੀੜ ਦੇ ਮੁੱਖ ਜਿਹੜੇ ਹਨ ਖਤਮ ਕਰਨ ਵਾਲੇ, ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ। ਅਬ ਦੇਖੀਏ ਸੁਮੇਰ ਜਹਾਂ ਗੋਰਖ ਰਹਿਤ ਹੈ। ਮਹਾਰਾਜ ਚਲਿਏ ਹੁਣ ਸੁਮੇਰ ਤੇ, ਜਿੱਥੇ ਗੋਰਖ ਤੇ ਬਾਕੀ ਦੇ ਸਿੱਧ ਹਨ। ਵੇਦੀ ਬੰਸ ਤਾਲ ਕੇ ਕਮਲ ਸੁਨ ਬੋਲੇ ਤਬੈ। ਵੇਦੀ ਬੰਸ, ਜੋ ਵੇਦੀ ਬੰਸ ਦੇ ਤਾਲ ਦੇ ਕਮਲ ਨੇ, ਮਤਲਬ ਵੇਦੀ ਕੁੱਲ ਜਿਹੜੀ ਹੈ ਇਹ ਇੱਕ ਪੌਣ ਹੈ, ਇਹਦੇ ਉੱਤੇ ਇੱਕ ਕਵਲ ਫੁੱਲ ਹੈ, ਉਹ ਹੈ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਸੁਣ ਬੋਲੇ, ਇਹ ਬਚਨ ਮਰਦਾਨੇ ਦੇ ਸੁਣ ਕੇ ਜਵਾਬ ਦਿੱਤਾ, ਚਲੋ ਮਰਦਾਨਾ ਦੇਖ ਦੇਖਿਓ ਜੋ ਚਾਹਤ ਹੈ। ਚੱਲ ਮਰਦਾਨਿਆ ਚੱਲ ਕੇ ਦੇਖੀਏ, ਜਿਵੇਂ ਤੇਰੀ ਇੱਛਾ ਹੈ ਮਰਦਾਨਿਆ, ਚਲੋ
ਆਪਾਂ ਹੁਣ ਚੱਲੀਏ ਸਿੱਧਾਂ ਦੇ ਕੋਲ, ਹੁਣ ਆਪਾਂ ਦੇਰੀ ਨਹੀਂ ਲਾਉਣੀ। ਐਸੇ ਕਹਿ ਗਏ ਹੈ ਸੁਮੇਰ ਪਰ ਤਤਕਾਲ। ਉਸੇ ਵੇਲੇ ਮਹਾਰਾਜ ਨੇ ਬਸ ਬਚਨ ਕਰਨ ਦੀ ਦੇਰ ਸੀ, ਬਸ ਸੁਮੇਰ ਪਹੁੰਚ ਗਏ ਜਿੱਥੇ ਸਿੱਧ ਮੰਡਲੀ ਬੈਠੀ ਜਹਾਂ ਹੈ। ਸਿੱਧ ਮੰਡਲੀ ਸੋ ਗੋਰਖ ਸਹਿਤ ਹੈ। ਉਹ ਸਿੱਧ ਮੰਡਲੀ ਸਮੇਤ ਗੋਰਖ ਉਹਨਾਂ ਦੇ ਗੁਰੂ ਦੇ ਸਮੇਤ ਉੱਥੇ ਬੈਠੀ ਹੈ। ਕਬਿਤ ਕਰੈ ਨਿਜ ਗਿਆਨ ਕੋ ਬਖਾਨ ਜਿਹੇ ਥਾਨ ਵੈਸੇ। ਉੱਥੇ ਬੈਠਦੇ ਹਨ ਆਪਣੀ ਸਭਾ ਲਾ ਕੇ, ਜਿੱਥੇ ਗਿਆਨ ਦੀ ਉਹ ਸਿੱਧ ਜਿਹੜੇ ਹਨ ਗੋਰਖਨਾਥ ਦੇ ਨਾਲ ਗਿਆਨ ਦੀ ਚਰਚਾ ਕਰਦੇ ਹਨ। ਨਾਨਕ ਜੀ ਆਏ ਕੈ ਆਦੇਸ਼ ਹੈ ਉਚਾਰਿਆ। ਉਹਨਾਂ ਦੀ ਮੰਡਲੀ ਦੇ ਵਿੱਚ, ਉਹਨਾਂ ਦੇ ਜਿਹੜੀ ਹੈ ਗੈਦਰਿੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹੁੰਚ ਕਰਕੇ ਆਦੇਸ਼ ਕਿਹਾ। ਗੋਰਖ ਕਹਿਤ ਆਦ ਪੁਰਖ ਆਦੇਸ਼ ਬਾਲੇ। ਦੇਖੋ ਗੋਰਖਨਾਥ ਨੇ ਆਨਸਰ ਕੀ ਕੀਤਾ ਉਹ ਆਦੇਸ਼ ਸ਼ਬਦ ਦਾ, ਕਹਿੰਦਾ ਆਦ ਆਦੇਸ਼। ਹੁਣ ਦੇਖੋ ਆਮ ਕਰਕੇ ਗੋਰਖਨਾਥ ਆਦੇਸ਼ ਹੀ ਕਹਿੰਦੇ ਹੁੰਦੇ ਹਨ, ਸਿੱਧਾਂ ਨੇ ਆਦੇਸ਼ ਹੀ ਸ਼ਬਦ ਵਰਤਿਆ ਕਰਦੇ ਹਨ, ਪਰ ਐਤਕੀ ਗੋਰਖਨਾਥ ਨੇ ਸ਼ਬਦ ਵਰਤਿਆ ਆਦ ਆਦੇਸ਼। ਉਹਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਜਵਾਬ ਦਿਆ ਕਰਦੇ ਸਨ ਆਦੇਸ਼ ਦਾ ਵੀ, ਆਦ ਆਦੇਸ਼ ਜੋ ਆਦ ਰੂਪੀ ਪਰਮਾਤਮਾ ਹੈ ਉਹਨੂੰ ਮੇਰੀ ਨਮਸਕਾਰ ਹੈ। ਸੋ ਇਹ ਗੋਰਖਨਾਥ ਨੇ ਗੁਰੂ ਨਾਨਕ ਦਾ ਬੋਲਾ ਬੋਲ ਦਿੱਤਾ, ਅੰਸਰ ਵਿੱਚ ਗੁਰੂ ਨਾਨਕ ਦਾ ਬੋਲਾ ਬੋਲਿਆ, ਮਤਲਬ ਕਿ ਉਹਨੇ ਸਤਿਕਾਰ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ। ਤੇ ਦੂਜੇ ਪਾਸੇ ਗੋਰਖਨਾਥ ਨੇ ਇੱਕ ਸਿਗਨਲ ਦਿੱਤਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ, ਮੈਂ ਤੇਰਾ ਚੇਲਾ ਹਾਂ, ਮੈਂ ਭਾਵੇਂ ਤੇਰੇ ਤੇ ਹੱਥੇ ਜ਼ੋਰ ਵੀ ਪਾਵਾਂਗਾ ਪਰ ਹੈ ਤਾਂ ਮੈਂ ਤੇਰਾ ਚੇਲਾ, ਮੈਂ ਤੈਨੂੰ ਮੰਨ ਲਿਆ ਵੀ ਤੂੰ ਪਰਮਾਤਮਾ ਹੈ। ਪਰ ਬਾਕੀ ਦੇ ਸਿੱਧਾਂ ਦਾ ਮਾਣ ਤੋੜਨ ਵਾਸਤੇ ਪ੍ਰਸ਼ਨੋਤਰ ਜਿਹੜਾ ਮੈਂ ਕਰਾਂਗਾ ਮਹਾਰਾਜ ਮੈਨੂੰ ਮਾਫ ਕਰ ਦਿਓ। ਤੇ ਆਦ ਆਦੇਸ਼ ਇੱਕ ਸ਼ਬਦ ਕਹਿ ਕੇ ਉਹਨੇ ਸਾਰੀ ਆਪਣੀ ਗੱਲ ਗੁਰੂ ਨਾਨਕ ਨੂੰ ਦੱਸ ਦਿੱਤੀ ਕਿ ਮੈਂ ਤੇਰਾ ਚੇਲਾ ਹਾਂ, ਮੈਂ ਤੇਰਾ ਬੋਲਾ ਬੋਲਿਆ ਹਾਂ ਅੱਜ ਜੋ ਤੇਰਾ ਦਿੱਤਾ ਹੋਇਆ ਹੈ। ਆਓ ਬੈਠੇ ਮੇਰ ਢਿੱਗ ਅਤ ਸਤਕਾਰਿਆ। ਕਹਿਣਗੇ ਆਓ ਬੈਠ। ਗੋਰਖਨਾਥ ਉੱਠ ਕੇ ਖੜਾ ਹੋ ਗਿਆ, ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ ਆਜੋ ਬੈਠੋ, ਮੇਰੇ ਕੋਲ ਬੈਠੋ। ਬੜਾ ਸਤਿਕਾਰ ਰੈਸਪੈਕਟ ਕੀਤਾ। ਮਨ ਮੈਂ ਵਿਚਾਰੇ ਮਤ ਹਮਰੋ ਜੇ ਧਾਰੇ ਇਹ। ਤੇ ਪਰ ਮਨ ਵਿੱਚ ਗੋਰਖ ਕਹਿੰਦਾ ਹੈ ਜੇ ਕਿਤੇ ਐਸਾ ਹੋ ਜਾਂਦਾ ਨਾ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਯੋਗ ਮਤ ਨੂੰ ਧਾਰਨ ਕਰ ਲੈਂਦਾ। ਜਗਤ ਬਿਥਾਰੇ ਜਸ ਭੂਰ ਹੀ ਪੁਜਾਰਿਆ। ਕਹਿਣ ਲੱਗੇ ਇਹ ਜਗਤ ਵਿੱਚ ਸਾਰੇ ਕਿਤੇ ਯੋਗ ਮਤ ਨੂੰ ਜਿਹੜਾ ਹੈ ਇਹਨੇ ਵਿਸਥਾਰ ਕਰ ਦੇਣਾ ਸੀ, ਸਾਰੀ ਦੁਨੀਆ ਨੂੰ ਯੋਗ ਮਤ ਵਿੱਚ ਲੈ ਕੇ ਆ ਜਾਣਾ ਸੀ, ਕਿਉਂਕਿ ਗੁਰੂ ਨਾਨਕ ਆਪ ਪਰਮੇਸ਼ਰ ਹੈ। ਸੋ ਗੋਰਖਨਾਥ ਜਦੋਂ ਵੀ ਗੁਰੂ ਨਾਨਕ ਸਾਹਿਬ ਨੂੰ ਕੁਝ ਕਹਿੰਦਾ ਹੈ ਉਹਦਾ ਇਹੀ ਮਤਲਬ ਹੈ, ਹੇ ਪਰਮੇਸ਼ਰ ਯੋਗ ਮਤ ਦੇ ਵਿੱਚ ਆ ਕੇ ਯੋਗ ਮਤ ਦਾ ਪ੍ਰਚਾਰ ਕਰੋ। ਉਹ ਇਹੀ ਬੇਨਤੀ ਪਰਮਾਤਮਾ ਅੱਗੇ ਕਰਦਾ ਹੈ ਤੇ ਇਹੀ ਜਿਹੜੀ ਗੱਲ ਗੁਰੂ ਨਾਨਕ ਨੂੰ ਬਾਰ-ਬਾਰ ਕਹਿੰਦਾ, ਕਿਉਂਕਿ ਪਤਾ ਇਹੀ ਪਰਮਾਤਮਾ ਹੈ। ਤੇ ਗੋਰਖ ਜਾਣਦਾ ਹੈ ਜੇ ਪਰਮਾਤਮਾ ਨੇ ਯੋਗ ਮਤ ਦਾ ਪ੍ਰਚਾਰ ਸ਼ੁਰੂ ਕਰਤਾ ਤਾਂ ਸਾਰੀ ਦੁਨੀਆ ਯੋਗ ਮਤ ਵਿੱਚ ਆ ਜਾਏਗੀ। ਐਸੇ ਭਰਥਰੀ ਸੰਗ ਬੋਲਿਓ ਲਿਆਓ ਪਿਆਲਾ। ਉਸ ਵੇਲੇ ਗੋਰਖਨਾਥ ਨੇ ਭਰਥਰੀ ਜਿਹੜਾ ਹੈ ਭਰਥਰੀ ਨੂੰ ਕਿਹਾ ਕਿ ਲਿਆਓ ਪਿਆਲਾ, ਪਿਆਲਾ ਲੈ ਕੇ ਆਓ। ਜਿਹੜਾ ਪਿਆਲਾ ਹੁੰਦਾ ਹੈ ਜਿਹਦੇ ਵਿੱਚ ਜਲ ਪਾਈਦਾ ਹੁੰਦਾ, ਜਿਹਦੇ ਵਿੱਚ ਕੋਈ ਲਿਕੁਇਡ ਪਾਈਦੀ ਹੁੰਦੀ ਆ, ਕਹਿੰਦੇ ਉਹ ਭਾਂਡਾ ਲੈ ਕੇ ਆਓ ਹੁਣ ਭਰ ਕੇ। ਜਾਏ ਨਾਨਕ ਕੋ ਦੇਹੋ ਲੇਵ ਲਾਗਿਆ ਮਤ ਵਾਰਿਆ। ਕਹਿਣਗੇ ਲਿਆ ਕੇ ਗੁਰੂ ਨਾਨਕ ਨੂੰ ਦੇ ਦਿਓ, ਹੁਣ ਦਿਓ ਇਹਨਾਂ ਨੂੰ ਪੀਣ ਵਾਸਤੇ। ਉਹ ਪਿਆਲਾ ਲੈ ਕੇ ਆਓ ਤੇ ਉਹ ਜਿਹੜਾ ਪਿਆਲੇ ਦੇ ਵਿੱਚ ਕੀ ਹੁੰਦਾ, ਸ਼ਰਾਬ, ਜਿਹਨੂੰ ਪੀ ਕੇ ਸਿੱਧ ਲੋਕ ਜਿਹੜੇ ਹਨ ਉਹ ਜਿਹੜੇ ਹਨ ਆਪਣੇ ਜਿਹੜੇ ਹਨ ਮਗਨ ਹੋ ਜਾਂਦੇ ਹਨ। ਜਦੋਂ ਨਸ਼ਾ ਚੜ੍ਹਦਾ ਹੈ ਨਾ ਉਹਨਾਂ ਨੂੰ, ਫਿਰ ਉਹ ਯੋਗ ਵਿੱਚ ਜਿਹੜਾ ਹਨ ਆਪਣੇ ਆਪ ਮੁਹਾਰੇ ਉਹ ਪਰਮੇਸ਼ਰ ਦੇ ਵਿੱਚ ਲਿਵ ਜੋੜਦੇ ਹਨ ਸ਼ਰਾਬ ਪੀ ਕੇ। ਸੋ ਦੂਜੀ ਗੱਲ ਜਿਹੜੀ ਹੈ ਉੱਥੇ ਠੰਡ ਵੀ ਬਹੁਤ ਹੈ, ਸੋ ਇਸ ਕਰਕੇ ਜਿਹੜਾ ਹੈ ਇਹ ਸ਼ਰਾਬ ਦਾ ਪਿਆਲਾ ਪੀਂਦੇ ਨੇ। ਤੇ ਜਦੋਂ ਸ਼ਰਾਬ ਚੜ੍ਹਦੀ ਹੈ ਉਦੋਂ ਇਹਨੂੰ ਸਰੀਰ ਭੁੱਲ ਜਾਂਦਾ ਹੈ। ਫਿਰ ਇਹਦੇ ਜਿਹੜੇ ਚੇਲੇ ਹਨ ਇਹਨਾਂ ਨੂੰ ਲੱਗਦਾ ਕਿ ਸਾਡੀ ਬਿਰਤੀ ਹੁਣ ਦਸਮ ਦੁਆਰ 'ਚ ਬਹਿ ਗਈ, ਹੁਣ ਅਸੀਂ ਉੱਤੇ ਹੋ ਗਏ, ਵੀ ਫੀਲ ਵੈਰੀ ਲਾਈਟ। ਹੁਣ ਇਸੇ ਤਰ੍ਹਾਂ ਜਿਹੜੇ ਬੰਦੇ ਸਟੋਨ ਹੋਈ ਬੈਠੇ ਹੁੰਦੇ ਨੇ, ਹਾਂਜੀ ਡਰੱਗਸ ਪੀ ਕੇ, ਉਹਨਾਂ ਨੂੰ ਵੀ ਤਾਂ ਐਂ ਲੱਗਦਾ ਹੈ। ਸੋ ਇਸ ਤਰ੍ਹਾਂ ਕਰਕੇ ਭਰਤਰੀ ਨੂੰ ਕਿਹਾ ਲਿਆ ਪਿਆਲਾ, ਛਕਾ ਦੇ ਇਹਨਾਂ ਨੂੰ ਹੁਣ। ਕਬਿਤ ਆਨਿਓ ਤਾਂ ਬਤਾਏ ਗੁਰੂ ਅਗਰਜ ਬਣਾਏ ਰੱਖਿਓ। ਕੀ ਹੋਇਆ, ਭਰਤਰੀ ਜੀ ਭੱਜ ਕੇ ਗਿਆ, ਜਾ ਕਰਕੇ ਉਹ ਪਿਆਲੇ ਵਿੱਚ ਜਿਹੜੀ ਸਜਰੀ ਫਰੈਸ਼ ਬਣੀ ਹੋਈ ਸ਼ਰਾਬ ਪਾ ਕੇ ਮਹਾਰਾਜ ਦੇ ਅੱਗੇ ਆ ਕੇ ਰੱਖ ਦਿੱਤੀ। ਪੂਜਾ ਮਤ ਵਾਲਾ ਬਾਲੇ ਯਾਕੋ ਅਬ ਪੀਜੀਏ। ਗੋਰਖਨਾਥ ਕਹਿੰਦਾ ਹੂਜੇ ਮਤਵਾਲਾ ਬਾਲੇ, ਬਾਲੇ ਤੂੰ ਵੀ ਮਤਵਾਲਾ ਹੋ ਜਾ। ਮਤਵਾਲਾ ਮੀਨਸ ਆਪਣੀ ਮਤ ਤੋਂ ਉੱਤੇ ਹੋ ਜਾ, ਆਪਣੀ ਮਤ ਨੂੰ ਗਵਾਲਾ ਥੋੜੇ ਚਿਰ ਵਾਸਤੇ ਤੇ ਤੇਰੀ ਬਿਰਤੀ ਜੁੜ ਜਾਏਗੀ। ਜਾਂ ਕੋ ਅਬ ਪੀਜੀਏ, ਗੋਰਖਨਾਥ ਦਾ ਪੀ ਲੋ ਹੁਣ, ਗੱਲ ਕਰਨ ਦੇਰੀ ਕਰਨੀ ਹੈ। ਸ੍ਰੀ ਗੁਰ ਬਖਾਨੀ ਇਹ ਕੈਸੇ ਆਨਿਓ ਪਾਣੀ ਤੁਮ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਭ ਕੁਝ ਜਾਣਦੇ ਹਨ ਪਰ ਉਹਨਾਂ ਦੇ ਮੂੰਹ ਤੋਂ ਉਹ ਖੋਣਾ ਚਾਹੁੰਦੇ ਹਨ। ਮਹਾਰਾਜ ਨੇ ਪੁੱਛਿਆ ਆ ਕੀ ਪਾਣੀ ਜਾ ਲਿਆ ਕੇ ਰੱਖਤਾ ਹੈ, ਇਹ ਕੀ ਚੀਜ਼ ਹੈ, ਹਾਂਜੀ ਇਹਦਾ ਇੰਗਰੀਡੀਐਂਟ ਵੀ ਦੱਸੋ, ਇਹ ਦੱਸੋ ਇਹ ਕੀ ਚੀਜ਼ ਹੈ ਜਿਹੜੀ ਤੁਸੀਂ ਮੇਰੇ ਮੂਹਰੇ ਲਿਆ ਕੇ ਰੱਖੀ ਹੈ। ਗੋਰਖ ਕਹਿਤ ਪੀਵ ਲਿਵ ਕੋ ਲਗੀਜੀਏ। ਗੋਰਖਨਾਥ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ ਨਾ ਇਹ ਕੀ ਹੈ, ਬਸ ਪੀ ਲੋ,
ਪੀਣ ਤੋਂ ਬਾਅਦ ਪਤਾ ਲੱਗੇਗਾ ਇਹ ਕੀ ਹੈ। ਕਹਿੰਦਾ ਤੁਹਾਡੀ ਲਿਵ ਜਿਹੜੀ ਆ ਨਾ ਆਟੋਮੈਟਿਕਲੀ ਜੁੜ ਜਾਣੀ ਹੈ, ਐਨ ਪਰਮਾਤਮਾ ਵਿੱਚ ਲੀਨ ਹੋ ਜਾਣੀ ਹੈ। ਸੀਸ ਹੂੰ ਤੇ ਕਾਲ ਟਰੈ ਭੂਖ ਪਿਆਸ ਦਊ ਹਰੈ। ਹਾਂ ਦੇਖੋ ਕਹਿੰਦਾ ਇਹ ਪੀਣ ਕਰਕੇ ਜਿਹੜਾ ਸਿਰ ਦੇ ਉੱਤੋਂ ਕਾਲ ਨਹੀਂ ਰਹਿੰਦਾ, ਮੌਤ ਨਹੀਂ ਰਹਿੰਦੀ ਇਹਨੂੰ ਪੀਣ ਕਰਕੇ, ਭੁੱਖ ਤੇ ਪਿਆਸ ਵੀ ਮਿਟ ਜਾਂਦੀ ਹੈ, ਸਭ ਕੁਝ ਜਿਹੜਾ ਐਨ ਚੰਗੀ ਤਰ੍ਹਾਂ ਹੋ ਜਾਂਦਾ ਜੀ, ਸੈੱਟ ਸਭ ਕੁਝ। तीनों ताप नाश करे चौथे पद ਭਈਜੀਏ। ਦੇਖੋ तीनों ਤਾਪ ਨਾਸ਼ ਕਰੇ, 3 ਤਾਪ ਨਾਸ਼ ਹੋ ਜਾਂਦੇ ਨੇ, ਆਦਿ ਵਿਆਧੀ ਉਪਾਧੀ, ਤੇ ਚੌਥੇ ਪਦ ਨੂੰ ਪ੍ਰਾਪਤ ਕੀਤਾ ਜਾਂਦਾ। ਦੇਖੋ ਇੱਥੇ ਕਵਿਤਾ ਦੀ ਕਮਾਲ ਹੈ ਜੋ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਹੈ। ਇਹਨਾਂ ਨੇ 4 ਨੰਬਰ ਦੀ ਗਿਣਤੀ ਕੀਤੀ ਹੈ। ਪਹਿਲੇ ਨੰਬਰ ਤੇ ਸੀਸ ਇੱਕ ਹੁੰਦਾ ਹੈ, ਸਿਰ ਇੱਕ ਹੁੰਦਾ ਹੈ। ਸੀਸ ਹੋਂ ਤੇ ਕਾਲ ਟਰੈ, ਸੀਸ ਤੋਂ ਕਾਲ ਟਲ ਜਾਂਦਾ ਹੈ। 2 ਨੰਬਰ ਭੁੱਖ ਤੇ ਪਿਆਸ, ਇਹ ਮਿਟ ਜਾਂਦੀ ਹੈ। ਸੋ 3 ਕੀ ਹੈ, ਜੋ ਆਦਿ ਵਿਆਧੀ ਉਪਾਧੀ, ਇਹ 3 ਨੰਬਰ ਵਿੱਚ ਗਿਣਤੀ ਕਰ ਦਿੱਤੀ। ਤੇ ਫਿਰ ਚੌਥਾ ਕੀ ਹੈ, ਚੌਥੇ ਪਦ ਭੀਜੀ ਹੈ। ਚੌਥੇ ਪਦ ਦੀ ਹੁਣ ਜਿਹੜੀ ਤੁਰਿਆ ਪਦ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਉਹ ਚੌਥਾ ਪਦ ਜਿਹੜਾ ਹੈ ਜੋ ਸਮਾਧੀ ਅਸਥਿਤ ਹੋ ਕੇ ਪਰਮਾਤਮਾ 'ਚ ਲੀਨ ਹੋਣਾ, ਉਹਨੂੰ ਚੌਥਾ ਪਦ ਕਹਿੰਦੇ ਹਨ। ਵਿਸਰੈ ਜੋ ਮੇਰੀ ਤੇਰੀ ਰਿੱਧ ਸਿੱਧ ਹੋਈ ਚੇਰੀ। ਕਹਿਣਗੇ ਜਿਹਦੇ ਕਰਕੇ ਮੇਰੀ ਤੇਰੀ ਵਿਸਰ ਜਾਂਦੀ, ਕਿਉਂਕਿ ਨਸ਼ਈ ਬੰਦੇ ਨੂੰ ਕੀ ਪਤਾ ਹੁੰਦਾ ਮੇਰਾ ਤੇਰਾ, ਉਹਨੂੰ ਤਾਂ ਆਪਣੇ ਸਰੀਰ ਦਾ ਨਹੀਂ ਪਤਾ ਹੁੰਦਾ। ਭਾਵੇਂ ਗਲੀ ਵਿੱਚ ਡਿੱਗਿਆ ਪਿਆ ਹੋਵੇ, ਭਾਵੇਂ ਖੱਡੇ 'ਚ ਡਿੱਗਿਆ ਪਿਆ ਹੋਵੇ, ਉਹਨੂੰ ਤਾਂ ਸੋਝੀ ਨਹੀਂ ਕੋਈ ਰਹਿੰਦੀ ਪੀ ਕੇ। ਤੇ ਕਹਿੰਦਾ ਮੇਰੀ ਤੇਰੀ ਸਾਰੀ ਮਿਟ ਜਾਣੀ ਹੈ ਪੀ ਕੇ। ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਹੋਏ ਚੇਰੀ, ਕਹਿਣਗੇ ਰਿੱਧੀਆਂ ਸਿੱਧੀਆਂ ਤੇਰੇ ਕਦਮਾਂ ਤੇ ਆ ਜਾਣਗੀਆਂ। ਸ਼ਰਾਬੀ ਵੀ ਤਾਂ ਐਂ ਮੰਨਦੇ ਆ ਨਾ, ਕਿਉਂਕਿ ਉਹ ਜੋ ਸ਼ਰਾਬ ਪੀ ਲੈਂਦੇ ਆ ਉਹ ਤਾਂ ਇਹ ਸਮਝਦੇ ਵੀ ਮੈਂ ਸੁਪਰਮੈਨ ਬਣ ਗਿਆ, ਮੈਂ ਸਪਾਈਡਰਮੈਨ ਬਣ ਗਿਆ, ਪੁੱਠੇ ਸਿੱਧੇ ਕੰਮ ਛਾਲਾਂ ਮਾਰਨ ਲੱਗ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਹਜੇ ਮੈਂ ਹਿਊਮਨ ਹਾਂ, ਮੇਰੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ। ਕਈ ਤਾਂ ਸ਼ਰਾਬੀਆਂ ਨੇ ਛਾਲਾਂ ਹੀ ਮਾਰੀਆਂ ਬਿਲਡਿੰਗਾਂ ਤੋਂ, ਤੇ ਜਿਹੜਾ ਹਨ ਥੱਲੇ ਆ ਕੇ ਵਿਚਾਰਿਆਂ ਦਾ ਚੂਰਾ ਚੂਰਾ ਹੋ ਗਿਆ। ਸੋ ਇਉਂ ਕਰਕੇ ਜਿਹੜਾ ਬੁਰਾ ਹਾਲ ਹੈ। ਸੋ ਇਉਂ ਕਰਕੇ ਜਿਹੜਾ ਹੈ ਗੁਰ ਕਹਿੰਦਾ ਤੈਨੂੰ ਲੱਗੇ, ਤੈਨੂੰ ਰਿੱਧੀਆਂ ਸਿੱਧੀਆਂ ਥੋੜੇ ਅੱਗੇ ਆ ਜਾਣੀਆਂ ਹਨ। ਸੁਣੀਏ ਕਨੇਰੀ ਧੁਨ ਅਮਰ ਹੋ ਬੀਜੀਏ। ਤੇ ਫਿਰ ਦੇਖੋ ਤੁਹਾਨੂੰ ਧੁਨਾਂ ਸੁਣਨਗੀਆਂ, ਤੁਹਾਡੇ ਅੰਦਰ ਉਹ ਦਸਮ ਦੁਆਰ ਦੀਆਂ ਅਨਹਦ ਧੁਨਾਂ ਸੁਣਨਗੀਆਂ। ਅਮਰ ਹੋ ਵੀ ਜਾਏ, ਤੁਸੀਂ ਮੌਤ ਤੋਂ ਅਮਰ ਹੋ ਜਾਓਗੇ, ਤੁਹਾਨੂੰ ਮੌਤ ਨਹੀਂ ਕਿਤੇ ਫਿਰ ਆਉਣੀ। ਕਹਿੰਦੇ ਕਿ ਧੁਨਾਂ ਸੁਣਿਓ। ਫਿਰ ਸ਼ਰਾਬੀ ਨੂੰ ਹੋਰ ਕੁਝ ਕੀ ਸੁਣਨਾ, ਵਿਚਾਰੇ ਨੂੰ ਅੰਦਰੋਂ ਹੀ ਅੰਦਰ ਘੂੰ 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 ਸੁਣੀ ਜਾਂਦਾ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਗੋਰਖ ਨੇ ਜੋ ਗੁਰੂ ਨਾਨਕ ਸਾਹਿਬ ਨੇ ਐਸਾ ਕਿਹਾ। ਸਵਈਆ ਸ੍ਰੀ ਗੁਰ ਬੂਜਤ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਗੱਲ ਸੁਣ ਕੇ ਪੁੱਛਿਆ ਹੁਣ ਗੋਰਖਨਾਥ ਨੂੰ, ਕੌਣ ਵਿਧੀ ਤੁਮ ਕਾਢ ਲਇਓ ਮਦ ਦੇਹੋ ਬਤਾਈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਇਹ ਜਿਹੜੀ ਸ਼ਰਾਬ ਹੈ ਇਹਨੂੰ ਤੁਸੀਂ ਕਿਵੇਂ ਕੱਢਦੇ ਹੋ, ਉਹਦਾ ਤਰੀਕਾ ਦੱਸੋ ਇਸ ਸ਼ਰਾਬ ਕੱਢਣ ਦਾ। ਹੁਣ ਜਿਹੜਾ ਹੈ ਵੀ ਇਹਨੂੰ ਕਿਵੇਂ ਕੱਢੀ ਦਾ, ਕਿਵੇਂ ਸ਼ਰਾਬ ਬਣਾਈ ਦੀ ਹੈ। ਝੰਗਰ ਭਾਖੈ ਕਰੀ ਭਠਿਆ ਛਿਤ ਲਾਹਣ ਕੋ ਕਰਕੇ ਕਸ ਪਾਈ। ਹਾਂ ਝੰਗਰ ਜਿਹੜਾ ਸੀਗਾ ਨਾ ਯੋਗੀ, ਉਹ ਬੋਲਿਆ, ਕਹਿੰਦਾ ਇੱਕ ਭੱਠਿਆ ਲੈ ਲੈਂਦੀ ਹੁੰਦੀ ਆ, ਭੱਠਿਆ ਹੁੰਦੀ ਆ ਕੋਈ ਪੋਟ, ਜਿਹੜਾ ਕਲੇ ਦਾ ਪੋਟ ਬਣਿਆ ਹੋਵੇ, ਉਹਨੂੰ ਧਰਤੀ ਵਿੱਚ ਜਿਹੜਾ ਹਨ ਰੱਖ ਕੇ ਫਿਰ ਲਾਹਣ ਕੋ ਕਰਕੇ ਕਸ ਪਾਈ, ਉਹਦੇ ਵਿੱਚ ਫਿਰ ਜੈਗਰੀ ਪਾਊਡਰ ਪਾ ਕੇ, ਉਹਦੇ ਵਿੱਚ ਫਿਰ ਰਾਈਸ ਜਿਹੜੇ ਹਨ ਉਹ ਆਪਣਾ ਜਿਹੜਾ ਹੈ ਚੌਲ ਹੁੰਦੇ ਨੇ, ਉਹਨਾਂ ਦੇ ਵਿੱਚੋਂ ਉਹਨੂੰ ਚੌਲਾਂ ਨੂੰ ਰਿੜਕ ਕੇ ਉਹਦਾ ਜਿਹੜਾ ਜੂਸ ਕੱਢ ਲੈਣਾ। ਸੋ ਉਹਦਾ ਜੂਸ ਕੱਢ ਕੇ ਚੌਲਾਂ ਦਾ ਪਾ ਕੇ ਤੇ ਵਿੱਚ ਸ਼ੱਕਰ ਪਾ ਕੇ ਇਹਦੇ ਵਿੱਚ ਇਹ ਭੱਠੀ ਦੇ ਵਿੱਚ ਸਭ ਕੁਝ ਪਾ ਕੇ ਫਿਰ ਇਹਨੂੰ ਫਿਰ ਕੱਸ ਪਾਈਦੀ ਹੁੰਦੀ ਹੈ। ਇਹਨੂੰ ਬੰਦ ਕਰਕੇ ਪ੍ਰੈਸ਼ਰ ਦੇਈਦਾ, ਥੱਲੇ ਅੱਗ ਲਾ ਕੇ ਉੱਤੇ ਪ੍ਰੈਸ਼ਰ, ਕਿਉਂਕਿ ਸ਼ਰਾਬ ਬਣਦੀ ਹੈ ਉਹ ਸਟੀਮ ਦੀ, ਜਿਹੜੀ ਸਟੀਮ ਬਾਹਰ ਆਏਗੀ ਉਹਦੀ ਉਹ ਸ਼ਰਾਬ ਹੈ। ਸੋ ਇਉਂ ਕਰਕੇ ਕਹਿੰਦੇ ਜਦੋਂ ਐਸਾ ਹੋਵੇਗਾ, ਪਾਵਕ ਜਾਰ ਕੇ ਲਾਏ ਨਲੀ ਘਟ। ਹਾਂ ਤੇ ਉਹ ਪਾਵਕ ਅੱਗ ਥੱਲੇ ਲਾ ਕੇ ਫਿਰ ਉੱਤੇ ਇੱਕ ਨਾਲੀ ਕੱਢ ਲੈਣੀ ਹੈ, ਜੋ ਉਹ ਸਟੀਮ ਨੂੰ ਲੈ ਕੇ ਉਹ ਨਾਲੀ ਦੇ ਰਾਹੀਂ, ਉਹ ਜਿਹੜੀ ਸਟੀਮ ਨਾਲੀ ਦੇ ਰਾਹੀਂ ਆਏਗੀ ਉਹਨੂੰ ਇਕੱਠੀ ਕਰ ਲੈਣਾ, ਉਹ ਸ਼ਰਾਬ ਬਣਦੀ ਹੈ। ਤੋ ਮਦ ਕੀ ਸਭ ਧਾਰ ਚੁਆਈ। ਹਾਂ ਕਹਿਣਗੇ ਉਹ ਜਿਹੜੀ ਹੈ ਸ਼ਰਾਬ ਦੀ ਜਿਹੜੀ ਹੈ ਧਾਰ, ਫਿਰ ਉਹ ਨਾਲੀ ਥਾਂ ਹੀ ਇਕੱਠੀ ਹੁੰਦੀ ਹੈ ਇੱਕ ਬਾਟੇ ਦੇ ਵਿੱਚ। ਪੀਵਤ ਹੀ ਦੁੱਖ ਸੁਖ ਸਮਾਨ। ਦੇਖੋ ਇਹ ਸ਼ਰਾਬ ਜਿਹੜੀ ਪੀ ਕੇ ਨਾ ਬੰਦੇ ਨੂੰ ਦੁੱਖ ਸੁੱਖ ਸਾਰਾ ਭੁੱਲ ਜਾਂਦਾ ਹੈ। ਲਗੀ ਲਿਵ ਜੋ ਕਬ ਡੋਲ ਨਾ ਜਾਈ। ਇੰਨੀ ਲਿਵ ਲੱਗਦੀ ਹੈ ਕਿਤੇ ਡੋਲਦੀ ਹੋਈ ਨਹੀਂ ਗੀ। ਹਾਂਜੀ ਕਿਉਂਕਿ ਸਾਰਾ ਸੰਸਾਰ ਡੋਲਣ ਲੱਗ ਜਾਂਦਾ ਨਾ, ਸ਼ਰਾਬੀ ਦੇ ਭਾਣੇ ਸਾਰਾ ਸੰਸਾਰ ਹਿਲ ਰਿਹਾ, ਉਹ ਨਹੀਂ ਹਿਲ ਰਿਹਾ। ਅਸਲ ਵਿੱਚ ਹਿਲ ਰਿਹਾ ਉਹ ਆਪ ਹੀ ਹੁੰਦਾ ਵਿਚਾਰਾ। ਦੋਹਰਾ ਕਮਲ ਬਦਨ ਸਭ ਸੁਖ ਸਦਨ ਸੁਨ ਕਰ ਤਿਨ ਅਸ ਬੈਨ। ਜੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਕਮਲ ਵਰਗੇ ਬਦਨ ਹਨ ਮਹਾਰਾਜ ਦਾ ਸੁੰਦਰ, ਤੇ ਮਹਾਰਾਜ ਨੇ ਜੋ ਸੁੱਖਾਂ ਦੇ ਘਰ ਹਨ ਸਤਿਗੁਰੂ ਜੀ, ਇਹ ਸੁਣ ਕੇ ਸੁਨ ਬੋਲੇ ਮਦ ਕੀ ਜੁਗਤ ਸੋ ਜੋ ਦਾਸਨ ਗਤ ਦੈਨ। ਸੋ ਮਹਾਰਾਜ ਨੇ ਉਸ ਵੇਲੇ ਮਹਾਰਾਜ ਨੇ ਜੁਗਤੀ ਦੱਸੀ ਵੀ ਅਸਲੀ ਸ਼ਰਾਬ ਕਿਹੜੀ ਹੈ, ਅਸਲੀ ਸ਼ਰਾਬ ਬਣਾਉਣੀ ਕਿਵੇਂ ਹੈ, ਕਿਵੇਂ ਬਣਦੀ ਹੈ, ਜੋ ਦਾਸਾਂ ਨੂੰ ਮੁਕਤੀ ਦੇਣ ਵਾਲੀ ਹੁੰਦੀ ਹੈ, ਉਹ ਸ਼ਰਾਬ ਕੈਸੀ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸ਼ਬਦ ਉੱਥੇ ਪੜਿਆ ਜਿਹੜਾ ਕਿ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਉਂਦਾ।
ਇਹ ਗੁਰਬਾਣੀ ਤੋਂ ਬਾਹਰ ਵਾਲਾ ਸ਼ਬਦ ਹੈ। ਇਹ ਆਸਾ ਮਹੱਲਾ ਪਹਿਲਾ। ਸੋ ਇਹ ਸ਼ਬਦ ਪੜਿਆ ਗੁਰੂ ਨਾਨਕ ਸਾਹਿਬ ਜੀ ਨੇ। ਆਸਾ ਮਹੱਲਾ ਪਹਿਲਾ, ਗਿਆਨ ਧਿਆਨ ਕੀ ਲਾਹਣ, ਮਾਂਡੀ ਕਰਨੀ ਕੀ ਕਸ ਪਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗਿਆਨ ਤੇ ਧਿਆਨ ਕੀ ਲਾਹਣ, ਲਾਹਣ ਹੁੰਦਾ ਖਿੱਚਣਾ, ਜੋ ਉਸ ਟੀਮ ਨੂੰ ਖਿੱਚਣ ਵਾਸਤੇ ਉਹ ਨਾਲੀ ਬਣਾਈ ਜਾਂਦੀ ਹੈ। ਕਹਿਣਗੇ ਗਿਆਨ ਕੀ ਆ, ਉਹਨੂੰ ਸ਼ਰਾਬ ਨੂੰ ਜਿਹੜਾ ਖਿੱਚਣਾ ਹੈ। ਧਿਆਨ ਕੀ ਆ, ਮਾਂਡੀ, ਜਿਹਦੇ ਵਿੱਚ ਰਾਈਸ ਦਾ ਜੂਸ ਪਾਇਆ ਜਾਂਦਾ, ਰਾਈਸ ਦੇ ਵਿੱਚੋਂ ਉਹ ਜੂਸ ਕੱਢ ਕੇ ਵਿੱਚ ਪਾਇਆ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਗਿਆਨ ਜਿਹੜਾ ਲਾਹਣ ਹੈ, ਧਿਆਨ ਜਿਹੜੀ ਮੰਡੀ ਹੈ। ਕਰਨੀ ਕੀ ਕਸ ਪਾਈ, ਕਰਨੀ ਜਿਹੜੀ ਹੈ ਉਹਨੂੰ ਪ੍ਰੈਸ਼ਰ ਦੇਣਾ, ਉਹਦੇ ਵਿੱਚ ਪ੍ਰੈਸ਼ਰ ਬਿਲਟ ਕਰਨਾ, ਉਹ ਕੀ ਆ ਕਰਨੀ। ਆਪਣੇ ਡੀਡਸ ਜੋ ਆਪਾਂ ਕਾਰਜ ਕਰਦੇ ਹਾਂ ਦੁਨੀਆ ਤੇ, ਜੋ ਆਪਾਂ ਕਰਮ ਕਮਾਉਂਦੇ ਹਾਂ, ਉਹ ਭਾਉ ਪਾਠੀ ਮੈਂ ਪ੍ਰੇਮ ਸਮਾਣਾ। ਦੇਖੋ ਭਾਉ ਭਾਉ ਪਾਠੀ, ਭਾਉ ਪਾਠੀ ਮੈਂ ਪ੍ਰੇਮ ਸਮਾਣਾ। ਦੇਖੋ ਭਾਉ, ਭਾਉ ਜਿਹੜਾ ਹੈ ਪ੍ਰੇਮ, ਪ੍ਰੇਮ ਜਿਹੜਾ ਉਹ ਪਾਠੀ ਹੈ, ਕਲੇ ਵਾਲੀ ਪਾਠੀ ਹੈ, ਜਿਹਦੇ ਵਿੱਚ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਪਾਈਆਂ ਜਾਂਦੀਆਂ ਨੇ। ਸੋ ਉਹਦੇ ਵਿੱਚ ਪ੍ਰੇਮ ਸਮਾਨਾ, ਉਹਦੇ ਵਿੱਚ ਜਿਹੜਾ ਪਾਣੀ ਹੈ ਉਹ ਹੈ ਪ੍ਰੇਮ। ਪ੍ਰੇਮ ਜਿਹੜਾ ਹੈ ਉਹ ਜਿਹੜਾ ਹੈ ਸਮਾਨਾ ਵਿੱਚ ਪਾਉਣਾ। ਬ੍ਰਹਮ ਕੀ ਅਗਨ ਜਲਾਈ, ਉਹ ਅੱਗ ਕੀ ਆ, ਬ੍ਰਹਮ ਪਰਮਾਤਮਾ। ਪਰਮਾਤਮਾ ਦੀ ਭਗਤੀ ਜਿਹੜੀ ਹੈ ਉਹ ਇੱਕ ਅੱਗ ਹੈ ਜਿਹੜੀ ਥੱਲੇ ਜਲਾਈ ਜਾਂਦੀ ਹੈ। ਸਿੱਧੋ ਹਮ ਮਦ ਕੇ ਮਾਤੇ ਨਾਹੀ। ਮਹਾਰਾਜ ਕਹਿੰਦੇ ਹੇ ਸਿੱਧੋ, ਅਸੀਂ ਇਹ ਸ਼ਰਾਬ ਦੇ ਮਸਤ ਨਹੀਂ ਹਾਂ, ਇਹ ਸ਼ਰਾਬ ਦੇ ਅਸੀਂ ਸ਼ਰਾਬੀ ਨਹੀਂ ਹਾਂ। ਤੇ ਇਹ ਸ਼ਰਾਬ ਨਾਲ ਜਿਹੜੀ ਤੁਸੀਂ ਬਣਾਉਂਦੇ ਹੋ, ਇਹਦੇ ਨਾਲ ਅਸੀਂ ਮਸਤ ਨਹੀਂ ਹੁੰਦੇ। ਅਸੀਂ ਮਸਤ ਹੁੰਦੇ ਆ ਉਹਦੀ ਸ਼ਰਾਬ ਨਾਲ, ਉਹ ਪਰਮੇਸ਼ਰ ਦੀ ਭਗਤੀ ਦੀ ਸ਼ਰਾਬ ਨਾਲ ਅਸੀਂ ਮਸਤ ਹੁੰਦੇ ਹਾਂ। ਜੋ ਮਤ ਵਾਲੇ ਮਦ ਕੇ ਮਾਤੇ, ਜੋ ਮਤ ਵਾਲੇ ਨੇ, ਜੋ ਸ਼ਰਾਬ ਪੀ ਕੇ ਆਪਣੀ ਬੁੱਧੀ ਮਤ ਨੂੰ ਗਵਾ ਲੈਂਦੇ ਹਨ। ਕਿਨ ਮਤ ਵਾਲਿਓ ਮਾਹੀ, ਕਿਨ ਮਤ ਵਾਲਿਓ ਮਾਹੀ, ਉਹਨਾਂ ਨੂੰ ਮਤ ਵਾਲੇ ਕਿਵੇਂ ਕਹਿ ਲਈਏ? ਉਹਨਾਂ ਨੇ ਤਾਂ ਪੀ ਕੇ ਜਿਹੜੀ ਮਤ ਹੈਗੀ ਸੀ ਉਹ ਵੀ ਗਵਾਲੀ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ, ਸੁਰਤ ਨਲੀ ਭਾਉ ਬਾਸਨ ਕੀਨਾ। ਦੇਖੋ ਸੁਰਤ ਉਹ ਨਾਲੀ ਹੈ ਜਿਹਦੇ ਰਾਹੀਂ ਉਹ ਸ਼ਰਾਬ ਉਤਰ ਕੇ ਇੱਕ ਬਰਤਨ ਵਿੱਚ ਇਕੱਠੀ ਹੁੰਦੀ ਹੈ। ਭਾਉ ਬਾਸਨ ਜਿਹਦੇ ਵਿੱਚ ਇਕੱਠੀ ਹੁੰਦੀ ਹੈ ਉਹ ਭਾਉ ਪ੍ਰੇਮ ਹੈ। ਅੰਤਰ ਧਾਰ ਚੁਆਈ, ਅੰਤਰ ਧਾਰ ਚੁਆਈ, ਅੰਤਰ ਜਿਹੜੀ ਕਿ ਦਸਮ ਦੁਆਰ ਦੇ ਵਿੱਚ ਜੋ ਜਿਹੜਾ ਹਨ, ਜੋ ਧਾਰ ਅੰਮ੍ਰਿਤ ਦੀ ਹੈ, ਉਹ ਜਿਹੜੀ ਅੰਤਰ ਧਾਰ ਚੁਆਈ, ਉਹ ਜਦੋਂ ਧਾਰ ਅੰਦਰ ਡਿੱਗਦੀ ਹੈ ਇੱਕ ਇੱਕ ਤੁਪਕਾ ਕਰਕੇ, ਉਹ ਅੰਮ੍ਰਿਤ ਹੈ ਸਾਡੇ ਅੰਦਰ। ਦਇਆ ਸੁਰਾਹੀ ਸਹਿਜ ਪਿਆਲਾ। ਦੇਖੋ ਦਇਆ ਸੁਰਾਹੀ ਹੈ। ਸੁਰਾਹੀ ਉਹ ਚੀਜ਼ ਹੈ ਜਿਸ ਚ ਸ਼ਰਾਬ ਪਾ ਕੇ ਪੀ ਜਾਂਦੀ ਹੈ, ਜਿਹਦੇ ਪਾ ਕੇ ਪੀਂਦੇ ਹਨ, ਉਹਨੂੰ ਸੁਰਾਹੀ ਕਹਿੰਦੇ ਨੇ। ਕਹਿੰਦੇ ਦਇਆ ਮਸੀ ਜਿਹੜੀ ਉਹ ਸੁਰਾਹੀ ਹੈ, ਉਹ ਸ਼ਰਾਬ ਨੂੰ ਵੰਡਣ ਵਾਲੀ, ਜੋ ਭਗਤੀ ਰੂਪ ਜਿਹੜੀ ਸ਼ਰਾਬ ਹੈ। ਉਸ ਤੋਂ ਬਾਅਦ ਸਹਿਜ ਪਿਆਲਾ, ਪਿਆਲਾ ਜਿਹਦੇ ਵਿੱਚ ਉਹ ਜਿਹੜੀ ਹੈ ਸੁਰਾਹੀ ਰਾਹੀਂ ਇਕੱਠੀ ਕਰਕੇ ਕਿਸ ਨੂੰ, ਜਿਵੇਂ ਆਪਾਂ ਅੱਜ ਕੱਲ੍ਹ ਕੱਪ ਵਰਤਦੇ ਹਾਂ ਜਾਂ ਗਲਾਸ ਵਰਤਦੇ ਹਾਂ, ਉਹ ਹੈ ਕਹਿੰਦੇ ਸਹਿਜ ਅਵਸਥਾ ਜਿਹੜੀ ਹੈ ਪਰਮਾਤਮਾ ਦੇ, ਸਹਿਜ ਹੁੰਦਾ ਗਿਆਨ ਵਾਲੀ ਅਵਸਥਾ, ਉਹ ਪਿਆਲਾ ਹੈ। ਗੁਰਮਤ ਪੀਵੋ ਭਾਈ, ਕਹਿਣਗੇ ਉਹਨੂੰ ਪੀਣਾ ਜਿਹੜਾ ਉਹ ਗੁਰਮਤ ਹੈ, ਗੁਰੂ ਦੀ ਮਤ ਹੀ ਉਹ ਸ਼ਰਾਬ ਦਾ ਪੀਣਾ ਹੈ ਜੋ ਭਗਤੀ ਰੂਪੀ ਹੈ। ਗੁਰਮਤ ਨਾਮ ਫਿਰੈ ਮਤ ਵਾਲਾ। ਦੇਖੋ ਗੁਰਮਤ ਨਾਮ ਨੂੰ ਜੋ ਛਕਣ ਵਾਲਾ ਹੈ ਉਹ ਫਿਰੇ ਮਤ ਵਾਲਾ, ਕਹਿਣਗੇ ਉਹ ਮਸਤ ਹੋ ਕੇ ਪਰਮਾਤਮਾ ਦੇ ਪ੍ਰੇਮ ਵਿੱਚ ਫਿਰਦਾ ਹੈ। ਇੱਕ ਰੰਗ ਮਹਿ ਖੇਲੈ, ਉਹ ਇੱਕ ਪਰਮਾਤਮਾ ਦੇ ਰੰਗ ਵਿੱਚ ਖੇਡਦਾ ਹੈ, ਉਹ ਰੰਗ ਨਹੀਂ ਬਦਲਦਾ, ਉਹ ਇੱਕ ਪ੍ਰੇਮ ਦੇ ਵਿੱਚ ਹੀ ਰਹਿੰਦਾ ਹੈ। ਉਹਦਾ ਪ੍ਰੇਮ ਕੇਵਲ ਤੇ ਕੇਵਲ ਪਰਮਾਤਮਾ ਨਾਲ ਹੀ ਲੱਗਿਆ ਰਹਿੰਦਾ ਹੈ। ਜਹ ਦੇਖਤ ਹੈ ਏਕ ਸਰੂਪੀ। ਦੇਖੋ ਉਹ ਸ਼ਰਾਬ ਜਿਹੜੀ ਭਗਤੀ ਦੀ ਪੀ ਕੇ ਪ੍ਰੇਮ ਜੋ ਉਹਨਾਂ ਨੂੰ ਆਉਂਦਾ ਹੈ, ਉਹ ਹਰ ਪਾਸੇ ਉਹੀ ਪਰਮਾਤਮਾ ਨੂੰ ਦੇਖਦੇ ਹਨ। ਮਾਰਗ ਪਾਇਆ ਚੇਲੈ, ਦੇਖੋ ਮਾਰਗ ਪਾਇਆ ਚੇਲੇ, ਕਹਿਣਗੇ ਮਾਰਗ ਉਹਨੇ ਪਰਮਾਤਮਾ ਦਾ ਮਾਰਗ ਪਾ ਲਿਆ, ਆ ਪਰਮੇਸ਼ਰ ਦਾ ਚੇਲਾ ਬਣ ਕੇ। ਨਿਭੀ ਖੇਪ ਹਮਾਰੀ ਸਿੱਧੋ, ਇਹ ਸਾਡੀ ਖੇਪ, ਸਾਡੀ ਜਿਹੜੀ ਹੈ ਉਦਮ, ਸਾਡਾ ਜਿਹੜਾ ਹੈ ਸਾਡੀ ਭਾਵਨਾ ਜਿਹੜੀ ਸੀਗੀ ਉਹ ਨਿਭ ਗਈ, ਉਹ ਪੂਰਨ ਹੋ ਗਈ, ਉਹ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਗਈ। 8 ਪਹਿਰ ਲਿਵ ਲਾਗੀ, ਇਸ ਕਰਕੇ 8 ਪਹਿਰ 24 ਘੰਟੇ ਸਾਡੀ ਲਿਵ ਜੁੜੀ ਰਹਿੰਦੀ ਹੈ। ਸਾਨੂੰ ਇਹ ਸ਼ਰਾਬ ਜਿਹੜੀ ਪੀਣ ਦੀ ਲੋੜ ਨਹੀਂ ਗੀ, ਸਾਨੂੰ ਭਗਤੀ ਦੀ ਸ਼ਰਾਬ ਚੜੀ ਰਹਿੰਦੀ ਹੈ। ਨਾਨਕ ਦਾਸ ਤਹਾ ਮਤ ਵਾਲਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਨਾਨਕ ਦਾਸ ਕਹਿਣਗੇ ਅਸੀਂ ਇਹ ਗੱਲ ਕਹਿੰਦੇ ਹਾਂ, ਤਾਹਾਂ ਮਤ ਵਾਲਾ ਉਹੀ ਮਤ ਵਾਲਾ ਹੈ ਜੋ ਏਕ ਓੰਕਾਰ ਬੈਰਾਗੀ, ਜੋ ਏਕ ਓੰਕਾਰ ਪਰਮਾਤਮਾ ਦਾ ਬੈਰਾਗੀ ਬਣ ਜਾਂਦਾ ਹੈ। ਸਭ ਕੁਝ ਪਿੱਛੇ ਛੱਡ ਕੇ ਇੱਕ ਪਰਮਾਤਮਾ ਦੇ ਹੀ ਚਰਨਾਂ ਨਾਲ ਜੁੜ ਜਾਂਦਾ ਹੈ, ਇੱਕ ਪਰਮਾਤਮਾ ਦਾ ਹੀ ਧਿਆਨ ਆਪਣੇ ਹਿਰਦੇ ਵਿੱਚ ਰੱਖਦਾ ਹੈ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਨ ਸਿੱਧ ਸਰਬ ਤਹਿ ਕਾਲ। ਸੋ ਐਸੇ ਬਚਨ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਨੇ ਸੁਣੇ।
ਕਹਿੰਦੇ ਸੁਣ ਕਰਕੇ ਸਾਰੇ ਆਪਣੇ ਕੰਨਾਂ ਦੇ ਨਾਲ ਨਿਜ ਮਤ ਕੇ ਅਨੁਸਾਰ ਹੋਇ ਬੋਲੇ ਪਰਮ ਰਸਾਲ। ਕਹਿੰਦੇ ਅਤੀ ਰਸੀਲੇ ਹੋ ਕੇ, ਹੁਣ ਮਿੱਠੇ ਹੋ ਗਏ, ਹੁਣ ਕੌੜੇ ਬਚਨ ਨਹੀਂ ਬੋਲਦੇ, ਮਿੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਨਾਉਣ ਵਾਸਤੇ ਹੋਰ ਕਹਿੰਦੇ ਹਨ। ਕੀ ਕਹਿੰਦੇ ਹਨ? ਇੱਥੇ ਵੀ ਇੱਕ ਸਿੱਧਨ ਵਾਚ ਇੱਕ ਉਹਨਾਂ ਨੇ ਕਿਹਾ, ਸਿੱਧਨ ਵਾਚ ਧਨ ਜੋਬਨ ਕੀ ਕਰੇ ਨਾ ਆਸਾ। ਕਹਿਣਗੇ ਧਨ ਤੇ ਜੋਬਨ, ਧਨ ਹੁੰਦਾ ਵੈਲਥ, ਜੋਬਨ ਮੀਨ ਸੁੰਦਰਤਾ। ਕਹਿਣਗੇ ਇਹ ਦੋਵਾਂ ਦੀ ਆਸ਼ਾ ਨਹੀਂ ਕਰਦੇ ਅਸੀਂ। ਪਰ ਤੇਰੇ ਅੰਗ ਨਾ ਲਾਵੇ ਪਾਸਾ। ਕਹਿਣਗੇ ਭਰਾਈ ਇਸਤਰੀ ਨੂੰ ਅਸੀਂ ਹੱਥ ਤੱਕ ਨਹੀਂ ਲਾਉਂਦੇ। ਨਾਦ ਬਿੰਦ ਘਟ ਭੀਤਰ ਧਰੈ। ਨਾਦ ਜਿਹੜਾ ਸਪਰਮ ਹੈ ਉਹਨੂੰ ਅਸੀਂ ਆਪਣੇ ਸਰੀਰ ਤੋਂ ਨਹੀਂ ਕੱਢਦੇ, ਅੰਦਰ ਥਾਮ ਕੇ ਰੱਖਦੇ ਹਾਂ। ਇਸ ਕੀ ਸੇਵਾ ਪਰਬਤ ਕਰੈ। ਕਹਿਣਗੇ ਤਿਸ ਕੀ ਸੇਵਾ, ਜਿਹੜੀ ਉਸ ਦੀ ਸੇਵਾ ਪਰਬਤ ਕਰੈ। ਕਹਿਣਗੇ ਉਸ ਦੀ ਸੇਵਾ ਜਿਹੜੀ ਹੈ ਇਹ ਪਰਬਤ ਆਪ ਸਾਡੀ ਸੇਵਾ ਵਿੱਚ ਲੱਗੇ ਹੋਏ ਹਨ, ਜਿਹਦੇ ਉੱਤੇ ਅਸੀਂ ਰਹਿੰਦੇ ਹਾਂ। ਬੋਲੇ ਪਰਬਤ ਸਤ ਸਰੂਪ। ਕਹਿਣਗੇ ਬੋਲੇ ਪਰਬਤ, ਇਹ ਪਰਬਤ ਇੱਕ ਜਿਹੜਾ ਸਿੱਧ ਦਾ ਨਾਮ ਵੀ ਹੈ। ਕਹਿਣਗੇ ਬੋਲੇ ਪਰਬਤ, ਪਰਬਤ ਯੋਗੀ ਜਿਹੜਾ ਸੀ ਉਹ ਕਹਿੰਦਾ ਸਤ ਸਰੂਪ। ਕਹਿਣਗੇ ਉਹ ਸਤ ਸੱਚਾ ਸਰੂਪ ਪਰਮੇਸ਼ਰ ਦਾ ਜਿਹੜਾ ਹੈ। ਧਰਮ ਤਤ ਮਹਿ ਰਖਨਾ ਰੂਪ। ਕਹਿਣਗੇ ਪਰਮ ਧਰਮ ਤਤ, ਧਰਮ ਦਾ ਤਤ ਜੋ ਪਰਮਾਤਮਾ ਹੈ, ਮੈਂ ਰੇਖ ਨਾ ਰੂਪ, ਉਹਦਾ ਨਾ ਰੇਖਾ ਨਾ ਕੋਈ ਰੂਪ ਹੈ, ਉਹਦਾ ਕੋਈ ਨਾ ਸਾਈਨ ਹੈ, ਨਾ ਉਹਦਾ ਕੋਈ ਜਿਹੜਾ ਹੈ ਰੂਪ ਫਾਰਮ ਹੈ। ਅਸੀਂ ਉਹਦੇ ਵਿੱਚ ਬਿਰਤੀ ਜੋੜ ਕੇ ਰੱਖਦੇ ਹਾਂ। ਸ੍ਰੀ ਮੁਖਵਾਕ ਮਹੱਲਾ ਪਹਿਲਾ। ਸੋ ਇਹ ਸਾਰੇ ਸ਼ਬਦ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਮਹਾਰਾਜ ਨੇ ਕਹੇ ਹਨ, ਇਹ ਜਿਹੜੇ ਸਾਰੇ ਜਿਹੜੇ ਹਨ 952 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਹਨ। ਇਹ ਜਿਹੜੇ ਹਨ ਸਾਰੇ ਜਿਹੜੇ ਸ਼ਬਦ ਹਨ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਉਚਾਰਨਾ ਕੀਤੇ, ਜੋ ਆਪ ਜੀ ਇਹਨਾਂ ਨੂੰ ਸਰਵਣ ਕਰੋ। ਸ੍ਰੀ ਮੁਖਵਾਕ ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਬੋਲੇ ਈਸਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਅਦੁੱਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ, ਔ ਹਠ ਪੱਟਣ ਮਹਿ ਭੀਖਿਆ ਕਰੈ, ਸੋ ਅਦੁੱਤੀ ਸਿਵਪੁਰ ਚੜੈ, ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਡ, ਤਿਸ ਉਦਾਸੀ ਕਾ ਪੜੈ ਨਾ ਕੰਦ, ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰਨਾ, ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੂਪੈ ਥੰਮ, ਅਹਨਿਸ ਅੰਤਰ ਰਹਿ ਧਿਆਨ, ਤੇ ਬੈਰਾਗੀ ਸਤ ਸਮਾਨ, ਬੋਲੇ ਭਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਵਾਹਿਗੁਰੂ ਜੀ। ਸੋ ਇਹ ਸ਼ਬਦ ਜਿਹੜਾ ਹੈ ਸਾਰਾ ਜਿਹੜਾ ਹੈ ਇਸ ਦਾ ਜਿਸਤ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਨੇ ਇਹ ਕਥਾ ਵਿੱਚ ਦੱਸਿਆ ਹੈ। ਸੋ ਇਹਨਾਂ ਦੇ ਅਰਥ ਗੁਰਬਾਣੀ ਦੇ ਆਪਾਂ ਨਹੀਂ ਕਰਾਂਗੇ, ਕਿਉਂਕਿ ਫਿਰ ਕਥਾ ਬਹੁਤ ਲੰਮੀ ਹੋਵੇਗੀ, ਕਿਉਂਕਿ ਇੱਕ ਇੱਕ ਸ਼ਬਦ ਦੀ ਜਿਹੜੀ ਕਥਾ ਹੈ ਉਹ ਅੱਧੇ ਘੰਟੇ ਦੀ ਹੈ, 40 ਮਿੰਟਾਂ ਦੀ ਹੈ। ਸੋ ਇਸ ਕਰਕੇ ਇਹ ਸ਼ਬਦ ਦੀ ਵਿਆਖਿਆ ਆਪਾਂ ਵੱਖਰੀ ਇੱਕ ਥਾਂ ਤੇ ਕਰਾਂਗੇ। ਤੋ ਇਹਦਾ ਜਿਹੜਾ ਜਿਸਤ ਹੈ, ਜੋ ਇਹਦਾ ਸਮਰਾਈਜ਼ ਵਚਨ ਹੈ, ਉਹ ਕਵੀ ਸੰਤੋਖ ਸਿੰਘ ਜੀ ਨੇ ਸਾਰੀ ਕਥਾ ਜੋ ਉਹਨਾਂ ਨੇ ਲਿਖੀ ਉਹਦੇ ਵਿੱਚ ਕੀਤਾ ਹੈ। ਦੋਹਰਾ। ਸੁਨ ਸਿੱਧਨ ਕੋ ਮਤਨ ਕੋ, ਸ੍ਰੀ ਗੁਰ ਸੂਰਜ ਗਿਆਨ। ਕਹਿਣਗੇ ਸੁਣ ਸਿੱਧਨ ਕੋ ਮਤਨ ਕੋ, ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦਾ ਮਤ ਸੁਣਿਆ, ਉਹਨਾਂ ਦੇ ਖਿਆਲ, ਉਹਨਾਂ ਦੀ ਬਿਲੀਫ ਸੁਣੀ, ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰ ਸੂਰਜ ਗਿਆਨ, ਗੁਰੂ ਮਹਾਰਾਜ ਗਿਆਨ ਦੇ ਸੂਰਜ ਨੇ। ਤੋ ਮਹਾਰਾਜ ਨੇ ਜਦੋਂ ਉਹਨਾਂ ਦੇ ਬਚਨ ਸੁਣੇ, ਭਨੇ ਬਚਨ ਤਹ ਪਰਤ ਤਬੈ, ਨਿਜ ਮਤ ਕਰਨਾ ਖਾਨ। ਕਹਿੰਦੇ ਭਣੇ ਬਚਨ ਤੇ ਪਰਤ, ਕਹਿੰਦੇ ਉਹਨਾਂ ਨੂੰ ਇਹ ਮਹਾਰਾਜ ਨੇ ਬਚਨ ਉਸ ਵੇਲੇ ਕਹੇ ਆਪਣੇ ਮਤ ਅਨੁਸਾਰ, ਜੋ ਗੁਰਮਤ ਹੈ, ਗੁਰਮਤ ਰਾਹੀਂ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਇਹ ਬਚਨ ਕਹੇ। ਫਿਰ ਸ੍ਰੀ ਮੁਖਵਾਕ ਮਹੱਲਾ ਪਹਿਲਾ। ਕਿਉ ਮਰੈ ਮੰਦਾ ਕਿਉ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ, ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹਿ ਹਿਆਉ, ਧੂਪ ਛਾਵ ਜੇ ਸਮ ਕਰ ਸਹੈ, ਤਾ ਨਾਨਕ ਆਖੈ ਗੁਰ ਕੋ ਕਹੈ, ਛੇ ਅਵਤਾਰੇ ਵਰਤ ਹੈ ਪੂਤ, ਨਾ ਸੰਸਾਰੀ ਨਾ ਔਦੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ, ਨਾਨਕ ਬੋਲੇ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਇਹ ਜਿਹੜੀਆਂ ਲਾਸਟ ਦੋ ਪੰਕਤੀਆਂ ਹਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਉਂਦੀਆਂ।
ਸੋ ਇਹ ਰਿਪੀਟ ਕੀਤੀਆਂ ਹੋਈਆਂ ਹਨ ਪਹਿਲੇ ਵਾਲੀਆਂ। ਸੋ ਇਸ ਕਰਕੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ। ਇਹਦੀ ਪਹਿਲੀ ਲਾਈਨ ਦੀ ਵਿਚਾਰ ਕਰ ਲਈਏ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ। ਕਹਿਣ ਲੱਗੇ ਕਿਉਂ ਮਰੈ ਮੰਦਾ, ਕਹਿਣ ਕਿ ਮੰਦਾ ਹੋ ਕੇ ਕਿਉਂ ਮਰਨਾ ਹੈ, ਕਿਉਂ ਇਸ ਸੰਸਾਰ ਤੋਂ ਹਾਰ ਕੇ ਜਾਣਾ ਹੈ। ਜੀਵੈ ਜੁਗਤ, ਜੀਵਨ ਦਾ ਜਿਹੜਾ ਜੀਵਨ ਜਿਉਣਾ ਹੈ, ਟੂ ਲਿਵ ਵਿਦ ਅ ਜੁਗਤ, ਵਿਦ ਅ ਮੀਨਿੰਗ ਆਫ ਲਾਈਫ। ਇਹਦਾ ਜੁਗਤ ਕੋਈ ਮੈਥਡ ਦੇ ਨਾਲ ਜੁੜਨਾ ਚਾਹੀਦਾ ਜਿਹਦੇ ਕਰਕੇ ਜਨਮ ਸਫਲ ਹੋ ਜਾਵੇ, ਕਿਉਂਕਿ ਯੋਰ ਬ੍ਰੈਥ ਇਜ਼ ਕਾਊਂਟਡ। ਇੰਨੇ ਕੁ ਬ੍ਰੈਥ ਤੁਸੀਂ ਆਪਣੇ ਜੀਵਨ 'ਚ ਲੈਣੇ ਨੇ। ਉਹ ਜੀਵਨ ਦੇ ਬ੍ਰੈਥ ਨੂੰ ਤੁਸੀਂ ਕਿਵੇਂ ਵਰਤਣਾ, ਹਾਊ ਟੂ ਮੈਨੇਜ ਯੋਰ ਲਾਈਫ। ਸੋ ਮਹਾਰਾਜ ਨੇ ਇੱਥੇ ਲਾਈਫ ਮੈਨੇਜਮੈਂਟ ਦੀ ਗੱਲ ਕੀਤੀ ਹੈ, ਹਾਊ ਟੂ ਮੈਨੇਜ ਯੋਰ ਲਾਈਫ ਟਾਈਮ ਸੋ ਦੈਟ ਵਿਦਿਨ ਦ ਕੰਟਰੋਲਡ ਜਿਹੜਾ ਹੈ ਲਾਈਫ, within the specific ਜਿਹੜਾ ਹੈ destined breath you want to achieve God, how to do that। ਸੋ ਇਹ ਸਾਰਾ ਜਿਹੜਾ ਹੈ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਖਾਂਦਿਆਂ ਪੀਂਦਿਆਂ ਹੋਇਆਂ ਫਿਰ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ। ਦੂਜਾ ਜਿਹੜਾ ਕੰਨ ਪੜਾਏ ਕਿਆ ਖਾਜੈ, ਜਿਹੜਾ ਹੈ ਕਿਆ ਖਾਜੈ ਭੁਗਤ। ਸੋ ਇਹ ਸਾਰਾ ਸ਼ਬਦ ਮਹਾਰਾਜ ਨੇ ਬੜੇ ਮਹੱਤਵਪੂਰਨ ਨਾਲ ਦੱਸਿਆ ਹੈ। ਮਹਾਰਾਜ ਨੇ ਦੱਸਿਆ ਕਿ ਦੇਖੋ ਕਰਕੇ ਯੋਗੀ ਲੋਕ ਆਪਣੇ ਬ੍ਰੈਥ ਕੰਟਰੋਲ ਕਰਦੇ ਨੇ ਟੂ ਇਨਕਰੀਜ਼ their life, but they forget one thing। You see, if you control your breath, you have no life during that time. So the time in the world, it passes through, but you stop yourself at one point, and then you go to Dasam Dwar jaake sab kuch khada liya body da. Now you don't feel the world anymore. So the time passes. So ਇੱਕ ਦਿਨ ਫਿਰ ਉੱਠ ਕੇ ਹਾਂ ਓਕੇ ਕਿੰਨੇ ਸਾਲ ਲੰਘ ਗਏ ਜੀ, 100 ਸਾਲ ਲੰਘ ਗਿਆ, ਫਿਰ ਉੱਠ ਕੇ ਬਹਿ ਗਏ, ਫਿਰ ਕਰਨ ਲੱਗੇ। ਸੋ there's no meaning to it, ਕਿਉਂਕਿ ਉਹ ਸਵਾਸਾਂ ਦੀ ਗਿਣਤੀ ਵਿੱਚ ਉਹ ਸਵਾਸਾਂ ਵਿੱਚ ਕੀ ਕੀਤਾ, ਉਸ ਸਵਾਸਾਂ 'ਚ ਕੀ ਪਾਇਆ। ਸੋ ਇਹ ਉਪਦੇਸ਼ ਗੁਰੂ ਨਾਨਕ ਮਹਾਰਾਜ ਨੇ ਦਿੱਤਾ। ਦੋਹਰਾ ਸੁਣ ਕੇ ਸਿਧ ਤੂਸਨ ਭਏ, ਬੋਲੇ ਬਹੁਰ ਨਾ ਕੋਏ। ਮਹਾਰਾਜ ਦੇ ਇਹ ਬਚਨ ਸੁਣ ਕੇ ਨਾ ਉਹ ਸਾਰੇ ਸਿੱਧ ਚੁੱਪ ਕਰਕੇ, ਉਹਨਾਂ ਨੂੰ ਜਵਾਬ ਨਾ ਆਇਆ। ਚਰਚਾ ਮੈਂ ਹਾਰਤ ਨਹੀਂ, ਸਮਝਤ ਭੇ ਮਨ ਸੋਏ। ਉਹਨਾਂ ਨੇ ਮਨ 'ਚ ਸਮਝ ਲਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਰਚਾ 'ਚ ਕੋਈ ਹਰਾ ਨਹੀਂ ਸਕਦਾ। ਨੋਬਡੀ ਕੈਨ ਬੀਟ ਗੁਰੂ ਨਾਨਕ ਇਨ ਐਨੀ ਆਰਗੂਮੈਂਟ। ਸੋ ਉਹਨਾਂ ਨੇ ਇਹ ਜਾਣ ਲਿਆ। ਸੋਰਠਾ ਜੇ ਅਤ ਉੱਤਮ ਨਾਥ, ਮਗਨ ਧਿਆਨ ਮਾਹੇ ਤਬਤ ਰਹੇ। ਕਹਿਣ ਲਗੇ ਜੇ ਉੱਤਮ, ਕਹਿਣ ਲਗੇ ਉੱਥੇ ਇੱਕ ਜਿਹੜਾ ਹਨ ਅਤ ਉੱਤਮ ਯੋਗੀ ਬੈਠਾ ਸੀ, ਉਹ ਚੁੱਪ ਕਰਕੇ ਅੱਖਾਂ ਮੀਚ ਕੇ ਆਪਣੇ ਧਿਆਨ 'ਚ ਬੈਠਾ ਰਿਹਾ। ਮਗਨ ਧਿਆਨ, ਉਹ ਮਗਨ ਸੀ ਆਪਣੇ ਧਿਆਨ ਦੇ ਵਿੱਚ। ਬੋਲੇ ਤਿਨ ਕੇ ਸਾਥ, ਸ੍ਰੀ ਗੁਰ ਮੋਦ ਵਢਾਏ ਕੈ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਨਾ ਉਹ ਪਾਰਟਿਕੂਲਰ ਯੋਗੀ ਜਿਹੜਾ ਸੀਗਾ, ਜਿਹੜਾ ਇਨਐਕਟਿਵ ਸੀ, ਚੁੱਪ ਕਰਕੇ ਬੈਠਾ ਸੀ ਆਪਣੇ ਧਿਆਨ ਵਿੱਚ, ਮਹਾਰਾਜ ਨੇ ਉਹਦੇ ਵੱਲ ਦੇਖ ਕੇ ਇਹ ਬਚਨ ਕੀਤੇ। ਕਬਿਤ ਆਸਨ ਕੋ ਲਾਏ ਬੈਸਿਓ, ਆਸਨਾ ਹਿਰਦੇ ਕੇ ਬੀਚ। ਦੇਖੋ ਗੁਰੂ ਨਾਨਕ ਸਾਹਿਬ ਜੀ ਵੈਨ ਇਨਟੂ ਹਿਸ ਸਮਾਧੀ, ਉਹ ਯੋਗੀ ਦੀ ਸਮਾਧੀ ਦੇ ਅੰਦਰ ਚਲੇ ਗਏ, ਕਿਉਂਕਿ ਉਹ ਧਿਆਨ ਪਰਮੇਸ਼ਰ ਚਲਾਈ ਬੈਠਾ ਸੀ ਤੇ ਪਰਮੇਸ਼ਰ ਗੁਰੂ ਨਾਨਕ ਆਪ ਬੈਠਾ ਇੱਥੇ, ਤੇ ਉਹਨਾਂ ਨੂੰ ਤਾਂ ਪਤਾ ਸੀ ਨਾ ਉਹ ਕੀ ਕਰ ਰਿਹਾ ਹੈ, ਉਹਦੇ ਧਿਆਨ ਵਿੱਚ ਕੀ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਉਹਨੂੰ ਕਿਹਾ ਆਸਨ ਕੋ ਲਾਏ ਬੈਸਿਓ, ਤੂੰ ਬੈਠਾ ਹੈ ਆਪਣਾ ਆਸਨ ਲਾ ਕੇ। ਕਹਿੰਦੇ ਆਸਨਾ ਹਿਰਦੇ ਕੇ ਬੀਚ, ਤੇਰੇ ਮਨ ਦੇ ਵਿੱਚ ਆਸ਼ਾ ਹੀ ਨਹੀਂ ਕੋਈ ਹੈਗੀ, ਤੂੰ ਕਿਹਦੇ ਵਿੱਚ ਧਿਆਨ ਲਾ ਕੇ ਬੈਠਾ ਹੈ। ਜਸਟ ਲਾਈਕ ਸਿਟਿੰਗ ਆਈਡਲ ਵਿਦਆਊਟ ਥਿੰਕਿੰਗ ਐਨੀਥਿੰਗ, ਵਿਦਆਊਟ ਕਨਸੈਂਟਰੇਟਿੰਗ ਔਨ ਐਨੀਥਿੰਗ, ਜਸਟ ਅੱਖਾਂ ਮੀਚ ਕੇ ਬੈਠਾ। ਸੋ ਕਹਿੰਦੇ ਤੂੰ ਬੈਠਾ ਤਾਂ ਹੈ, ਪਰ ਤੇਰਾ ਆਸ਼ਾ ਕੀ ਹੈ, ਤੂੰ ਕਿੱਥੇ ਆਪਣੇ ਕਨਸੈਂਟਰੇਸ਼ਨ ਨੂੰ ਜੋੜਿਆ ਹੈ, ਤੂੰ ਫੋਕਸ ਕਿੱਥੇ ਕਰ ਰਿਹਾ ਹੈ। ਮਹਾਰਾਜ ਨੇ ਇਹ ਸਵਾਲ ਕਰਦੇ, ਮਹਾਰਾਜ ਨੇ ਬਚਨ ਕੀਤੇ। ਐਸੇ ਘੁੱਗੂਨਾਥ ਸੰਗ ਬੋਲੇ ਹੈ ਸੁਨਾਏ ਕੈ। ਇਹ ਘੁੱਗੂਨਾਥ ਸੀਗਾ, ਇਹਦਾ ਨਾਂ ਸੀ ਘੁੱਗੂਨਾਥ। ਘੁੱਗੂਨਾਥ ਨੂੰ ਇਹ ਬਚਨ ਜਦੋਂ ਮਹਾਰਾਜ ਨੇ ਸੁਣਾਏ, ਉਹਨੇ ਸੁਣੇ। ਮੋਨ ਕੈਸੇ ਸਾਦੀ ਕੌਣ ਮਤ ਕੇ ਅਰਾਧੀ ਤੁਮ। ਤੇ ਮਹਾਰਾਜ ਨੇ ਫਿਰ ਹੋਰ ਪੁੱਛਿਆ, ਜਦੋਂ ਅੱਖਾਂ ਖੋਲੀਆਂ ਨਾ ਘੁੱਗੂਨਾਥ ਨੇ, ਤਾਂ ਮਹਾਰਾਜ ਨੇ ਪੁੱਛਿਆ ਮੌਨ ਕੈਸੇ ਸਾਦੀ, ਇਹ ਤੂੰ ਚੁੱਪ ਕਰਕੇ ਕਿਉਂ ਬੈਠਾ ਹੈ। ਮੌਨ ਹੁੰਦਾ ਹੈ ਕੁਆਇਟ, ਜਿਹੜਾ ਹੈ ਚੁੱਪ ਕਰਕੇ ਬਹਿਣਾ। ਕਹਿੰਦੇ ਇਹ ਮੌਨ ਕਿਉਂ ਤੂੰ ਸਾਦੀ ਹੈ, ਕਿਉਂ ਰੱਖੀ ਹੈ। ਕੌਣ ਮਤ ਕੇ ਅਰਾਧੀ ਤੁਮ, ਕਿਹੜੇ ਮਤ ਦੇ ਤੂੰ ਮੰਨਣ ਵਾਲਾ ਹੈ। ਯੂ ਆਰ ਬਿਲੀਵਰ ਆਫ ਵਾਟ ਫੇਥ, ਕਿਹੜੇ ਫੇਥ ਨੂੰ ਤੂੰ ਮੰਨਦਾ। ਹਾਂ ਉੱਤਰ ਨਾ ਕਹਿਓ ਸੁਣਿਓ ਮਨ ਤੇ ਉਠਾਏ ਕੈ। ਕਹਿਣ ਲਗੇ ਉੱਤਰ ਨਾ ਕਹਿਓ, ਕਹਿਣ ਲਗੇ ਘੁੱਗੂਨਾਥ ਨੂੰ ਕਹਿੰਦੇ ਉੱਤਰ ਨਾ ਕਹਿਓ, ਕਹਿਣ ਲਗੇ ਤੂੰ ਉੱਤਰ ਨਾ ਦੇਈਂ, ਕਹਿਣਗੇ ਸੁਣਿਓ ਮਨ ਤੇ ਉਠਾਏ ਕੈ। ਜੇ ਤੂੰ ਜਿਹੜਾ ਉੱਤਰ ਦੇਂਗਾ, ਤੇਰਾ ਇਹ ਮਨ ਬੋਲ ਰਿਹਾ ਹੈ, ਤੂੰ ਮਨ ਤੋਂ ਉੱਤੇ ਕਰਕੇ ਫੇਰ ਤੂੰ ਮੈਨੂੰ ਦੱਸੀ। ਤੂੰ ਮਨ ਦੇ ਉੱਤੇ ਕਰਕੇ ਇੱਕ ਸੰਕਲਪ ਕਰ ਲਾ, ਸਾਨੂੰ ਪਤਾ ਲੱਗ ਜਾਣਾ, ਤੈਨੂੰ ਬੋਲਣ ਦੀ ਲੋੜ ਨਹੀਂਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੈਨੂੰ ਬੋਲਣ ਦੀ ਕੋਈ ਲੋੜ ਨਹੀਂ, ਤੇ ਤੂੰ ਆਪਣੇ ਮਨ ਤੋਂ ਉੱਤੇ ਬੋਲ। ਬਿਕੋਜ਼ ਵਾਟ ਐਵਰ ਦ ਮਾਈਂਡ ਸੇਜ਼, ਉਹ ਮਾਈਂਡ ਜੋ ਕਹਿ ਰਿਹਾ ਨਾ, ਉਹ ਪ੍ਰੀ ਡਿਟਰਮਿਨ ਕੀਤਾ ਹੋਇਆ ਮਾਈਂਡ ਨੇ ਸੋਚ ਲਿਆ ਹੁੰਦਾ। ਸੋ ਜਿਹੜਾ ਬ੍ਰਹਮ ਗਿਆਨ ਹੁੰਦਾ, ਇਹ ਮਾਈਂਡ ਦੀ ਅਵਸਥਾ ਤੋਂ ਉੱਤੇ ਹੁੰਦਾ।
ਸੋ ਮਹਾਰਾਜ ਕਹਿੰਦੇ ਤੂੰ ਆਪਣੇ ਮਨ ਤੋਂ ਉੱਤੇ ਹੋ ਕੇ ਬੋਲ। ਆਛੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ। ਆਛੋ ਲਾਗੇ ਦਰਸ਼ਨ, ਕਹਿੰਦੇ ਗੁਗੂਨਾਥ ਤੈਨੂੰ ਸਾਡੇ ਦਰਸ਼ਨ ਤਾਂ ਚੰਗੇ ਲੱਗਦੇ ਨੇ, ਹਾਂਜੀ ਤੈਨੂੰ ਜਿਹੜੇ ਇਹ ਦਰਸ਼ਨ ਜਿਹੜੇ ਹਨ ਤੈਨੂੰ ਮੈਸਮਰਾਈਜ਼ ਕਰ ਰਹੇ ਨੇ, ਮਰਮ ਨਾ, ਪਰ ਤੂੰ ਅੱਜ ਤੱਕ ਸਾਡੇ ਸਰੂਪ ਨੂੰ ਤੂੰ ਸਮਝ ਨਹੀਂ ਸਕਿਆ, ਤੂੰ ਇਹਨੂੰ ਤੇਰਾ ਹੈ ਤੂੰ ਅੰਡਰਸਟੈਂਡ ਨਹੀਂ ਕਰ ਸਕਿਆ, ਤੂੰ ਭੇਦ ਨਹੀਂ ਪਾ ਸਕਿਆ ਇਹ ਰੂਪ ਦਾ। ਬੋਲੇ ਬਿਨ ਕੈਸੇ ਜਾਣੇ ਕਹੇ ਬੁਝਾਏ ਕੈ। ਕਹਿਣਗੇ ਬਿਨ ਜਿਹੜਾ ਬੋਲੇ ਬਿਨ ਕੈਸੇ ਜਾਣੇ, ਕਹਿਣਗੇ ਬਿਨ ਬੋਲੇ ਬੋਲਿਆਂ ਤੋਂ ਬਗੈਰ ਕਹੀਏ ਬੁਝਾਏ ਕੈ, ਕਹਿਣਗੇ ਕਹੀਏ, ਕਹਿੰਦੇ ਬਿਨਾ ਬੋਲੇ ਤੋਂ ਤੂੰ ਮੈਨੂੰ ਦੱਸ ਦੇ ਇਹ ਗੱਲ, ਆਪਣੇ ਮਨ ਹੀ ਮਨ ਦੇ ਵਿੱਚ ਦੱਸ ਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ। ਬੋਲਿਓ ਗੁਰੂ ਨਾਨਕ ਸੋ ਬਚਨ ਬਿਲਾਸ ਨੀਕੇ। ਕਹਿਣਗੇ ਬੋਲਿਓ ਇਹ ਬਚਨ ਸੁਣ ਕੇ ਉਹ ਗੁਗੂਨਾਥ ਜਿਹੜਾ ਹੈ ਉਹ ਰਿਹਾ ਨਹੀਂ ਗਿਆ, ਉਹ ਬੋਲੇ ਪਿਆ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਬਚਨ ਬਿਲਾਸ, ਬੜੀ ਖੁਸ਼ੀ ਦੇ ਬਚਨ ਕਹੇ ਗੁਗੂਨਾਥ ਨੇ। ਜਾਨ ਅਵਤਾਰ ਰੇ ਦੇ ਬਹੁ ਹਰ ਖਾਏ ਕੈ। ਜਾਨ ਅਵਤਾਰ, ਕਹਿਣ ਲੱਗਾ ਜਾਣ ਲਿਆ ਮੈਂ ਅਵਤਾਰ ਹੈ, ਤੂੰ ਅਵਤਾਰ ਹੈ, ਉਹਨੇ ਜਾਣ ਲਿਆ, ਕਹਿੰਦਾ ਤੂੰ ਤਾਂ ਪਰਮਾਤਮਾ ਆਪ ਹੈ। ਕਬਿਤ ਸਿੱਧਨਾਥ ਜਤੀ ਕਉ ਨਾਮ ਨਾ ਧਰਾਵੋ ਜਗ। ਗੁਰੂ ਨਾਨਕ ਤੈਨੂੰ ਮੈਂ ਰੈਸਪੈਕਟ ਕਿਉਂ ਕਰਦਾ, ਗੁਗੂਨਾਥ ਕਹਿੰਦਾ ਤੂੰ ਹੋਰਾਂ ਤੋਂ ਸਪਰੇਟ, ਤੂੰ ਹੋਰਾਂ ਤੋਂ ਵੱਖਰਾ ਕਿਉਂ ਹੈ? ਕਹਿੰਦਾ ਸਿੱਧਨਾਥ ਜਤੀ ਕੋ ਨਾਮ ਨਾ ਧਰਾਇਓ ਜਗ। ਦੇਖੋ ਗੋਰਖਨਾਥ ਜਤੀਆਂ ਵਿੱਚ ਆ ਗਿਆ, ਨੌ ਨਾਥਾਂ ਵਿੱਚ ਆ ਗਿਆ, ਪਰ ਕਹਿੰਦੇ ਗੁਰੂ ਨਾਨਕ ਤੂੰ ਤਾਂ ਕਿਸੇ ਕੈਟੇਗਰੀ 'ਚ ਆਪਣਾ ਨਾਂ ਨਹੀਂ ਲਿਖਾਇਆ, ਤੂੰ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ, ਤੂੰ ਆਪਣੀ ਵਡਿਆਈ ਕਰਾਉਣ ਵਾਸਤੇ ਯੂ ਡਿਡਨਟ ਹੋਲਡ ਐਨੀ ਟਾਈਟਲ, ਤੂੰ ਆਪਣਾ ਟਾਈਟਲ ਵੀ ਕੋਈ ਨਹੀਂ ਲਿਆ, ਤੂੰ ਆਪਣਾ ਜਿਹੜਾ ਹੈ ਦੁਨੀਆ ਨੂੰ, ਤੂੰ ਆਪਣੇ ਐਗਜ਼ਿਸਟੈਂਸ ਨੂੰ ਜਿਹੜਾ ਹੈ ਹੁੰਦਾ ਨਾ ਪ੍ਰੀ ਡੋਮੀਨੈਂਟ ਨਹੀਂ ਤੂੰ ਕੀਤਾ, ਤੂੰ ਸੰਸਾਰ ਨੂੰ ਫੋਰਸ ਨਹੀਂ ਕੀਤਾ ਕਿ ਤੈਨੂੰ ਮੰਨੇ ਕਿ ਮਹਾਰਾਜ ਤੂੰ ਐਸਾ ਹੈ। ਕਹਿੰਦਾ ਨਾਮ ਨਾ ਧਰਾਵੋ ਜਗ, ਆਪਣਾ ਨਾਮ ਵੀ ਤੂੰ ਜਗ ਵਿੱਚ ਨਹੀਂ ਰੱਖਿਆ ਹੁਣ ਤੱਕ। ਉੱਚੋ ਨੀਚੋ ਪਦ ਤਜ ਸਿੰਘੀ ਨਾ ਬਜਾਏ ਹੋ। ਜਗ੍ਹਾ ਉੱਚੋ ਨੀਚੇ ਪਦ ਤਜ, ਕਹਿਣਗੇ ਉੱਚੇ ਤੇ ਨੀਵੇਂ ਟਾਈਟਲਸ ਜਿਹੜੇ ਨੇ, ਪੋਜੀਸ਼ਨਸ ਨੇ ਦੁਨੀਆ ਦੇ, ਇਹ ਵੀ ਤੂੰ ਛੱਡ ਦਿੱਤੇ, ਇਹਦੇ ਵਿੱਚ ਵੀ ਤੂੰ ਨਹੀਂ ਹੈਗਾ। ਸਿੰਘੀ ਵੀ ਤੂੰ ਨਹੀਂ ਵਜਾਉਂਦਾ। ਸਿੰਘੀ ਹੁੰਦੀ ਆ ਜਿਹੜੀ ਕਿ ਇੱਕ ਜਿਹੜਾ ਹੈ ਆਪਾਂ ਟਰੰਪਟ ਵਰਗਾ ਕਹਿ ਲਈਏ, ਜਾਂ ਉਹ ਜਿਹੜਾ ਹੈ ਸ਼ੰਖ ਦਾ ਬਣਾਇਆ ਹੋਇਆ। ਕਹਿੰਦੇ ਜਦੋਂ ਇਹ ਸਿੰਘੀ ਵਜਾਈਦੀ ਹੈ, ਇਹਨੂੰ ਜਿਹੜਾ ਹੈ ਕਿਉਂ ਵਜਾਉਂਦੇ ਲੋਕ ਸਿੰਘੀ? ਉਹ ਆਪਣਾ ਜਿਹੜਾ ਹੈ ਰਾਜ ਜਾਂ ਆਪਣੀ ਜਿਹੜੇ ਐਗਜ਼ਿਸਟੈਂਸ ਦਾ ਪ੍ਰੀਡੋਮੀਨੈਂਟ ਕਰਦੇ ਨੇ ਦੁਨੀਆ ਤੇ। ਮਹਾਰਾਜ ਤੁਸੀਂ ਤਾਂ ਐਸਾ ਕੀਤਾ ਕੋਈ ਨਹੀਂ ਹੈਗਾ। ਡਿੰਬ ਨਾ ਦਿਖਾਵੋ ਨਾ ਮਾਨ ਕੋ ਵਧਾਵੋ। ਦੇਖੋ ਨਾ ਤੁਸੀਂ ਕੋਈ ਪਖੰਡ ਦਿਖਾਉਂਦੇ ਹੋ, ਤੁਸੀਂ ਆਮ ਇਨਸਾਨ ਵਾਂਗੂ ਤੁਰੇ ਫਿਰਦੇ ਹੋ, ਤੁਸੀਂ ਕਿਸੇ ਨੂੰ ਆਪਣਾ ਭੇਦ ਨਹੀਂ ਦੱਸਦੇ, ਨਾ ਮਾਨ ਕੋ ਵਧਾਓ, ਨਾ ਤੁਹਾਡੇ ਵਿੱਚ ਹੰਕਾਰ ਹੈ, ਨਾ ਤੁਸੀਂ ਹੰਕਾਰ ਮਾਨ ਕਰਦੇ ਹੋ। ਦੁੱਖ ਸੁੱਖ ਕੋ ਮਿਟਾਓ ਦ્વੈਤ ਮੰਨ ਕੇ ਭੁਲਾਏ ਹੋ। ਦੁੱਖ ਤੇ ਸੁੱਖ ਤੁਸੀਂ ਮਿਟਾਉਣ ਵਾਲੇ ਹੋ, ਸਾਰੇ ਦੁੱਖ ਸੁੱਖ ਦੁਨੀਆ ਦੇ ਕੁਆਇਟਲੀ ਤੁਸੀਂ ਮਿਟਾ ਦਿੰਦੇ ਹੋ। ਤੁਸੀਂ ਦੱਸਦੇ ਵੀ ਨਹੀਂ ਲੋਕਾਂ ਨੂੰ ਕਿਹੜਾ ਦੁੱਖ ਤੁਸੀਂ ਦੁਨੀਆ ਦਾ ਮਿਟਾ ਰਹੇ ਹੋ ਤੇ ਸੁੱਖ ਕਿਹੜਾ ਤੁਸੀਂ ਦੇ ਰਹੇ ਹੋ, ਤੁਸੀਂ ਨਹੀਂ ਦੱਸਦੇ। ਦ્વੈਤ ਜਿਹੜੀ ਡਾਊਟ ਹੈ ਮਨ ਦੀ, ਇਹ ਤੁਸੀਂ ਭੁਲਾ ਦਿੰਦੇ ਹੋ। ਉਸਤਤ ਨਿੰਦਾ ਤਜ ਹੋਏ ਕੇ ਅਚਿੰਤ ਨਿਤ। ਉਸਤਤ ਤੇ ਨਿੰਦਿਆ ਨੂੰ ਤੁਸੀਂ ਛੱਡ ਕਰਕੇ ਹੋਏ ਰਹਿੰਦੇ ਹੋ, ਹਮੇਸ਼ਾ ਇਹ ਅਵਸਥਾ 'ਚ ਰਹਿੰਦੇ ਜਿੱਥੇ ਕੋਈ ਫਿਕਰ ਨਹੀਂ ਹੁੰਦਾ। ਮਹਾਰਾਜ ਹਮੇਸ਼ਾ ਤੁਸੀਂ ਜਿਹੜਾ ਇਮੋਸ਼ਨਲ ਅਵਸਥਾ ਤੋਂ ਪਰੇ ਰਹਿੰਦੇ ਹੋ। ਮਹਾਰਾਜ ਤੁਸੀਂ ਹਮੇਸ਼ਾ ਹੀ ਖੁਸ਼ ਰਹਿੰਦੇ ਹੋ। ਗੁਰੂ ਨਾ ਕਹਾਏ ਕਹਿਣਾ ਚੇਲਾ ਪਾਏ ਲਾਏ ਹੋ। ਦੇਖੋ ਨਾ ਤੁਸੀਂ ਆਪਣਾ ਗੁਰੂ ਅਖਾ ਕੇ ਲੋਕਾਂ ਨੂੰ ਫੋਰਸ ਕਰਦੇ ਹੋ, ਉਹਨਾਂ ਨੂੰ ਚੇਲੇ ਬਣਾਉਣ ਵਿੱਚ, ਜਿਵੇਂ ਗੋਰਖਨਾਥ ਕਰਦਾ ਸੀ। ਏਕ ਓੰਕਾਰ ਖੇਲ ਸਿਵ ਸਕਤੀ ਨਾ ਮੇਲ ਕੋ। ਦੇਖੋ ਏਕ ਓੰਕਾਰ ਦਾ ਖੇਲ ਹੈ ਪਰਮਾਤਮਾ, ਏਕ ਓੰਕਾਰ ਜੋ ਪਰਮਾਤਮਾ ਦਾ, ਜਿਵੇਂ ਪਰਮਾਤਮਾ ਇੱਕ ਦੁਨੀਆ ਨੂੰ ਚਲਾਉਂਦਾ ਹੈ ਨਾ, ਤੁਸੀਂ ਉਵੇਂ ਵਿਚਰ ਰਹੇ ਹੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਿਵ ਸ਼ਕਤੀ ਨਾ ਮੇਲ ਕੋ। ਸ਼ਿਵ ਤੇ ਸ਼ਕਤੀ ਇਹ ਦੋ ਚੀਜ਼ਾਂ ਹੁੰਦੀਆਂ ਨੇ। ਸ਼ਿਵ ਹੁੰਦਾ ਈਸ਼ਵਰ, ਸ਼ਕਤੀ ਹੁੰਦੀ ਆ ਮਾਇਆ। ਸੋ ਇਹ ਸਾਰੀ ਦੁਨੀਆ ਚੱਲਦੀ ਹੈ ਇਹ ਦੋ ਚੀਜ਼ਾਂ ਤੋਂ, ਸ਼ਿਵ ਹੈ ਤੇ ਸ਼ਕਤੀ ਹੈ। ਤੇ ਸ਼ਿਵ ਹੈ ਉਹ ਪਰਮਾਤਮਾ ਜੋ ਈਸ਼ਵਰ ਬਣਦਾ ਹੈ। ਉਹ ਈਸ਼ਵਰ ਕਿਵੇਂ ਬਣਦਾ? ਜਦੋਂ ਦੁਨੀਆ ਦੇ ਪਦਾਰਥ ਬਣਦੇ ਨੇ ਉਹ ਮਾਲਕ ਬਣਦਾ ਹੈ, ਉਹ ਈਸ਼ਵਰ ਹੈ। ਸੋ ਈਸ਼ਵਰ ਤੇ ਉਹ ਮਾਇਆ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਕਹਿ ਲੋ ਇਹ ਸਾਰਾ ਹੀ ਸੰਸਾਰ ਪਾਤਸ਼ਾਹ ਜੀਓ ਇਹ ਸ਼ਿਵ ਤੇ ਸ਼ਕਤੀ ਵਿੱਚ ਚੱਲਣ ਵਾਲਾ ਹੈ। ਨਾ ਮੇਲ ਕੋਈ ਤੁਹਾਡੇ ਨਾਲ ਕੋਈ ਮੇਲ ਹੀ ਨਹੀਂ, ਨਾ ਤੁਸੀਂ ਜਿਹੜਾ ਈਸ਼ਵਰ ਵਿੱਚ ਫਸਦੇ ਹੋ, ਨਾ ਤੁਸੀਂ ਇਹ ਮਾਇਆ ਵਿੱਚ ਫਸਦੇ ਹੋ। ਬੋਲ ਹੋ ਵਿਸਾਰ ਕਰ ਕਛੂ ਨਾ ਅਲਾਏ ਹੋ। ਬੋਲ ਹੋ ਵਿਸਾਰ ਕਰ, ਕਹਿਣਗੇ ਬੋਲ ਕੇ ਬਿਨਾ ਬੋਲੀਆਂ ਮਹਾਰਾਜ ਤੁਸੀਂ ਸਭ ਕੁਝ ਕਹਿ ਜਾਂਦੇ ਹੋ, ਸਾਰੇ ਕਾਰਜ ਤੁਸੀਂ ਕਰਨ ਯੋਗ ਹੋ।
ਇਹ ਤੁਸੀਂ ਜਿਹੜਾ ਹੈ ਜੇ ਕਿਸੇ ਨੂੰ ਮੈਸੇਜ ਦੇਣੀ, ਇਹ ਨਹੀਂ ਵੀ ਤੁਸੀਂ ਬੋਲ ਕੇ ਹੀ ਦੇਣੀ ਆ, ਬਿਨਾਂ ਬੋਲਿਆਂ ਵੀ ਤੁਸੀਂ ਦੇ ਸਕਦੇ ਹੋ। ਕਬਿਤ ਉੱਠੇ ਤਬ ਧਾਏ ਕਰ ਚਰਨ ਲਗਾਏ ਮਿਲੇ। ਜੋ ਹੋਇਆ ਕੀ ਹੋਇਆ ਜੇ ਘੁੱਗੂ ਨਾਥ ਜਿਹੜਾ ਹੈ ਇਹ ਜਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਨਾ, ਉਹ ਉੱਠ ਕੇ ਭੱਜ ਕੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ ਉਸਨੇ। ਹਿਰਦੇ ਹਰ ਖਾਏ ਦੋ ਬਹੁਤ ਸੁਖ ਪਾਏ ਕੈ। ਹਿਰਦੇ ਹਰ ਕਾਏ ਗੁਰੂ ਨਾਨਕ ਮਹਾਰਾਜ ਵੀ ਬੜੇ ਪ੍ਰਸੰਨ ਹੋਏ, ਘੁੱਗੂ ਨਾਥ ਵੀ ਬੜਾ ਪ੍ਰਸੰਨ ਹੋਇਆ। ਵੈਸੇ ਪੁਨ ਨਾਨਕ ਜੀ ਨਾਗਰ ਉਜਾਗਰ ਜੋ। ਜੈ ਵੈਸੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ, ਜੋ ਨਾਗਰ ਉਜਾਗਰ ਜੋ ਕਹਿਣ ਲੱਗੇ, ਜੋ ਨਾਗਰ ਹਨ ਸਾਰਿਆਂ ਦੇ ਵਿੱਚ ਵਸਣ ਵਾਲੇ ਉਹ ਸਰੂਪ ਗੁਰੂ ਪਰਮੇਸ਼ਰ ਦਾ ਆਪ ਨੇ। ਉਜਾਗਰ ਗਿਆਨ ਨੂੰ ਉਜਾਗਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਬੋਲੇ ਚੰਬਾ ਨਾਥ ਸੰਗ ਮੁਖ ਮੁਸਕਾਏ ਕੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਚੰਬਾ ਨਾਥ ਨਾਲ ਬੋਲੇ ਕਿ ਚੰਬਾ ਨਾਥ ਉੱਤੇ ਬੈਠਾ ਸੀ ਜੋਗੀ। ਮਹਾਰਾਜ ਚੰਬਾ ਨਾਥ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਹੱਸਦੇ ਹੋਏ ਕਹਿਣ ਲੱਗੇ, ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ। ਮਹਾਰਾਜ ਕਹਿਣ ਲੱਗੇ ਚੰਬਾ ਨਾਥ ਨੂੰ, ਚੰਬਾ ਨਾਥ ਤੇਰੀ ਸਪਿਰਿਚੁਅਲ ਅਵਸਥਾ ਕਿਹੜੇ ਘਰ ਚ ਤੂੰ ਰਿਹਾ ਕਰਦਾ ਹਾਂ, ਕਿਹੜੇ ਘਰ ਚ ਵੜਿਆ ਰਹਿਣਾ ਹਾਂ। ਕੌਣ ਮਤਾ ਤੁਮ ਕਹੋ, ਤੇਰੀ ਮਤ ਕੀ ਹੈ, ਤੇਰੀ ਸਮਝ ਕੀ ਹੈ, ਤੂੰ ਅੱਜ ਤੱਕ ਕੀ ਸਮਝਿਆ ਜੋਗ ਮਤ ਤੋਂ। ਨਿਜ ਤੁਸਨ ਮਿਟਾਏ ਭੇਦ ਦੀਜੀਏ ਜਨਾਏ ਕੈ। ਕਹਿਣ ਲੱਗੇ ਹੇ ਜਿਹੜਾ ਚੰਬਾ ਨਾਥ, ਤੂੰ ਆਪਣੀ ਚੁੱਪ ਮਿਟਾ ਕੇ ਬੋਲ ਕੇ ਦੱਸ, ਤੈਨੂੰ ਜਿਹੜਾ ਹੈ ਤੂੰ ਬੋਲ ਕੇ ਸਾਨੂੰ ਦੱਸ ਕੀ ਗੱਲਬਾਤ ਹੈ ਸਾਰੀ। ਇਹ ਦੋ ਕੁਐਸਚਨ ਦੇ ਆਨਸਰ ਦੇ। ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ। ਕਹਿਣ ਲੱਗੇ ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ। ਮਹਾਰਾਜ ਕਹਿੰਦੇ ਸਾਰੇ ਸਿੱਧ ਬੋਲ ਰਹੇ ਨੇ, ਤੂੰ ਚੁੱਪ ਕਰਕੇ ਕਿਉਂ ਬੈਠਾ ਚੰਬਾ ਨਾਥ, ਤੂੰ ਵੀ ਕੁਝ ਬੋਲ। ਮਨ ਮਰਮ ਨਾ ਜਾਣਿਓ ਜਾਏ ਭਾਖਿਓ ਹੈ ਸੁਨਾਏ ਕੈ। ਕਹਿਣਗੇ ਮਨ ਦਾ ਮਰਮ, ਮਨ ਦਾ ਭੇਦ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੋਲ ਕੇ ਦੱਸੇ। ਦੇਖੋ ਹੁਣ ਡਿਫਰੈਂਟ ਅਵਸਥਾ ਹੈ ਨਾ। ਘੁੱਗੂ ਨਾਥ ਨੂੰ ਬਿਨਾਂ ਬੋਲਿਆਂ ਹੀ ਸਭ ਕੁਝ ਜਾਣ ਲਿਆ, ਤੇ ਇਹਨੂੰ ਕਹਿੰਦੇ ਆ ਤੂੰ ਬੋਲ ਕੇ ਦੱਸ। ਦੇਖੋ ਇਹ ਦੋ ਅਵਸਥਾ ਨੇ। ਸੋ ਇੱਕ ਉੱਤਮ ਅਵਸਥਾ ਹੁੰਦੀ ਹੈ ਜਗਿਆਸੂ ਦੀ, ਇੱਕ ਮੱਧਮ ਹੁੰਦੀ ਹੈ, ਇੱਕ ਕਨਿਸ਼ਟ ਹੁੰਦੀ ਹੈ। ਗੁਰੂ ਮਹਾਰਾਜ ਕਿਵੇਂ ਆਪਣੇ ਨਾਲ ਕਮਿਊਨੀਕੇਟ ਕਰਦੇ ਹਨ, ਆਪਣੀ ਅਵਸਥਾ ਨੂੰ ਦੇਖ ਕੇ ਆਪਣੇ ਨਾਲ ਕਮਿਊਨੀਕੇਸ਼ਨ ਕਰਦੇ ਹਨ। ਸੋ ਇਸ ਤਰ੍ਹਾਂ ਕਰਕੇ ਕਬਿਤ ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜੋ। ਹਾਂ ਕਹਿਣ ਲੱਗੇ ਹੁਣ ਚੰਬਾ ਨਾਥ ਬੋਲਿਆ, ਕਹਿੰਦਾ ਬੋਲੇ ਬੋਲ ਹਾਰ। ਕਹਿਣ ਲੱਗੇ ਜਿਹੜਾ ਬੋਲਣ ਵਾਲਾ ਉਹ ਤਾਂ ਜਿਹੜਾ ਹੈ ਬੋਲ ਕੇ ਹੀ ਦੱਸਦਾ ਹੈ, ਉਹ ਬੋਲਣ ਵਾਲਾ ਹੈ। ਕਹਿਣ ਲੱਗੇ ਜਿਹੜਾ ਬੋਲਦਾ ਹੈ ਉਹ ਬੋਲਣ ਵਾਲਾ ਹੈ। ਹੁਣ ਦੇਖੋ ਇੱਥੇ ਭੇਦ ਹੈ। ਉਹਨੇ ਇਹ ਦੱਸਿਆ ਕਿ ਬੋਲੇ ਬੋਲ ਹਾਰ, ਕਹਿੰਦੇ ਬੋਲਦਾ ਉਹ ਹੈ ਪਰਮਾਤਮਾ, ਪਰ ਬੋਲਣਾ ਆਪਾਂ ਨੂੰ ਲੱਗਦਾ ਵੀ ਮੈਂ ਬੋਲ ਰਿਹਾ ਹਾਂ। ਕੋ ਤੋਲੇ ਤੋਲ ਹਾਰ ਜੋ। ਕੋਈ ਤੋਲਦਾ ਕੋਈ ਤੋਲਣ ਹਾਰਾ ਹੈ। ਕਿਸੇ ਜਿਹੜਾ ਹੈ ਕੋਈ ਤੋਲ ਬਣਦਾ ਹੈ, ਕੋਈ ਤੋਲਣ ਹਾਰਾ ਬਣਦਾ ਹੈ, ਕੋਈ ਵੇਟ ਬਣਦਾ ਹੈ, ਕੋਈ ਉਸ ਨੂੰ ਵੇਖ ਕਰਨ ਵਾਲਾ ਬਣਦਾ ਹੈ। ਖੇਲੇ ਖੇਲ ਹਾਰ ਨਹੀਂ ਹਮੇ ਕਛ ਕਾਜ ਹੈ। ਕਹਿਣ ਲੱਗੇ ਕੋਈ ਖੇਡਦਾ ਹੈ ਕੋਈ ਖਿਡਾਉਂਦਾ ਹੈ। ਚੰਬਾ ਨਾਥ ਕਹਿੰਦਾ ਮੇਰਾ ਕੋਈ ਸਰਬੰਧ ਨਹੀਂ ਇਹਨਾਂ ਨਾਲ, ਮੈਂ ਨਹੀਂ ਇਹ ਪੰਗੀਆਂ 'ਚ ਫਸਦਾ, ਨਾ ਮੈਂ ਖੇਡਣ ਵਾਲਾ ਨਾ ਮੈਂ ਖਿਡਾਉਣ ਵਾਲਾ, ਮੈਂ ਆਪਣੀ ਮਸਤੀ ਵਿੱਚ ਬਹਿੰਦਾ ਹਾਂ। ਨਾ ਮੈਂ ਬੋਲਣ ਵਾਲਿਆਂ 'ਚ ਨਾ ਮੈਂ ਬੁਲਾਉਣ ਵਾਲਿਆਂ ਵਿੱਚ ਹਾਂ, ਮੈਂ ਉਹ ਅਵਸਥਾ ਵਿੱਚ ਰਹਿੰਦਾ ਹਾਂ ਮਹਾਰਾਜ। ਨਾ ਮੈਂ ਤੋਲਿਆ ਜਾਂਦਾ, ਮੈਂ ਨਾ ਕਿਸੇ ਨੂੰ ਤੋਲਦਾ ਹਾਂ, ਨਾ ਮੈਂ ਕਿਸੇ ਨੂੰ ਜਿਹੜਾ ਪਰਖਦਾ ਹਾਂ, ਨਾ ਮੈਂ ਕਿਸੇ ਨੂੰ ਐਨਾਲਾਈਜ਼ ਕਰਦਾ ਹਾਂ ਵੀ ਇਹ ਚੰਗਾ ਹੈ ਮਾੜਾ। ਮਹਾਰਾਜ ਇਹ ਮੇਰਾ ਕੰਮ ਕੋਈ ਨਹੀਂ ਹੈਗਾ। ਚੰਬਾ ਨਾਥ ਕਹਿੰਦਾ ਮੈਂ ਆਪਣੇ ਆਨੰਦ ਵਿੱਚ ਹਾਂ। ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਦੇਖੋ ਕਹਿੰਦੇ ਹਨ ਕਿੱਥੇ ਚਲ ਗਿਆ, ਹਾਂ ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਹਾਂ ਗਾਉਣ ਵਾਲਾ ਗਾਉਂਦਾ ਹੈ, ਅਟਕਾਵੇ ਅਟਕਾਵਣ ਹਾਰ। ਅਟਕਾਉਂਦਾ ਹੈ, ਆਬਸਟ੍ਰਕਸ਼ਨ ਪਾਉਂਦਾ ਹੈ, ਜੋ ਰੋਕਣ ਵਾਲਾ ਹੁੰਦਾ ਹੈ। ਮਹਾਰਾਜ ਫਿਰ ਜਾਵੇ ਜਾਨ ਹਾਰ ਪੁਨ ਭਾਜ ਹਾਰ ਭਾਜ ਹੈ। ਕਹਿਣਗੇ ਜਾਵੇ ਜਾਂਦਾ ਹੈ ਜਾਣ ਵਾਲਾ, ਤੇ ਭੱਜਣ ਵਾਲਾ ਭੱਜਦਾ ਹੈ। ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕੋ। ਦੇਖੋ ਰਾਵਣ ਨਾ ਰਾਮ, ਮੈਂ ਨਾ ਰਾਵਣ ਵਾਲਾ ਨਾ ਮੈਂ ਰਾਮ ਵਾਲਾ ਹਾਂ। ਮੈਨੂੰ ਪਤਾ ਦੋਵਾਂ ਵਿੱਚ ਪਰਮੇਸ਼ਰ ਹੈ, ਦੇਵਾਂ ਵਿੱਚ ਦੇਵਤਿਆਂ ਵਿੱਚ ਨਾ ਦੈਂਤਾਂ ਵਿੱਚ। ਕਹਿੰਦਾ ਦੋਵਾਂ ਦੇ ਨਾਮ ਵੱਖਰੇ ਹੋ ਸਕਦੇ ਪਰ ਹੈ ਤਾਂ ਇੱਕੋ ਹੀ ਪਰਮਾਤਮਾ। ਏਕ ਹੀ ਕੋ ਖੇਲ ਸਭ ਏਕ ਹੀ ਬਿਰਾਜ ਹੈ। ਦੇਖੋ ਇੱਕ ਦਾ ਹੀ ਖੇਡ ਆ ਪਰਮਾਤਮਾ ਦਾ ਸਾਰਾ, ਉਹੀ ਖਿਡਾ ਰਿਹਾ ਉਹੀ ਖੇਡ ਰਿਹਾ, ਦੋਵੇਂ ਪਾਸੇ ਉਹ ਪਰਮਾਤਮਾ ਆਪ ਹੈ। ਉਹੀ ਪਲੇ ਆ, ਉਹੀ ਖਿਡਾਉਂਦਾ ਹੈ, ਉਹੀ ਖੇਡਦਾ ਹੈ। ਸੋ ਕਹਿੰਦੇ ਇਸ ਕਰਕੇ ਜਿਹੜਾ ਚੰਬਾ ਨਾਥ ਕਹਿੰਦਾ ਮੈਂ ਤਾਂ ਆਪਣੇ ਰੰਗ ਵਿੱਚ ਹਾਂ ਮਹਾਰਾਜ, ਕਿਉਂਕਿ ਮੈਨੂੰ ਪਤਾ ਹੈ ਇਹ ਸਾਰੀ ਖੇਡ ਹੈ ਮਾਇਆ ਦੀ। ਦਿਸੈ ਜੋ ਪਸਾਰਾ ਸਭ ਏਕ ਨੇ ਬਿਥਾਰਾ। ਕਹਿਣ ਲੱਗੇ ਦਿਸੈ ਹੈ ਜੋ ਦਿਸਦਾ ਪਸਾਰਾ, ਇਹ ਦੁਨੀਆ ਦੇ ਜਿਹੜੀ ਦਿਸਦੀ ਹੈ ਬਣੀ ਹੋਈ, ਇਹ ਸਾਰਾ ਇੱਕ ਦਾ ਹੀ ਬਣਾਇਆ ਹੋਇਆ ਹੈ। ਓਨਲੀ ਵਨ ਗॉड ਕ੍ਰੀਏਟ ਐਵਰੀਥਿੰਗ। ਇਹ ਸਭ ਕੁਝ ਉਹਦਾ ਹੀ ਬਣਾਇਆ ਹੋਇਆ ਹੈ। ਹਮ ਹਿਰਦੇ ਯੋ ਵਿਚਾਰਾ ਜਾਤੇ ਪਾਇਓ ਸੁਖ ਰਾਜ ਹੈ। ਇਸ ਕਰਕੇ ਮੈਂ ਆਪਣੇ ਹਿਰਦੇ ਵਿੱਚ ਇਹ ਗਿਆਨ ਦਾ ਵਿਚਾਰ ਕਰਕੇ ਇੱਥੇ ਮੈਂ ਸੁਖ ਰਾਜ, ਮੈਂ ਆਪਣੇ ਸੁਖ ਦੇ ਉੱਤੇ ਇਹ ਸੁਖ ਦਾ ਰਾਜ ਮੈਂ ਪਾਇਆ ਹੋਇਆ ਆਪਣੇ ਮਨ ਦੇ ਉੱਤੇ। ਕਬਿਤ ਮਿਲੇ ਹਰ ਖਾਏ ਸੁਖ ਪਾਏ ਸੀਸ ਨਾਏ ਕਰ। ਕਹਿਣ ਲੱਗੇ ਮਿਲੇ
ਚੰਪਾਨਾਥ ਜਿਹੜਾ ਹੈ ਭੱਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਆਪਣਾ ਸੀਸ ਮਹਾਰਾਜ ਦੇ ਚਰਨੀ ਰੱਖਿਆ। ਭ੍ਰਮ ਕੋ ਮਿਟਾਏ ਇਤੇ ਭਏ ਅਹਲਾਦ ਸੋ। ਕਹਿਣਗੇ ਭਰਮ ਨੂੰ ਮਿਟਾ ਕੇ ਇਹ ਚੰਪਾਨਾਥ ਜਿਹੜਾ ਸੀਗਾ ਇੱਥੇ ਪਏ ਅਹਲਾਦ ਮਹਾਰਾਜ ਦਾ ਪਿਆਰਾ ਹੋਇਆ। ਮਹਾਰਾਜ ਨੂੰ ਬੜਾ ਉਹਨੇ ਪਿਆਰ ਕੀਤਾ। ਗੋਪੀ ਚੰਦ ਘੁੱਗੂਨਾਥ ਚੰਬਾਨਾਥ ਮੰਗਲ ਤੇ। ਦੇਖੋ ਹੁਣ 4 ਯੋਗੀ ਜਿਹੜੇ ਨੇ 5 ਨੇ ਭਰਤਰੀ ਨੂੰ ਪਾ ਕੇ ਵਿੱਚ, ਕਹਿੰਦੇ ਗੋਪੀ ਚੰਦ, ਘੁੱਗੂਨਾਥ, ਚੰਬਾਨਾਥ, ਮੰਗਲਨਾਥ ਤੇ ਭਰਤਰੀ। ਹਿਰਦੇ ਮੈਂ ਆਨੰਦ ਭਏ ਭਰਥਰੀ ਆਦ ਸੋ। ਇਹ 5 ਸੀ ਯੋਗੀ ਜੋ ਬਿਲਕੁਲ ਮਹਾਰਾਜ ਨੂੰ ਜਾਣਨ ਵਾਲੇ ਸਨ, ਜੋ ਪਰਮੇਸ਼ਰ ਕਰਕੇ ਜਾਣਦੇ ਸਨ, ਜੋ ਜਾਣਦੇ ਸਨ ਵੀ ਪਰਮਾਤਮਾ ਆਪ ਗੁਰੂ ਨਾਨਕ ਹੈ। ਹੱਥ ਬੰਦ ਕਹੈ ਤੁਮ ਈਸਰ ਮੁਕੰਦ ਹੋ ਜੀ। ਸਾਰੇ 5 ਨੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਕਿਹਾ, ਹੇ ਗੁਰੂ ਨਾਨਕ, ਤੁਮ ਈਸ਼ਵਰ ਹੋ, ਤੂੰ ਦੁਨੀਆ ਦਾ ਮਾਲਕ ਹੈ, ਤੂੰ ਮੁਕਤੀ ਦਾ ਦਾਤਾ ਹੈ। ਧਰਾ ਹੈ ਨਿਰੰਜਨ ਸਰੂਪ ਪਰਮਾਦ ਸੋ। ਮਹਾਰਾਜ ਇਹੀ ਤੁਸੀਂ ਨਿਰੰਜਨ ਆਪ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਰੂਪ ਤੁਸੀਂ ਆਪ ਇਹ ਜਿਹੜਾ ਹੈ ਇਹ ਬਾਡੀ ਨੂੰ ਧਾਰ ਕੇ ਇਹ ਪਰਮ ਆਦ ਜੋ ਪਰਮ ਸ੍ਰਿਸ਼ਟ ਤੇ ਆਦ ਜਿੰਨੇ ਵੀ ਸਰੂਪ ਹਨ ਇਹ ਤੁਹਾਡੇ ਹੀ ਹਨ। ਤੁਸੀਂ ਆਪ ਇੱਕ ਆਪਣਾ ਖਾਸ ਰੂਪ ਬਣਾ ਕੇ ਆਏ ਹੋ। ਦੀਨੋ ਹੈ ਨਿਹਾਲ ਹਮੈ ਦੀਨੋ ਹੈ ਦੇਦਾਰ ਆਨ। ਮਹਾਰਾਜ ਸਾਨੂੰ ਲਿਹਾਲ ਕੀਤਾ, ਤੁਸੀਂ ਇੱਥੇ ਆ ਕੇ ਸਾਨੂੰ ਤੁਸੀਂ ਜਿਹੜਾ ਹੈ ਸਾਨੂੰ ਵਡਿਆਇਆ ਹੈ, ਸਾਡੀਆਂ ਇੱਛਾ ਪੂਰੀਆਂ ਕੀਤੀਆਂ, ਦੀਨੋ ਦੇ ਦਹਾਰ ਸਾਨੂੰ ਦਰਸ਼ਨ ਦਿੱਤੇ। ਪਾਈ ਬਿਨ ਸੰਸੈ ਗਤ ਤੁਮਰੇ ਪ੍ਰਸਾਦ ਸੋ। ਕਹਿਣਗੇ ਪਾਈ ਬਿਨ ਸੰਸ਼ੇ ਗਤ, ਕਹਿਣਗੇ ਇਉਂ ਜਿਹੜੇ ਪਾਈ ਪਾਲੇ ਅਸੀਂ ਦਰਸ਼ਨ ਤੁਹਾਡੇ ਬਿਨ ਸੰਸ਼ੇ ਗਤ, ਬਿਨਾਂ ਸੰਸ਼ਿਆਂ ਤੋਂ ਅਸੀਂ ਮੰਨ ਲਿਆ ਤੁਸੀਂ ਪਰਮਾਤਮਾ, ਸਾਡੇ ਵਿੱਚ ਇੱਕ ਮਾਤਰ ਵੀ ਡਾਊਟ ਨਹੀਂ ਰਿਹਾ ਤੇਰੀ ਕਿਰਪਾ ਕਰਕੇ। ਮਹਾਰਾਜ ਹੇ ਗੁਰੂ ਨਾਨਕ ਸਾਹਿਬ ਤੁਸੀਂ ਆਪਣਾ ਰੂਪ ਮੈਨੂੰ ਦਿਖਾ। ਦੇਖੋ ਹੁਣ ਗੁਰੂ ਨਾਨਕ ਨੂੰ ਨਾ ਦੁਨੀਆ 'ਚ ਕਿੰਨੇ ਰੱਬ ਮੰਨਣ ਵਾਲੇ ਨੇ, ਥੋੜੇ ਹੀ ਆ ਨਾ ਉਹਨਾਂ ਨੂੰ, ਪਰ ਗੁਰੂ ਨਾਨਕ ਆਪ ਆਪਣਾ ਰੂਪ ਦਿਖਾਉਂਦਾ ਹੈ, ਆਪ ਆਪਣੇ ਆਪ ਨੂੰ ਐਕਸਪੋਜ਼ ਕਰਦਾ। ਗੁਰੂ ਨਾਨਕ ਜਿਹੜੇ ਗੁਰੂ ਨਾਨਕ ਨੂੰ ਰੱਬ ਬਣਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਐਕਸਪੋਜ਼ ਕਰਕੇ ਦਿਖਾਉਂਦਾ ਉਹ ਭੁਲੇਖਿਆਂ ਵਿੱਚ ਪਏ ਹੋਏ ਨੇ। ਉਹ ਸੋਚੀ ਜਾਂਦੇ ਨੇ ਵੀ ਕੋਈ ਬੁੱਢਾ ਜਿਹਾ ਸੀ ਤੁਰਿਆ ਜਾਂਦਾ। ਕਈਆਂ ਨੇ ਤਾਂ ਪੇਂਟਿੰਗ ਵੀ ਗੁਰੂ ਨਾਨਕ ਦੀ ਬਹੁਤ ਬੁਈ ਜੀ ਬਣਾ ਕੇ ਰੱਖ ਦਿੱਤੀ ਵੀ ਬਹੁਤ ਬੁੜਾ ਸੀ, ਬਹੁਤ ਥੱਕਿਆ ਹੋਇਆ ਸੀ, ਹਾਂਜੀ ਪੈਰਾਂ 'ਚ ਜਿਹੜੇ ਛਾਲੇ ਪਏ ਹੋਏ ਸਨ, ਪੈਰ ਸੁੱਜੇ ਪਏ ਸਨ। ਮਹਾਰਾਜ ਇੱਕ ਬਹੁਤ ਕਮਜ਼ੋਰ ਜਾਂ ਤੁਰਿਆ ਜਾਂਦਾ ਸੀ ਲੱਕੜ ਜੀ ਲੈ ਕੇ। ਹਾਂਜੀ ਉਹਨਾਂ ਨੇ ਗੁਰੂ ਨਾਨਕ ਨੂੰ ਐਸਾ ਬਣਾਇਆ, ਹਾਂਜੀ ਕਿਉਂਕਿ ਜਿਹੜਾ ਹੈ ਉਹਨਾਂ ਨੂੰ ਮਹਾਰਾਜ ਨੇ ਆਪਣੇ ਆਪ ਨਾਲ ਐਕਸਪੋਜ਼ ਨਹੀਂ ਕੀਤਾ। ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ ਉਹੀ ਗੁਰੂ ਨਾਨਕ ਨੂੰ ਪਛਾਣਦੇ ਹਨ। ਸੋ ਇਹ ਜਿਹੜੀ ਹੈ ਮਹਾਰਾਜ ਦੀ ਕਿਰਪਾ ਹੀ ਹੁੰਦੀ ਹੈ ਜਿਨ੍ਹਾਂ ਤੇ। ਕਬੇ ਤੇ ਕਹਤੇ ਹਰਖਤ ਭਏ ਕਹਤੇ ਈ ਸਮਾਨ ਰਹੇ। ਕਹਿਣਗੇ ਕਿਤੇ ਹਰ ਜਿਹੜੇ ਮਹਾਰਾਜ ਥੋੜੇ ਦਰਸ਼ਨ ਕਰਕੇ ਕਿੰਨੇ ਆਨੰਦ ਵਿੱਚ ਲੀਨ ਹੋ ਗਏ। ਮਹਾਰਾਜ ਕਿਤੇ ਈ ਸਮਾਨ ਰਹੇ, ਕਿਤੇ ਜਿਹੜੇ ਹਨ ਕਿੰਨੇ ਜਿਹੜੇ ਹਨ ਇੱਕ ਅਵਸਥਾ ਵਿੱਚ ਉਹ ਲੀਨ ਹੋ ਗਏ, ਉਹ ਕੰਸਿਸਟੈਂਟ ਅਵਸਥਾ 'ਚ ਚਲੇ ਗਏ ਥੋੜੇ ਦਰਸ਼ਨ ਕਰਕੇ। ਕਈਓ ਰਿਸ ਖਾਏ ਬੈਣ ਕ੍ਰੋਧ ਸੋ ਉਚਾਰਿਆ। ਤਾਂ ਦੇਖੋ ਉਹ ਸਿੱਧ ਲੋਕਾਂ ਦੇ ਵਿੱਚੋਂ ਦੱਸਦੇ ਹਨ, ਕਈ ਤਾਂ ਖੁਸ਼ ਹੋ ਗਏ, ਕਈ ਲੀਨ ਹੋ ਗਏ, ਪਰ ਉਹੀ ਸਿੱਧਾਂ ਦੇ ਵਿੱਚੋਂ ਕਈ ਜਿਹੜੇ ਹਨ ਗੁੱਸੇ ਨਾਲ ਬੈਠੇ ਹਨ। ਵਾਓ, ਉਹ ਕਹਿੰਦੇ ਉਹ ਗੁਰੂ ਨਾਨਕ ਨੂੰ ਜਿੱਤਣਾ ਚਾਹੁੰਦੇ ਨੇ। ਦੇ ਵਾਂਟ ਟੂ ਵਿਨ ਓਵਰ ਗੁਰੂ ਨਾਨਕ। ਦੇयर ਆਰ ਸਮ ਪੀਪਲ ਹੂ ਵਾਂਟ ਟੂ ਵਿਨ ਓਵਰ ਗੋਡ। ਉਹ ਅੱਜ ਤੱਕ ਵੀ ਬੰਦੇ ਹੈਗੇ ਨੇ ਜੇ ਰੱਬ ਨੂੰ ਜਿੱਤਣਾ ਚਾਹੁੰਦੇ ਨੇ। ਸੋ ਕਹਿੰਦੇ ਉਹਨਾਂ ਵਿੱਚ ਕਈ ਬੈਠੇ ਨੇ ਗੁੱਸਾ ਜਾ ਖਾ ਕੇ ਕਿ ਅਸੀਂ ਇਹਨੂੰ ਜਿੱਤਣਾ ਹੈ। ਦੇਖਿਆ ਤੇਰੀ ਕਲਾ ਤੂੰ ਤਾਂ ਬੋਲਤ ਹੈ ਬੋਲ ਉੱਚੇ। ਪਤਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ? ਉਹ ਜਿਹੜੇ ਸਨ ਕਹਿੰਦੇ ਅਸੀਂ ਦੇਖੇ ਤੇਰੀ ਕਲਾ, ਅਸੀਂ ਤੇਰੀ ਸ਼ਕਤੀ ਦੇਖਣਾ ਚਾਹੁੰਦੇ ਹਾਂ। ਤੂੰ ਵੱਡੇ ਵੱਡੇ ਬੋਲ ਬੋਲਦਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਬੋਲ ਤਾਂ ਤੂੰ ਵੱਡੇ ਬੋਲਦਾ ਹੈ, ਅਸੀਂ ਹੁਣ ਤੇਰੀ ਸ਼ਕਤੀ ਦੇਖਾਂਗੇ। ਹਾਊ ਮਚ ਪਾਵਰ ਡੂ ਯੂ ਹੈਵ। ਹਾਂਜੀ ਉਹ ਤਾਂ ਐਂ ਕਰਦੇ ਜਿਵੇਂ ਮਾਵਲ ਦੀ ਕਾਮਿਕ ਬਣਨੀ ਹੁੰਦੀ ਹੈ, ਮਾਵਲ ਦੀ। ਹਾਂਜੀ ਉਹ ਕਹਿੰਦੇ ਵੀ ਤੇਰੇ ਪਾਵਰਸ ਕੀ ਆ, ਐਵੇਂਜਰਸ ਹਾਂ ਜਾਂ ਕੀ ਆ ਜੀ, ਉਹ ਇਹ ਗੱਲਾਂ ਕਰਦੇ ਨੇ, ਉਹ ਪਾਵਰਸ ਦੇਖਣਾ ਚਾਹੁੰਦੇ ਨੇ। ਐਸੇ ਕਹੇ ਕਲਾ ਆਪ ਆਪਣੀ ਦਿਖਾ ਰਿਹਾ। ਕੀ ਹੋਇਆ ਜੀ? ਉਹ ਸਿੱਧਾ ਨੇ ਆਪਣੀ ਸ਼ਕਤੀ ਦਿਖਾਈ। ਹੁਣ ਕੀ ਸ਼ਕਤੀ ਦਿਖਾਉਂਦੇ ਹਨ? ਗੋਪੀ ਚੰਦ ਕਹੇ ਸੁਨੋ ਮੰਗਲ ਮਹਾਨ ਜੋਗੀ। ਉਹ ਸ਼ੁਰੂ ਕਰਨ ਲੱਗੇ। ਗੋਪੀ ਚੰਦ ਜਿਹੜਾ ਗੁਰੂ ਨਾਨਕ ਦਾ ਸੇਵਕ ਹੈ ਨਾ, ਉਹ ਜਾ ਕੇ ਕਹਿੰਦਾ ਸੁਣੋ ਮੰਗਲ ਮਹਾਜੋਗੀ, ਹੇ ਮੰਗਲਨਾਥ ਮੇਰੀ ਗੱਲ ਸੁਣੋ। ਉਹ ਗੋਪੀ ਚੰਦ ਮੰਗਲਨਾਥ ਸਾਰੇ ਮਹਾਰਾਜ ਦੇ ਸ਼ਰਧਾਲੂ ਸਨ ਨਾ। ਇਹ ਗੋਪੀ ਚੰਦ ਮੰਗਲਨਾਥ ਨੂੰ ਕਹਿੰਦਾ ਮੰਗਲਨਾਥ ਮੇਰੀ ਇੱਕ ਗੱਲ ਸੁਣ। ਕਰੇ ਬਾਦ ਮੰਦ ਮਤ ਭੇਦ ਨਾ ਵਿਚਾਰਿਆ। ਕਹਿਣ ਲੱਗੇ ਇਹ ਜਿਹੜੇ ਜੋਗੀ ਨੇ ਗੁਰੂ ਨਾਨਕ ਨੂੰ ਚੈਲੰਜ ਕਰ ਰਹੇ ਨੇ, ਇਹ ਮੰਦ ਮਤ ਭੈੜੀ ਮਤ ਵਾਲੇ ਨੇ। ਇਹ ਗੁਰੂ ਨਾਨਕ ਦਾ ਭੇਦ ਨਹੀਂ ਜਾਣਦੇ ਵੀ ਪਰਮੇਸ਼ਰ ਨੇ। ਇਹਨਾਂ ਨੂੰ ਕਿਵੇਂ ਸਮਝਾਈਏ ਅਸੀਂ? ਬਚਨ ਵਿਚਾਰ ਕੇ ਉਚਾਰਤ ਨਾ ਸੁਨੈ ਸਲੋਨ। ਕਹਿਣ ਲੱਗੇ ਇਹ ਬਚਨ ਕਰਦਿਆਂ ਗੁਰੂ ਨਾਨਕ ਦਾ ਸਤਿਕਾਰ ਨਹੀਂ ਕਰਦੇ, ਸੋਚ ਕੇ ਨਹੀਂ ਬੋਲਦੇ, ਉਹੀ ਬੋਲੀ ਜਾਂਦੇ ਨੇ। ਕਹਿੰਦੇ ਇਹ ਬੋਲ ਕੇ ਨਾ ਕਿਤੇ ਆਪਣੀ ਗੱਲ ਸੁਣਦੇ ਹੀ ਹਨ, ਵੀ ਸੁਣ ਵੀ ਲੈਣ, ਮੱਤ ਲੈ ਲੈਣ। ਜੇ ਆਪਦੇ ਕੋਲ ਮੱਤ ਨਾ ਹੋਵੇ ਨਾ ਤਾਂ ਕਿਸੇ ਤੋਂ ਲੈ ਲਈਦੀ ਹੁੰਦੀ ਹੈ। ਕਹਿੰਦੇ ਨਾ ਇਹ ਲੰਦੇ ਹਨ। ਬਾਜੀਗਰ ਰੀਤ ਜਿਵ ਹੀਤ ਉਰ ਧਾਰਿਆ। ਕਹਿੰਦੇ ਇਹ ਕੀ ਕਰਦੇ ਨੇ? ਬਾਜੀਗਰ ਜਿਵੇਂ ਮੈਜੀਸ਼ੀਅਨ ਕਰਦਾ ਇਹ ਉਵੇਂ ਕਰਨ ਲੱਗੇ ਨੇ। ਕਹਿੰਦੇ ਜਿਵੇਂ ਬਾਜੀਗਰ ਮੈਜਿਕ ਦਿਖਾ ਕੇ ਲੋਕਾਂ ਨੂੰ ਇੰਪ੍ਰੈਸ ਕਰਦਾ ਹੈ, ਇਹ ਵੀ ਗੁਰੂ ਨਾਨਕ ਨੂੰ ਇੰਪ੍ਰੈਸ ਕਰਨ ਲੱਗੇ ਹਨ ਆਪਣੀਆਂ ਸ਼ਕਤੀਆਂ ਦਿਖਾ ਕੇ। ਸੋਰਠਾ ਬੋਲਿਓ ਮੰਗਲਨਾਥ ਜੋ ਕਛ ਕਰਤ ਹੈ ਕਰਨ ਦੇਹੋ। ਮੰਗਲਨਾਥ ਕਹਿੰਦਾ ਜਿਹੜਾ ਗੋਪੀ ਚੰਦ ਨੂੰ, ਕਹਿੰਦਾ ਲੈਟ them do, ਕਰ ਲੈਂਦੇ।
ਦੇਖ ਲੈਂਦੇ ਇਹਨਾਂ ਨੂੰ, ਇਹ ਵੀ ਟੈਸਟ ਕਰਕੇ ਦੇਖ ਲੈਣ, ਕਿਉਂਕਿ ਨਮਾ ਕਹਿੰਦਾ ਯੂ ਜਸਟ ਰਿਲੈਕਸ, ਕਹਿੰਦਾ ਇਹਨਾਂ ਨੂੰ ਕਰਨ ਦੇ ਜੋ ਕਰਦੇ ਹਨ। ਸਭ ਤੇ ਵੱਡ ਜਗ ਨਾਥ ਕਰਹਿ ਮਾਨ ਕੋ ਹਾਨ ਮਨ। ਕਹਿਣ ਲੱਗੇ ਸਭ ਤੋਂ ਵੱਡਾ ਨਾਥ ਸੁਆਮੀ ਇਹ ਦੁਨੀਆ ਦਾ ਗੁਰੂ ਨਾਨਕ ਹੈ। ਕਹਿੰਦੇ ਆਪੇ ਇਹਨਾਂ ਨੂੰ ਠੀਕ ਕਰੇਗਾ, ਇਹਨਾਂ ਦਾ ਜਿਹੜਾ ਮਾਨ ਹੰਕਾਰ ਹੈ ਨਾ ਇਹਨਾਂ ਨੂੰ ਆਪੇ ਤੋੜੇਗਾ, ਇਹਨਾਂ ਨੂੰ ਦਿਖਾਏਗਾ। ਕਹਿੰਦੇ ਕਰਨ ਦੇ ਇਹਨਾਂ ਨੂੰ ਹੁਣ। ਕਬਿਤ ਇਨ ਤੇ ਨਾ ਲੱਗ ਸੋ ਹਾਰੇ ਕਿਤ ਬਿਦ ਨਹੀਂ। ਕਹਿਣ ਲੱਗੇ ਗੁਰੂ ਨਾਨਕ ਇਹਨਾਂ ਤੋਂ ਛੋਟਾ ਨਹੀਂ, ਗੁਰੂ ਨਾਨਕ ਸਭ ਤੋਂ ਵੱਡਾ ਹੈ। ਇਸ ਕਰਕੇ ਕਹਿੰਦਾ ਗੁਰੂ ਨਾਨਕ ਨਹੀਂ ਹਾਰਦਾ, ਇਹਨਾਂ ਨੇ ਹਾਰਨਾ ਜਾ ਕੇ, ਇਹ ਝੁਕਣਗੇ ਗੁਰੂ ਨਾਨਕ ਦੇ ਚਰਨਾਂ ਤੇ। ਲੱਜਤ ਹੋਏ ਹਟੈ ਸਭ ਮਾਨ ਹੈ ਬਿਸੇਖੀਏ। ਹਾਂ ਕਹਿਣ ਲੱਗੇ ਬੇਸ਼ਰਮ ਹੋਣ ਤੋਂ ਬਗੈਰ ਇਹਨਾਂ ਨੇ ਹਟਣਾ ਨਹੀਂ, ਇਹਨਾਂ ਨੂੰ ਸ਼ਰਮ ਨਹੀਂ ਆਉਣੀ, ਇਹਨਾਂ ਨੂੰ ਪਹਿਲਾਂ ਹਰਾਉਣਾ ਪਊਗਾ, ਹਰਾ ਕੇ ਤਾਂ ਹੀ ਠੀਕ ਹੋਣਗੇ, ਕਿਉਂਕਿ ਇਹਨਾਂ ਦੇ ਅੰਦਰ ਹੰਕਾਰ ਬਹੁਤ ਜ਼ਿਆਦੇ ਹੈ। ਬੋਲ ਕੋ ਬਲ ਕੋ ਲਗਾਏ ਬਾਣ ਪਾਹਨ ਚਲਾਏ ਜੈਸੇ। ਹਾਂ ਕਹਿਣ ਲੱਗੇ ਬਲ, ਕਹਿੰਦੇ ਲਾ ਲੈਂਦੇ ਇਹਨਾਂ ਨੂੰ ਬਲ ਜਿਹੜਾ ਲਾਉਂਦੇ ਆ, ਚੁੱਕ ਲੈਣ ਜਿਹੜੇ ਪੱਥਰ ਇਹਨਾਂ ਨੇ ਚੁੱਕਣੇ ਹਨ ਆਪਣੀ ਸ਼ਕਤੀ ਦੇ ਨਾਲ। ਐਸੇ ਗੋਪੀ ਚੰਦ ਤੁਮ ਕੌਤਕ ਕੋ ਦੇਖੀਏ। ਕਹਿੰਦਾ ਮੰਗਲਨਾਥ ਕਹਿੰਦਾ ਗੋਪੀ ਚੰਦ ਚੁੱਪ ਕਰਕੇ ਬਹਿ ਕੇ ਵਾਚ ਐਂਡ ਸੀ, ਹਾਂਜੀ ਜਸਟ ਰਿਲੈਕਸ, ਵਾਚ ਦ ਗੇਮ ਨਾਓ। ਇਹ ਮੂਵੀ ਲੱਗ ਰਹੀ ਹੈ ਆਪਣੇ ਸਾਹਮਣੇ, ਹੁਣ ਆਪਾਂ ਇਹ ਦੇਖੀਏ। ਹਾਂਜੀ ਇਹਨਾਂ ਨੂੰ ਕਰਨ ਦੇ ਜੋ ਕਰਦੇ ਨੇ। ਸੋ ਐਸਾ ਹੀ ਹੈ। ਦੇਖੋ ਨਾ ਕਈ ਲੋਕ ਕਹਿੰਦੇ ਨਾ ਗੁਰੂ ਨਾਨਕ ਨੇ ਮਿਰੇਕਲ ਨਹੀਂ ਦਿਖਾਈਆਂ, ਆਹ ਸੁਣੋ ਜੀ ਮਹਾਰਾਜ ਨੇ ਕੀ ਕੀਤਾ। ਹਾਂਜੀ ਕਿਵੇਂ ਉਹ ਇਹਨਾਂ ਦਾ ਮਾਣ ਖਤਮ ਕੀਤਾ। ਜੇ ਮਹਾਰਾਜ ਮਿਰੇਕਲ ਨਾ ਹੁੰਦੇ ਉਹ ਸਿੱਧਾਂ ਨੂੰ ਕਿਵੇਂ ਠੀਕ ਕਰਦੇ। ਹਾਂਜੀ ਜੇ ਉਹ ਸਿੱਧਾਂ ਨੂੰ ਠੀਕ ਕਰਨ ਵਾਲੇ ਹੁੰਦੇ ਤਾਂ ਜਿਹੜਾ ਹੈ ਜਿਹੜੇ ਬੋਲਦੇ ਆ ਨਾ ਅੱਜ ਵੀ ਮਹਾਰਾਜ ਮਿਰੇਕਲ ਨਹੀਂ, ਉਹਨਾਂ ਨੂੰ ਭੇਜੋ ਇਹ ਥਾਵਾਂ ਤੇ ਜਾ ਕੇ, ਨਾ ਕੁੱਟ ਖਾ ਕੇ ਆਏ। ਜੇ ਮੁੜਿਆ ਇੱਕ ਪੀਸ ਦੇ ਵਿੱਚ, ਮੇਰੇ ਖਿਆਲ ਨਾਲ ਦੇ ਪੀਸਸ ਵੀ ਨਹੀਂ ਮਿਲਣੀਆਂ ਉੱਥੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਹਨ। ਉਹ ਤਾਂ ਇੰਨੀਆਂ ਸ਼ਕਤੀਸ਼ਾਲੀ ਵਾਲੇ ਬੰਦੇ ਹਨ। ਭੰਗਰ ਸੁਰਤ ਸਿੱਧ ਝੰਗਰ ਨਿਰਤ ਸਿੱਧ। ਹੁਣ ਉਹਨਾਂ ਦੇ ਨਾਂ ਦੱਸਦੇ ਨੇ ਜਿਹੜੇ ਆਪਣੀ ਪਾਵਰ ਟੈਸਟ ਕਰ ਰਹੇ ਨੇ, ਜੋ ਗੁਰੂ ਨਾਨਕ ਨੂੰ ਚੈਲੰਜ ਕਰ ਰਹੇ ਨੇ। ਉਹਨਾਂ ਚ ਭੰਗਰਨਾਥ, ਸੁਰਤ ਸਿੱਧ, ਝੰਗਰ, ਨਿਰਤ ਤੇ ਹੋਰ ਲੰਗਰ ਕਨਕ ਸੰਭੂਨਾਥ ਕੇਤੇ ਲੇਖੀਏ। ਹਾਂ ਲੰਗਰ, ਕਨਕ ਤੇ ਸੰਭੂਨਾਥ, ਇਹ ਜੇ ਕਈ ਹਨ ਜੋਗੀ ਇਕੱਠੇ ਹੋ ਕੇ ਲੱਗੇ ਹਨ ਹੁਣ ਆਪਣਾ ਪਾਵਰ ਦਿਖਾਉਣਾ। ਰਿਦੇ ਰਿਸ ਖਾਏ ਮੇਰੇ ਗਾਨੀ ਜੇ ਉਡਾਈ ਸਭ। ਉਹ ਉਹਨਾਂ ਨੇ ਕੀ ਕੀਤਾ ਜੀ, ਆਪਣੇ ਮਨ ਵਿੱਚ ਗੁੱਸਾ ਕਰਕੇ ਨਾ ਉਹਨਾਂ ਦੇ ਜਿਹੜੀ ਮਿਰਗਸ਼ਾਲਾ ਹੁੰਦੀ ਸੀ ਨਾ, ਮਿਰਗਾਨੀ ਜਿਹਦੇ ਉੱਤੇ ਬਹਿੰਦੇ ਹੁੰਦੇ ਹਨ, ਜਿਵੇਂ ਆਪਣੀ ਲੈਦਰ ਹੁੰਦੀ ਹੈ, ਸੋ ਲੈਦਰ ਪੀਸ ਜਿਹੜੀ ਹੁੰਦੀ ਆ ਮਿਰਗਾਂ ਦੀ ਬਣੀ ਹੋਈ, ਮਿਰਗ ਦੇ ਡੀਅਰ ਦੀ ਸਕਿਨ ਦੀ ਬਣੀ ਹੋਈ, ਉਹਨਾਂ ਨੇ ਚੱਕ ਕੇ ਉਹ ਮਿਰਗ ਨੂੰ ਕਿਹਾ ਉੱਡ ਜਾ। ਕਹਿੰਦੇ ਕਿ ਉਹ ਮਿਰਗ ਜਿਹੜੀ ਆਪਣੇ ਆਪ ਉੱਡ ਗਈ ਆਕਾਸ਼ ਵਿੱਚ, ਆਪਣੇ ਆਪ ਉਹ ਜਿਹੜੀ ਉੱਡੀ ਫਿਰਦੀ ਹੈ ਆਕਾਸ਼ ਦੇ ਵਿੱਚ। ਕਾਹੂ ਨਾ ਬੇਰਾਗਨ ਚਲਾਈ ਨਾ ਵੇਖੀਏ। ਕਈਆਂ ਨੇ ਕੀ ਕੀਤਾ, ਆਪਣੀ ਬਰਾਗਨ ਜਿਹੜਾ ਹੱਥ ਨਹੀਂ ਰੱਖ ਦਿੰਦੇ, ਟੀ ਹੁੰਦੀ ਆ ਜਿਹਦੇ ਉੱਤੇ ਹੱਥ ਰੱਖਦੇ ਨੇ, ਉਹਨਾਂ ਨੇ ਆਪਣੀ ਬਰਾਗਨ ਨੂੰ ਕਿਹਾ ਤੂੰ ਉੱਡ ਜਾ। ਹੁਣ ਉਹ ਬਰਾਗਨ ਉੱਡਦੀ ਫਿਰੇ ਆਕਾਸ਼ ਦੇ ਵਿੱਚ। ਹਾਂਜੀ ਫਿਰ ਕਬਿਤ ਸਿੰਘੀ ਕੋ ਬਜਾਏ ਹੱਥ ਤਿਆਗ ਕੇ ਪਰਮਾਏ ਡੰਡਾ। ਫੇਰ ਕੀ ਹੋਇਆ ਜੀ, ਸਿੰਘੀ ਹੁੰਦੀ ਹੈ ਨਾ ਵਾਜਾ, ਜਿਹੜਾ ਸਿੰਘੀ ਵਜਾਉਂਦੇ ਹੁੰਦੇ ਹਨ, ਜੋ ਜਿਹੜਾ ਹੈ ਇੱਕ ਵਾਜਾ ਹੈ ਨੂੰ ਵਾਜਾ ਵੀ ਨਹੀਂ ਮਤਲਬ ਉਹ ਕਿ ਇੱਕ ਖਾਲੀ ਜੀ ਚੀਜ਼ ਆ, ਉਹਨੂੰ ਬੜਾ ਜ਼ੋਰ ਨਾਲ ਵਜਾਉਣਾ ਪੈਂਦਾ ਜਿਵੇਂ ਸ਼ੰਖ ਹੁੰਦਾ ਹੈ। ਕਹਿੰਦੇ ਕਿ ਉਹਨੂੰ ਕੀ ਕੀਤਾ ਇਹਨਾਂ ਨੇ, ਸਿੰਘੀ ਵਿਦਆਊਟ ਬਲੋਇੰਗ ਦ ਸਿੰਘੀ ਇਜ਼ ਮੇਕਿੰਗ ਦ ਸਾਊਂਡ ਐਸ ਥੋ ਸਮਵਨ ਇਜ਼ ਬਲੋਇੰਗ ਇਟ। ਆਪਣੇ ਆਪ ਉਹ ਬਲੋ ਕਰ ਰਹੀ ਹੈ ਆਕਾਸ਼ ਵਿੱਚ ਉੱਡਦੀ ਹੋਈ। ਹੱਥ ਤਿਆਗ ਕੇ ਪਰਮਾਏ ਡੰਡਾ। ਕਹਿਣ ਲੱਗੇ ਫਿਰ ਹੱਥ ਦਾ ਡੰਡਾ ਜਿਹੜਾ ਹੈ without touching the stick is roaming around by itself, ਆਪਣੇ ਆਪ ਉਹ ਸਟਿਕ ਤੁਰੀ ਫਿਰਦੀ ਹੈ ਬਿਨਾਂ ਕਿਸੇ ਦੀ ਕਮਾਈ। ਸੌਜ ਸਭ ਆਪਣੀ ਆਕਾਸ਼ ਮੈਂ ਉਡਾਈਆ। ਕੀ ਹੋਇਆ ਜੀ, ਕਿਸੇ ਨੇ ਆਪਣਾ ਲੋਟਾ ਉਡਾਤਾ, ਕਿਸੇ ਨੇ ਕੁਛ ਉਡਾਤਾ, ਉਹ ਉਡਾਤੇ ਜੀ ਚੀਜ਼ਾਂ ਜਿਹੜੀਆਂ ਕੋਲੇ ਪਈਆਂ ਸੀ, ਭਾਈ ਤੂੰ ਉੱਡ ਜਾ। ਉਹ ਸਾਰੀਆਂ ਚੀਜ਼ਾਂ ਆਕਾਸ਼ ਤੇ ਉੱਡਦੀਆਂ ਫਿਰਨ ਜੀ। ਉਹ ਤਾਂ ਐਨ ਜਿਵੇਂ ਐਕਸੀਬਿਸ਼ਨ ਲੱਗਿਆ ਹੁੰਦਾ ਨਾ ਇਨ ਦ ਸਕਾਈ, ਐਂ ਬਣਾਤਾ ਜੀ ਉਹਨਾਂ ਨੇ ਸਾਰਾ। ਮੁੰਦਾ ਪੁੰਨ ਫਰੂਆ ਜੇ ਸੂਕਤੀ ਫੁਰਤ ਕੀਤੀ। ਕਹਿਣ ਲੱਗੇ ਫਿਰ ਆਪਣੇ ਠੂਟੇ, ਆਪਣੀਆਂ ਮੁੰਦਰਾਂ ਹੀ ਨਾ ਉਹਨਾਂ ਦੇ ਈਅਰਿੰਗਸ, ਉਹ ਵੀ ਉਡਾਤੀਆਂ ਉੱਤੇ ਆਕਾਸ਼ ਦੇ ਵਿੱਚ। ਤੇ ਠੂਠਾ ਜਿਹੜਾ ਬੈਗਿੰਗ ਬੋਲ ਹੁੰਦਾ ਉਹ ਵੀ ਉਡਾਤਾ। ਪਰ ਜੋ ਉੜਦਾ ਸੀ ਨਾ ਉਹਦੇ ਚ ਸ਼ੂ 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 ਆਵਾਜ਼ ਆਉਂਦੀ ਹੈ, ਕਿਉਂਕਿ ਉਹ ਹੋਲੋ ਹੁੰਦਾ ਨਾ, ਉਹ ਹੋਲੋ ਹੋਣ ਕਰਕੇ ਉਹਦੇ ਚ ਜਿਹੜਾ ਇਹ ਲੰਘਦੀ ਆ ਉਹਦੇ ਵਿੱਚ ਸਾਊਂਡ ਆਉਂਦਾ ਹੈ। ਉਹ ਸ਼ੂ 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 ਕਰਦੇ ਫਿਰਨ ਸਾਰੇ ਪਾਸੇ। ਜੇਤੋ ਜੇਤੋ ਜ਼ੋਰ ਤੇ ਤੋ ਤਾਹਾਂ ਸਭ ਲਾਈਆ। ਕਹਿਣ ਲੱਗੇ ਜਿੰਨਾ ਉਹਨਾਂ ਚ ਜ਼ੋਰ ਸੀ ਨਾ ਸਿੱਧਾ ਨੇ ਸਾਰਾ ਲਾਤਾ, ਜਿੰਨੀਆਂ ਚੀਜ਼ਾਂ ਉਡਾ ਸਕੇ ਨਾ ਉਡਾਤਾ ਜੀ। ਜੇ ਆਪਣੇ ਵਰਗੇ ਕੋਲੇ ਬੈਠੇ ਹੁੰਦੇ ਆਪਾਂ ਨੂੰ ਵੀ ਉਡਾ ਦੇਣਾ ਸੀ ਉਹਨਾਂ ਨੇ। ਹਾਂਜੀ ਵੀ ਤੁਸੀਂ ਵੀ ਜਾਓ ਭਾਈ, ਉੱਡੋ ਹੁਣ ਆਕਾਸ਼ ਵਿੱਚ। ਹਿਰਦੇ ਗਰਭਾਏ ਨੇ ਜੇ ਸਖਤ ਲਗਾਏ ਸਿੱਧ। ਕਹਿੰਦੇ ਹਿਰਦੇ ਗਰਭਾਏ ਵਾਹ ਹੰਕਾਰ ਚ ਬੈਠੇ ਦੇਖਦੇ, ਫਿਰ ਗੁਰੂ ਨਾਨਕ ਨੂੰ ਦੇਖਦੇ, ਆਓ ਆਓ ਪੁੱਛਦੇ ਹਨ ਵੀ ਦੱਸੋ ਭਾਈ ਹੁਣ ਕੀ ਕਰਨਾ ਹੈ। ਉਡਾਤਾ ਸੀ ਸਭ ਕੁਝ ਆਕਾਸ਼ ਤੇ, ਤੁਸੀਂ ਕਰਕੇ ਦਿਓ ਕੀ ਕਰ ਸਕਦੇ ਹੋ। ਪੰਖੀ ਜਾਂ ਫਿਰ ਤਾਂ ਅਸਮਾਨ ਰਹਿਓ ਛਾਈਆ। ਕਹਿਣ ਲੱਗੇ ਅਸਮਾਨ ਵਿੱਚ ਉਹ ਚੀਜ਼ਾਂ ਐਂ ਉੱਡੀਆਂ ਫਿਰਨ ਜਿਵੇਂ ਬਰਡਸ ਹੁੰਦੀਆਂ ਨੇ, ਜਿਵੇਂ ਪੰਖੀ ਉੱਡਦੇ ਫਿਰਦੇ ਨੇ, ਐਂ ਚੀਜ਼ਾਂ ਉੱਡਦੀਆਂ ਫਿਰਦੀਆਂ ਸਾਰੇ ਪਾਸੇ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਟੀਰੀ ਜੀ ਆਖਣਾ ਸਮਾਈਲ, ਓਕੇ ਨਾ ਓਕੇ। ਹਾਂਜੀ ਐਂ ਪੁੱਛਦੇ ਹਨ, ਨਾਨਕ ਜੀ ਤੁਸਨ ਕੋ ਧਾਰ ਕਰ ਬੈਸ ਰਹੇ। ਗੁਰੂ ਨਾਨਕ ਸਾਹਿਬ ਜੀ ਚੁੱਪ ਕਰਕੇ ਦੇਖੀ ਗਏ ਵੀ ਆਪਣੀ ਸ਼ੋਅ ਪਹਿਲਾਂ ਪੂਰੀ ਕਰ ਲੈਣ ਇਹ, ਵੀ ਜਿਹੜਾ ਕੁਝ ਉਡਾਉਣਾ ਉਡਾ ਲੈਣ। ਉਡਾ ਕੇ ਜਦੋਂ ਸਭ ਕੁਝ ਇਹਨਾਂ ਨੂੰ ਹੋ ਗਿਆ ਨਾ ਵੀ ਹੋ ਗਿਆ ਸਾਡਾ ਕੰਮ,
ਤੇ ਉਹ ਸਮੇਂ ਤੱਕ ਮਹਾਰਾਜ ਡੀਕਦੇ ਸਨ। ਦੇਖਤ ਤਮਾਸ਼ੋ ਪਹਿਲਾਂ ਵਕ ਕੋ ਅਲਾਈਆ। ਕਹਿਣ ਲੱਗੇ ਦੇਖਤ ਤਮਾਸ਼ਾ, ਗੁਰੂ ਨਾਨਕ ਸਾਹਿਬ ਜੀ ਦੇਖ ਰਹੇ ਨੇ, ਓਕੇ ਉੱਡ ਰਹੇ ਨੇ ਤਮਾਸ਼ਾ ਦੇਖ ਕੇ। ਮਹਾਰਾਜ ਕੁਛ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ। ਮਹਾਰਾਜ ਵੀ ਉਹਨਾਂ ਦੀ ਸ਼ੋਅ ਨੂੰ ਇੰਜੋਏ ਕਰ ਰਹੇ ਨੇ, ਜਿਵੇਂ ਅੱਜ ਕੱਲ ਇਹ ਸ਼ੋਅ ਹੁੰਦੀ ਹੈ ਨਾ ਅੱਜ ਕੱਲ। ਹਾਂਜੀ, ਵੱਡੇ ਵੱਡੇ ਜਹਾਜ਼ ਆਉਂਦੇ ਨੇ, ਉੱਡਦੇ ਨੇ ਇੱਧਰ ਉੱਧਰ, ਇਹ ਫ੍ਰੀ ਸ਼ੋਅ ਉਹ ਦਿਖਾ ਰਹੇ ਨੇ। ਸਿੱਧ ਆਪਣੀਆਂ ਚੀਜ਼ਾਂ ਚੂਜ਼ਾਂ ਜਾਂ ਵਿਚਾਰੇ ਉਡਾ ਕੇ ਆਕਾਸ਼ ਵਿੱਚ। ਕਬਿਤ ਜਾਣਿਓ ਸਭ ਸਿੱਧ ਅਬ ਡਰਿਓ ਔਰ ਮਾਹੇ। ਉਹ ਉਹਨਾਂ ਨੇ ਜੋ ਦੇਖਿਆ ਨਾ ਗੁਰੂ ਨਾਨਕ ਦਾ ਕੋਈ ਰਿਐਕਸ਼ਨ ਨਹੀਂ ਆਇਆ, ਉਹ ਹੋਰ ਹੰਕਾਰ ਕਰਕੇ ਦੇਖਿਆ, ਡਰ ਗਿਆ ਨਾ। ਉਹ ਇੱਕ ਦੂਜੇ ਨਾਲ ਕਹਿੰਦੇ ਹਾਂ ਡਰ ਗਿਆ ਨਾ, ਹੁਣ ਕੀ ਕਰੇਗਾ ਇਹ। ਸੋ ਉਹ ਐਕਸ਼ਨ ਜੇ ਕਰਨ ਲੱਗੇ। ਦੂਨੇ ਘਰ ਬਾਏ ਚਾਹੇ ਚਿੱਤ ਮੈਂ ਵਧਾਇਓ ਹੈ। ਹਾਂ ਦੂਣੇ ਉਹਨਾਂ ਦਾ ਜਿਹੜਾ ਹੰਕਾਰ ਡਬਲ ਹੋ ਗਿਆ, ਡਬਲ ਹੰਕਾਰ ਕਰਕੇ ਬੈਠੇ ਹਨ ਹੁਣ। ਹਾਂਜੀ, ਜਿਵੇਂ ਡਬਲ ਰੋਟੀ ਹੁੰਦੀ ਹੈ ਉਹ ਡਬਲ ਹੋ ਗਈ ਜੀ। ਆਏ ਕੇ ਨਿਕਟ ਬੋਲੇ ਬਚਨ ਨੇ ਬਿਕਟ ਤਬ। ਆਏ ਕੇ ਨਿਕਟ ਬੋਲੇ ਬਚਨ ਬਿਕਟ। ਵਾਓ, ਹੁਣ ਆ ਕੇ ਗੁਰੂ ਨਾਨਕ ਸਾਹਿਬ ਨੂੰ ਟੇਢੇ ਗੁੱਸੇ ਹੁੰਦੇ ਨੇ। ਦੇਖਿਆ ਤੂੰ ਕੀ ਕਰਦਾ ਸੀ, ਮੈਂ ਕੀ ਕਰਦਾ, ਇਸ ਤਰ੍ਹਾਂ ਬੋਲਣ ਲੱਗੇ, ਆਕੜਨ ਲੱਗੇ ਜੀ ਮਹਾਰਾਜ ਨਾਲ। ਬੜੇ ਹੰਕਾਰ ਚ ਬੋਲਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਕਿਉਂਕਿ ਮਹਾਰਾਜ ਡੀਕਦੇ ਸੀ ਨਾ। ਮਹਾਰਾਜ ਵਾਂਟਸ ਟੂ ਸੀ ਦਿਅਰ ਪਿਕ। ਉਹਨਾਂ ਦਾ ਹੰਕਾਰ ਜਿਹੜਾ ਪਿਕ ਤੇ ਜਾਂਦਾ ਹੈ ਨਾ, ਉਹ ਦੇਖਣਾ ਚਾਹੁੰਦੇ ਸੀ ਮਹਾਰਾਜ ਵੀ ਕਿੰਨਾ ਕਰਨ ਦਾ ਹੰਕਾਰ। ਹਾਂਜੀ, ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਹੈ। ਮਹਾਰਾਜ ਨੇ ਤਾਂ ਦੇਖ ਲੈਣਾ ਸਿੱਧਾਂ ਦੀ ਵੀ ਹੋਰ ਨਹੀਂ ਕੁਝ ਹੋ ਰਿਹਾ। ਨੋ ਮੋਰ ਐਕਟੀਵਿਟੀਜ਼, ਥਿੰਗਸ ਆਰ ਫਲਾਈਂਗ ਹੇਅਰ ਐਂਡ ਦੇਅਰ। ਸੋ ਮਹਾਰਾਜ ਨੇ ਦੇਖਿਆ ਵੀ ਹੋ ਗਿਆ ਇਹਨਾਂ ਦਾ ਕੰਮ। ਆਈ ਥਿੰਕ ਦੈਟਸ ਆਲ ਦੇ ਕੈਨ ਡੂ। ਸੋ ਉਦੋਂ ਮਹਾਰਾਜ ਨੇ ਕੀ ਕੀਤਾ, ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਸੋ ਕਹਿੰਦੇ ਸੀਖ ਲੀਨੇ। ਸੋ ਉਹ ਆ ਕੇ ਮਹਾਰਾਜ ਨੂੰ ਕਹਿੰਦੇ ਨੇ ਹਜੇ ਵੀ ਸਿੱਖਿਆ ਲੈ ਲਓ। ਦੇਖਿਆ ਸਭ ਕੁਝ ਉੜਦਾ ਫਿਰਦਾ ਉੱਤੇ। ਸਿੱਖਿਆ ਲੈ ਲਓ, ਜੋਗੀ ਬਣ ਜਾਓ ਹੁਣ ਵੀ ਹਜੇ। ਤਪਾ ਕੋ ਕਹਾਏ ਜਾ ਕੇ ਰੇਦਾ ਗਰਭਾਇਓ ਹੈ। ਹਾਂ ਕਹਿਣਗੇ ਤਪਾ ਕੋ ਕਹਾਏ, ਤੂੰ ਵੀ ਤਪਾ ਬਣ ਜਾ। ਦੈਨ ਯੂ ਆਲਸੋ ਕੈਨ ਬੀ ਹੰਕਾਰੀ ਲਾਈਕ ਅਸ। ਹਾਂ ਦੈਨ ਯੂ ਹੈਵ ਸ਼ਕਤੀ, ਤੇਰੇ ਕੋਲ ਸ਼ਕਤੀਆਂ ਹੋਣਗੀਆਂ ਉਡਾਉਣ ਵਾਸਤੇ। ਸੋ ਲੈਟਸ ਜੁਆਇਨ ਅਸ। ਜੋ ਕਹਿੰਦੇ ਇੱਕ ਸਪਾਈਡਰਮੈਨ ਹੁੰਦਾ, ਇੱਕ ਸੁਪਰਮੈਨ ਹੁੰਦਾ, ਇਕੱਠੇ ਹੋ ਕੇ ਐਵੇਂਜਰਸ ਬਣਦੇ ਨੇ। ਕਹਿੰਦਾ ਭਾ ਐਵੇਂਜਰਸ ਬਣਾਂਗੇ। ਹਾਂਜੀ, ਫਿਰ ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਮਹਾਰਾਜ ਨੇ ਸੋਚਿਆ ਵੀ ਇਹ ਬੰਦੇ ਜਿਹੜੇ ਨੇ ਇਹ ਸਮਝਣ ਤੋਂ ਪਰੇ ਨੇ, ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹ ਨਹੀਂ ਸਮਝਦੇ। ਤੇ ਉਹ ਫਿਰ ਅਬ ਦੇਖੀ ਕਰਾਮਾਤ ਤੋਹੇ ਤੁਸਨ ਕਰਾਇਓ ਹਾਂ ਹੈ। ਕਹਿ ਲਗੇ ਤੈਨੂੰ ਚੁੱਪ ਕਰਾਤਾ ਨਾ, ਹੁਣ ਦਿਖਾਤੀ ਨਾ ਤੈਨੂੰ ਸ਼ਕਤੀ। ਵੱਡਾ ਬੋਲਦਾ ਸੀ ਗੁਰੂ ਨਾਨਕ ਸਾਹਿਬ ਨੂੰ। ਕਹਿੰਦੇ ਹਾਂਜੀ ਮੰਨ ਲਾ ਗੱਲ ਸਾਡੀ, ਹਜੇ ਵੀ ਟਾਈਮ ਆ ਤੇਰਾ, ਮੰਨ ਲਾ। ਹਾਂਜੀ, ਫਿਰ ਕਬਿਤ ਅੱਜ ਹੂੰ ਲੋ ਸਿੱਧ ਵੇਖ ਲਿਓ ਨਿਰਵਾਰੋ ਹਟ। ਹਾਂ ਕਹਿੰਦੇ ਅੱਜ ਹੂੰ, ਕਹਿੰਦੇ ਅੱਜ ਲੈ ਲਾ, ਵੇਖ ਧਾਰ ਲਾ, ਸਿੱਧ ਬਣ ਜਾ। ਕਮ ਔਨ, ਚੱਕ ਲਾ, ਟੇਕ ਦ ਚੈਲੰਜ, ਬਿਕਮ ਸਿੱਧ। ਫਿਰ ਗੋਰਖ ਕੇ ਚਲੇ ਹੋਏ ਮੁੰਦਾ ਕਾਨ ਪਾਈਏ। ਹਾਂ ਕਹਿੰਦੇ ਕਿ ਗੋਰਖ ਦਾ ਚੇਲਾ ਬਣ ਕੇ ਕੰਨਾਂ 'ਚ ਮੁੰਦਰਾ ਪਾ ਲਾ, ਤੂੰ ਵੀ ਈਅਰਿੰਗਸ ਪਾ ਲਾ। ਹਾਂਜੀ, ਚੰਗਾ ਲੱਗੂਗਾ, ਸੋਹਣਾ ਲੱਗੇਗਾ। ਸਭ ਕੇ ਸਮਾਨ ਬਣ ਜੋ ਕੋ ਨਿਧਾਨ ਹੋ। ਹਾਂ ਸਭ ਕੁਝ ਸਮਾਨ। ਕਹਿੰਦੇ ਸਾਰਿਆਂ ਦੇ ਇੱਕ ਜੈਸਾ, ਤੂੰ ਵੀ ਇੱਥੇ ਬੈਠਾ ਹੋਊਗਾ ਆਪਣੀ ਬੈਰਾਗਨ ਜੀ ਲੈ ਕੇ। ਹਾਂਜੀ, ਜੰਗਲ 'ਚ ਠੰਡ ਦੇ ਵਿੱਚ ਤੂੰ ਵੀ ਇੱਥੇ ਬੈਠਾ ਹੋਵੇਂਗਾ। ਬਚਨ ਕੋ ਮਾਨ ਕੇ ਵਿਭੂਤ ਤਨ ਲਾਈਏ। ਹਾਂ ਬਚਨ ਮੰਨ ਲਾ ਤੇ ਸੁਆ ਆਪਣੇ ਸਰੀਰ ਤੇ ਮੰਨ ਲਾ। ਹੁਣ ਜਰਾ ਦੁੱਖ ਜਾਹਿਰ ਹੋ ਸਿੱਧਨ ਕੇ ਮਾਹੇ। ਉਹ ਹਜੇ ਵੀ ਕਹਿੰਦੇ ਨੇ ਤੇਰਾ ਬੁੱਢੇਪਾ ਨਹੀਂ ਤੈਨੂੰ ਆਊਗਾ, ਯੂ ਵਿਲ ਨੈਵਰ ਬੀ 올ਡ। ਤੈਨੂੰ 올ਡ ਨਹੀਂ ਤੂੰ ਹੋਏਗਾ। ਕਿ ਰਹੋ ਸਿੱਧਨ ਮਾਹੇ ਸਦਾ, ਹਮੇਸ਼ਾ ਤੂੰ ਸ਼ਕਤੀਆਂ ਵਾਲਾ ਹੀ ਰਹੇਗਾ। ਕਲਾਵਾਨ ਹੋਏ ਕੇ ਜਗਤ ਤੇ ਪੁਜਾਈਏ। ਹਾਂ ਕਲਾਵਾਨ ਸ਼ਕਤੀ ਵਾਲਾ ਹੋ ਕੇ ਦੁਨੀਆ ਤੇਰੀ ਪੂਜਾ ਕਰੇਗੀ, ਲੋਕੀ ਤੇ ਤੋਂ ਡਰਨਗੇ। ਕਹਿਤੋ ਚਲੋ ਹੋਇਆ ਨਾ ਤੋ ਸਕਤ ਦਿਖਾਈਏ। ਹਾਂ ਹੁਣ ਕਹਿੰਦੇ ਦੋ ਚੀਜ਼ਾਂ ਗੁਰੂ ਨਾਨਕ ਨੂੰ ਚੋਇਸ ਦਿੱਤੀ। ਕਹਿੰਦਾ ਦੇਖੋ ਜਾਂ ਤਾਂ ਚੇਲਾ ਬਣ ਜਾਓ ਜਾਂ ਸ਼ਕਤੀ ਦਿਖਾ ਦਿਓ। ਯੂ ਹੈਵ ਟੂ ਚੂਜ਼ ਵਨ ਆਫ ਦਿਸ, ਆਈਦਰ ਯੂ ਸ਼ੋ ਯੋਰ ਪਾਵਰਸ ਔਰ ਯੂ ਬਿਕਮ ਅ ਸਿੱਧ। ਬਸ ਇਹੀ ਦੋ ਗੱਲਾਂ ਕਰ ਹੁਣ। ਦੋ ਮੈਂ ਇੱਕ ਕਈਆ ਨਿਜ ਪ੍ਰਾਣ ਕੋ ਬਚਾਈਏ। ਹਾਂ ਦੋ ਤੋਂ ਇੱਕ ਚੂਜ਼ ਕਰ ਲਾ, ਨਹੀਂ ਤਾਂ ਫਿਰ ਤੂੰ ਆਪਣੇ ਪ੍ਰਾਣ ਬਚਾ ਲਾ, ਸਿੱਧ ਨੂੰ ਮਾਰ ਦੇਣਾ। ਗੁਰੂ ਨਾਨਕ ਸਾਹਿਬ ਨੂੰ ਤੂੰ ਨਹੀਂ ਬਚਦਾ ਅੱਜ, ਵਿਲ ਕਿਲ ਯੂ if you don't take either of this। ਫਿਰ ਸੁਨੇ ਅਸ ਬੈਨ ਮੁਸਕਾਨੇ ਗੱਤ ਦੈਨ। ਉਹਨਾਂ ਦੇ ਬਚਨ ਸੁਣ ਕੇ ਨਾ ਉਹ ਤਾਂ ਗੁੱਸੇ ਹੋਏ, ਵਿਚਾਰੇ ਅੱਖਾਂ ਦੀਆਂ ਲਾਲ ਕੀਤੀਆਂ ਹੋਈਆਂ, ਵੀ ਲਾਲ ਪੀਲੇ ਹੋਏ ਵੇ। ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਹੱਸਣ ਲੱਗ ਗਏ। ਮਹਾਰਾਜ ਦੇ ਹੱਸਦਿਆਂ ਹੋਇਆ ਮਹਾਰਾਜ ਨੇ ਕੀ ਕੀਤਾ, ਸਭ ਸਖਤ ਕੇ ਐਨ ਬੋਲੇ ਸਹਿਜ ਸੁਭਾਏ ਕੈ। ਹਾਂ ਕਹਿੰਦੇ ਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ ਸਭ ਸਖਤ ਕੇ ਐਨ, ਸਾਰੀਆਂ ਸ਼ਕਤੀਆਂ ਦੇ ਘਰ ਨੇ ਗੁਰੂ ਨਾਨਕ ਜੀ। ਕਿਹੜੀ ਸ਼ਕਤੀ ਹੈ ਜਿਹੜੀ ਗੁਰੂ ਨਾਨਕ ਕੋਲ ਨਾ ਹੋਵੇ। ਮਹਾਰਾਜ ਸਹਿਜ ਸੁਭਾਅ ਬੋਲੇ ਉਸ ਵੇਲੇ। ਇਸ ਤਰ੍ਹਾਂ ਹੀ ਬੈਠਿਆ ਮਹਾਰਾਜ ਵਿਦਆਊਟ ਇਵਨ ਥਿੰਕਿੰਗ ਨਾ ਮਹਾਰਾਜ ਨੇ ਉਦੋਂ ਬਚਨ ਕੀਤਾ। ਕੌਸ ਤੂੰ ਹਮਾਰੀ ਅਬ ਹੋਇਆ ਆਕਾਸ਼ਚਾਰੀ। ਕਿ ਮਹਾਰਾਜ ਨੇ ਨਾ ਆਪਣੀਆਂ ਕੌਂਸ ਦੇਖੀ, ਆਪਣੀਆਂ ਜਿਹੜੀਆਂ ਨਾ ਸੈਂਡਲਸ ਮਹਾਰਾਜ ਦੇ ਕੋਲੇ ਪਏ ਸੀ ਸੈਂਡਲਸ। ਮਹਾਰਾਜ ਨੇ ਆਪਣੇ ਸੈਂਡਲਸ ਵੱਲ ਦੇਖਿਆ, ਜੋ ਵੁਡਨ ਸੈਂਡਲ ਹੁੰਦੇ ਹਨ, ਔਰ ਕਲੌਕ ਕਹਿੰਦੇ ਹਨ, ਕਲੌਕ ਪਈ ਸੀ। ਮਹਾਰਾਜ ਨੇ ਆਪਣੇ ਸੈਂਡਲ ਵੱਲ ਕੇ ਦੇਖ ਕੇ ਕਿਹਾ, ਸੈਂਡਲ ਵੱਲ ਦੇਖ ਕੇ ਕਹਿੰਦੇ ਕੌਂਸ ਹੈ ਕਲੌਕ ਤੂੰ ਮੇਰੀ ਆ ਨਾ, ਹੁਣ ਐਂ ਕਰ ਤੂੰ ਉੱਡ ਜਾ ਆਕਾਸ਼ ਵਿੱਚ, ਗੋ ਟੂ ਦ ਸਕਾਈ, ਫਲਾਈ ਟੂ ਦ ਸਕਾਈ ਨਾਓ। ਸੋ ਮਹਾਰਾਜ ਨੇ ਇਹ ਗੱਲ ਕਹੀ ਆਪਣੇ ਕੌਂਸ ਨੂੰ। ਫਿਰ ਆਣ ਤੋਂ ਉਤਾਰੇ ਨੇ ਜਬਾਲੇ ਦਿਖਰਾਏ ਕੈ। ਕਹਿਣ ਲੱਗੇ ਕੌਂਸ ਤੂੰ ਐਂ ਕਰ, ਜਿਹੜੀਆਂ ਚੀਜ਼ਾਂ ਇਹਨਾਂ ਨੇ ਉਡਾਈਆਂ ਹੋਈਆਂ ਨਾ ਸਾਰੀਆਂ ਆਕਾਸ਼, ਇਹਨਾਂ ਨੂੰ ਕੁੱਟ ਕੇ ਥੱਲੇ ਲੈ ਕੇ ਆ, ਬ੍ਰਿੰਗ ਦੈਮ ਡਾਊਨ। ਇਹਨਾਂ ਨੂੰ ਲੈ ਕੇ ਆ ਥੱਲੇ ਹੁਣ ਸਾਰੀਆਂ ਨੂੰ। ਸੁਨੇ ਜਬ ਵਾਕ ਤਤਕਾਲ ਅਸਮਾਨ ਗਈ। ਕੀ ਹੋਇਆ ਨਾ ਸਿੱਧ ਦੇਖ ਕੇ ਹੈਰਾਨ ਹੋ ਗਿਆ। ਕੌਂਸ ਮਹਾਰਾਜ ਜੀ ਉੱਡ ਗਈ ਨਾ, ਉਦੋਂ ਉਸੇ ਵੇਲੇ ਉੱਡ ਗਈ।
ਉੜ ਕੇ ਜਾ ਕੇ ਉਹਨਾਂ ਦੇ ਮਿਰਗਸ਼ਾਲਾਂ ਨੂੰ ਕੱਟ-ਕੁੱਟ ਕੇ ਥੱਲੇ ਲਿਆਂਦਾ ਜੀ, ਮਾਰਿਆ ਉਹਨਾਂ ਦੇ ਚੰਗੀ ਤਰ੍ਹਾਂ, ਉਹਨਾਂ ਦੇ ਡੰਡੇ ਡੁੰਡੇ ਮਾਰੇ ਜੀ, ਉਹ ਕੌਂਸ ਨੇ ਕੁੱਟੇ ਜੀ ਸਾਰੇ ਉਹ ਜਿਹੜੀਆਂ ਚੀਜ਼ਾਂ ਉੜਦੀਆਂ ਫਿਰਦੀਆਂ ਸਨ। सिद्धन की शक्ति जो दई बिच लायक है। ਕਹਿਣ ਲੱਗੇ ਉਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਖੰਡਾਈਆਂ ਹੋਈਆਂ ਪਈਆਂ, ਇੱਧਰ ਉੱਧਰ ਸਾਰਾ ਆਕਾਸ਼ ਭਰਿਆ ਪਿਆ ਸੀਗਾ। ਹਾਂਜੀ, ਮਹਾਰਾਜ ਦੀ ਕੌਂਸ ਨੇ ਜਾ ਕੇ ਸਾਰਿਆਂ ਨੂੰ ਕੁੱਟ-ਕੁੱਟ ਕੇ ਥੱਲੇ ਲਿਆਂਦਾ ਜੀ। जैसे है बटेरा ते पाछे बाज छोरा। ਹੁਣ ਦੇਖੋ ਜਿਵੇਂ ਇੱਕ ਕੋਇਲ ਹੁੰਦੀ ਆ ਨਾ, ਕਹਿੰਦੇ ਉਹਦੇ ਪਿੱਛੇ ਇੱਕ ਬਾਜ ਨੂੰ ਭੇਜਦੀ ਹੈ ਨਾ, ਬਾਜ ਫੈਲਕਨ ਜਾ ਕੇ ਉਹ ਛੋਟੀ ਜੀ ਬਟੇਰੇ ਨੂੰ ਫੜ ਕੇ ਲਿਆਉਂਦਾ, ਉਦੋਂ ਹੀ ਮਾਰ ਦਿੰਦਾ ਹੈ। ਕਹਿੰਦੇ ਮਹਾਰਾਜ ਦੀ ਕੌਂਸ ਨੇ ਜਾ ਕੇ ਇੱਕ ਇੱਕ ਨੂੰ ਕੁੱਟਿਆ ਜੀ, ਬਹੁਤ ਸ਼ਕਤੀ ਦੇ ਨਾਲ, ਬਹੁਤ ਤੇਜ਼ੀ ਨਾਲ ਕੁੱਟਿਆ। ਫਿਰ तैसे तेरे सब करे रही ऊपर सुहायक है। ਕਹਿਣ ਲੱਗੇ ਤੈਸੇ ਤਰੇ, ਕਹਿਣ ਲੱਗੇ ਜਿਵੇਂ ਜਿਹੜਾ ਹੈ ਤੈਸੇ ਤਰੇ, ਉਹਨਾਂ ਨੂੰ ਥੱਲੇ ਲਿਆਂਦਾ ਸਾਰਿਆਂ ਨੂੰ, ਰਹੀ ਉੱਪਰ ਸਹਾਇਕ ਹੈ, ਕਹਿਣਗੇ ਉਹਨਾਂ ਨੂੰ ਦਬਾ ਕੇ ਥੱਲੇ ਲਿਆਂਦਾ। ਕੌਂਸ ਮਹਾਰਾਜ ਜੀ ਉੱਤੇ ਉੱਡਦੀ ਫਿਰਦੀ ਸੀ। कबित कायर पे सूर और कुरंग सार दूर जैसे। ਜਿਵੇਂ ਕਹਿੰਦੇ ਇੱਕ ਸੂਰਮਾ ਵਾਰੀਅਰ ਇੱਕ ਕਾਵੜ ਦੇ ਉੱਤੇ ਚੜਦਾ ਹੈ, ਉਹਨੂੰ ਮਾਰਦਾ ਹੈ। ਕਹਿੰਦੇ ਜਿਵੇਂ ਇੱਕ ਡੀਅਰ ਦੇ ਉੱਤੇ ਸਾਰਦੂਲ ਸ਼ੇਰ ਆ ਕੇ ਹਮਲਾ ਕਰਦਾ ਹੈ, ਕਹਿੰਦੇ ਮਹਾਰਾਜ ਦੇ ਕਲੌਕ ਉਹ ਸ਼ੇਰ ਸੀਗੀ, ਉਹ ਜਿਹੜਾ ਸੂਰਮਾ ਸੀ ਜੋ ਉਹਨਾਂ ਦੀਆਂ ਚੀਜ਼ਾਂ ਨੂੰ ਥੱਲੇ ਲੈ ਕੇ ਆ ਗਿਆ ਸਾਰਿਆਂ ਨੂੰ। कोई नागपुर तापे खग पत जात है। ਹਾਂ, ਜਿਵੇਂ ਗਰੁੜਾ ਇੱਕ ਸੱਪ ਦੇ ਉੱਤੇ ਝਪਟ ਮਾਰਦਾ ਜਾ ਕੇ, ਇਉਂ ਕਰਕੇ ਸਾਰਿਆਂ ਦੀਆਂ ਸ਼ਕਤੀਆਂ ਨੂੰ ਮਹਾਰਾਜ ਨੇ ਸੰਕੋਚ ਕਰਤਾ, ਮਕਾਈ ਦਿੱਤੀਆਂ ਉਹਨਾਂ ਦੀਆਂ ਸ਼ਕਤੀਆਂ। लक्ष्मर हान अज्ञान पे सुगान जैसे। ਦੇਖੋ ਕਹਿੰਦੇ ਜਿਵੇਂ ਲੱਛ ਮਾਰ ਹਾਨ, ਜਿਵੇਂ ਨਿਸ਼ਾਨੇ ਤੇ ਤੀਰ ਮਾਰਿਆ ਜਾਵੇ, अज्ञान पे सुज्ञान जैसे। ਜੋ ਹੀ ਜੀ ਕਹਿੰਦੇ ਜਿਵੇਂ ਅਗਿਆਨ ਤੇ ਗੁਰੂ ਨਾਨਕ ਨੇ ਆਪਣਾ ਤੀਰ ਗਿਆਨ ਦਾ ਚਲਾ ਕੇ ਉਹ ਅਗਿਆਨ ਨੂੰ ਜਿਹੜਾ ਵਿੰਨ ਦਿੱਤਾ, ਖਤਮ ਕਰ ਦਿੱਤਾ ਮਹਾਰਾਜ ਨੇ। करुणा निधान संत दोखी पैरे साथ है। ਦੇਖੋ ਕਰਨਾ ਨਿਧਾਨ, ਕਿਰਪਾ ਕਰਨ ਵਾਲੇ, ਤਰਸ ਕਰਨ ਵਾਲੇ ਜੀਵਾਂ ਤੇ ਉਹ ਸੰਤ ਦੋਖੀਆਂ ਨੂੰ ਸਜ਼ਾ ਦੇਣ ਵਾਲੇ ਪੈਰ ਸਾਥ ਹੈ। ਕਹਿੰਦੇ ਸੰਤ ਦੋਖੀਆਂ ਤੇ ਪਰਮਾਤਮਾ ਦੀ ਕਹਿਰ ਹੁੰਦੀ ਹੈ। ਤੇ ਕਹਿੰਦੇ ਉਸ ਕੇ ਮਹਾਰਾਜ ਨੇ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦਾ ਹੰਕਾਰ ਤੋੜਿਆ। पापन पे नाम जाप द्वैत द्वैत पे भगत जैसे। ਜਿਵੇਂ ਪਾਪਾਂ ਦੇ ਉੱਤੇ ਨਾਮ ਜਪ ਕੇ ਪਾਪ ਖਤਮ ਹੁੰਦੇ ਨੇ, ਇਸੇ ਪ੍ਰਕਾਰ ਕਰਕੇ ਦ્વੈਤ द्वैत पे भगत जैसे। ਜਿਵੇਂ ਦ્વੈਤ ਡਾਊਟ ਦੇ ਉੱਤੇ ਜਿਵੇਂ ਭਗਤੀ ਹੁੰਦੀ ਆ, ਭਗਤੀ ਕਰਨ ਤੇ ਡਾਊਟ ਮਿਟ ਜਾਂਦਾ ਹੈ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ जाके निकट ब्रिक जात न डरात है। ਜਿਵੇਂ ਅਜਾ ਕੇ ਨਿਕਟ ਬੱਕਰੀ ਦੇ ਨੇੜੇ ਜਦੋਂ ਇੱਕ ਬਘਿਆੜ ਜਾਂਦਾ ਹੈ ਤਾਂ ਬੱਕਰੀ ਡਰਦੀ ਹੈ, ਬਘਿਆੜ ਥੋੜੋ ਡਰਦਾ ਹੈ। तैसे कौन से धाए बिच लाए कह सकत सब। ਬਸ ਐਸੇ ਹੀ ਕੌਂਸ ਮਹਾਰਾਜ ਦੇ ਕਲੌਕ ਨੇ ਸਾਰਿਆਂ ਨੂੰ ਵਿਚਰਾਏ ਕਹਿ ਵੱਖ ਵੱਖ ਕਰਕੇ ਧਰਤੀ ਤੇ ਛੱਡ ਦਿੱਤਾ, ਸਾਰਿਆਂ ਨੂੰ ਸ਼ਕਤੀ ਤੋਂ ਬਿਨਾਂ ਕਰ ਦਿੱਤਾ। ਉਹ ਸਿੱਧਾ ਨੇ ਹਜੇ ਸ਼ਕਤੀਆਂ ਲਾ ਰਹੇ ਨੇ, ਕੌਂਸ ਕੁੱਟ ਕੇ ਉਹਨਾਂ ਨੂੰ ਥੱਲੇ ਲੈ ਕੇ ਆ ਰਹੀ ਆ, ਇਹ ਸ਼ਕਤੀਆਂ ਲਾ ਕੇ ਫਿਰ ਚੜਾਉਣਾ ਚਾਹੁੰਦੇ, ਉੱਤੇ ਨਹੀਂ ਚੜਦਾ। ਦੇ ਕੈਨੋਟ ਡੂ ਐਨੀ ਕੰਟਰੋਲ, ਉਹਨਾਂ ਦਾ ਰਿਮੋਟ ਕੰਟਰੋਲ ਮੁੱਕ ਗਿਆ ਜੀ, ਹੁਣ ਉਹ ਕੰਟਰੋਲ ਨਹੀਂ ਕਰ ਸਕੇ। ਉਹ ਬੜੀ ਕੋਸ਼ਿਸ਼ ਕਰਦੇ ਨੇ, ਉਹ ਕੌਂਸ ਕੁੱਟਦੀ ਆ, ਲਿਆਉਂਦੀ ਆ ਥੱਲੇ, ਪਰ ਉਹ ਸ਼ਕਤੀ ਲੈ ਕੇ ਫਿਰ ਚੜਾਉਂਦੇ ਨੇ, ਐਂ ਕਰਕੇ ਨਹੀਂ ਹੁੰਦਾ ਜੀ, ਨੋ ਮੋ ਮੁੱਕ ਗਿਆ ਜੀ। ਮਹਾਰਾਜ ਦੀ ਕੌਂਸ ਤੇ ਟੱਚ ਹੋ ਜਾਂਦਾ, ਬਸ ਉਹਨਾਂ ਦੀ ਸ਼ਕਤੀ ਖਤਮ ਜੀ। ਫਿਰ मार मार डारे को धीर न धरात है। ਦੇਖੋ ਮਾਰ ਮਾਰ ਕੇ ਸਾਰਿਆਂ ਨੂੰ ਥੱਲੇ ਲਿਆਂਦਾ, ਕਿਸੇ ਦੀ ਧੀਰਜ ਨਹੀਂ ਰੱਖੀ ਮਹਾਰਾਜ ਨੇ। ਉਹ ਲਾਲ ਪੀਲੇ ਹੋ ਕੇ ਬੜੀ ਕੋਸ਼ਿਸ਼ ਕਰਦੇ ਨੇ, ਕੋਈ ਨਹੀਂ ਉਹਨਾਂ ਦੀ ਸ਼ਕਤੀ ਨਹੀਂ ਚੱਲੀ। कबित जाकी सकत थी ताके आगे जाए परी। ਜਿੰਨੀ ਉਹਨਾਂ ਦੀ ਸ਼ਕਤੀ ਸੀ ਨਾ, ਆ ਕੇ ਧਰਤੀ ਤੇ ਡਿੱਗ ਪਈ ਜੀ ਸਾਰਿਆਂ ਦੀ। ਜਿਹੜੀ ਸ਼ਕਤੀ ਮੁੱਕ ਕੇ ਖਾਲੀ ਹੋ ਕੇ ਬਹਿ ਗਏ ਜੀ, ਐ ਵੀ ਹੁਣ ਤਾਂ ਕੁਛ ਹੈ ਨਹੀਂ ਅੰਦਰ। नीचे नैन लज्जत हुए ऊंचे ना निहारिया। ਦੇਖੋ ਸ਼ਕਤੀ ਮੁਕਾ ਕੇ ਕੀ ਕੀਤਾ, ਉਹ ਸਿੱਧਾ ਨੇ ਅੱਖਾਂ ਜਿਹੀਆਂ ਨੀਵਾਂ ਕਰਕੇ ਬਹਿ ਗਏ ਆ ਵਿਚਾਰੇ, ਸਿਰ ਥੱਲੇ ਨੂੰ ਸੱਟ ਲਿਆ, ਅੱਖਾਂ ਮੀਚ ਲਿਆ, ਕਹਿੰਦੇ ਕਹਿਣੋ ਸੀਰ ਢੀਲਾ, ਨੋ ਸ਼ੇਮਫੁਲ ਢੀਲਾ। ਹਾਂਜੀ, ਹੁਣ ਸ਼ੇਮ ਆ ਗਿਆ, ਹਾਂਜੀ ਸ਼ਰਮ ਆ ਗਈ, ਮੂੰਹ ਥੱਲੇ ਨੂੰ ਸੱਟ ਲਏ ਸਾਰਿਆਂ ਨੇ। रार में पराजय होए सूरजों लजाए जात। ਕਹਿਣ ਲੱਗੇ ਰਾਰ ਲੜਾਈ ਵਿੱਚ ਜਿਵੇਂ ਕੋਈ ਹਾਰ ਜਾਂਦਾ ਹੈ, ਕਹਿਣ ਲੱਗੇ ਜਿਵੇਂ ਹਾਰੇ ਹੋਏ ਇਹ ਜਿਹੜੇ ਡਰਪੋਕ ਬੰਦੇ ਨੇ ਸੂਰਮਿਆਂ ਤੋਂ, ਇਹ ਸ਼ਰਮਸ਼ਾਰ ਹੁੰਦੇ ਹਨ। ਭਏ ਮੁਖ ਤੁਸਨ ਨਾ ਬੈਨ ਕੋ ਉਚਾਰਿਆ। ਬਸ ਚੁੱਪ ਕਰਕੇ ਬਹਿ ਗਏ ਜੀ, ਹੁਣ ਬੋਲਣ ਜੋਗੇ ਨਹੀਂ ਛੱਡੇ ਮਹਾਰਾਜ ਨੇ। ਗੋਪੀ ਚੰਦ ਭਰਤ ਹਰੀ ਮੰਗਲ ਅਤੇ ਆਦ ਜੇਤੇ। ਜਿਹੜਾ ਗੋਪੀ ਚੰਦ ਸੀ ਨਾ, ਭਰਤਰੀ ਸੀਗਾ, ਮੰਗਲਨਾਥ ਜਿਹੜਾ ਸੀਗਾ, ਜਿਹੜੇ ਇਹ ਯੋਗੀ ਸਨ ਚੰਗੇ ਸਾਰੇ, ਇਹ ਮੈਂ ਹੁਲਾਸੇ ਹੱਸਿਆ ਦੇਵੇ ਕਰ ਤਾਰੇ। ਉਹ ਬੜੇ ਖੁਸ਼ ਹੋਏ ਅੰਦਰ, ਉਹ ਬੜੇ ਹੱਸੇ, ਕਹਿੰਦਾ ਦੇਖ ਲਿਆ, ਕਰ ਲਿਆ, ਹੋਰ ਕਰ ਲੋ ਜਿਹੜਾ ਕਰਨਾ ਹੈ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ। ਹਾਂ, ਕਹਿਣ ਲੱਗੇ ਇਹ ਐਸਾ ਕੀਤੇ ਬਗੈਰ ਇਹਨਾਂ ਨੇ ਹਟਣਾ ਕੋਈ ਨਹੀਂ ਸੀਗਾ, ਚੰਗਾ ਕੀਤਾ ਮਹਾਰਾਜ ਨੇ। ਜੈਸੀ ਬਿਦ ਜੋਗ ਹੋਤੇ ਤੈਸੇ ਹੀ ਦਿਖਾਰੀਆ। ਦੇਖੋ ਮਹਾਰਾਜ ਗੁਰੂ ਨਾਨਕ ਜੈਸਾ ਕੋਈ ਲਾਇਕ ਹੋਵੇ ਨਾ, ਉਹਨੂੰ ਸੁਧਾਰਨ ਵਾਸਤੇ ਉਹੀ ਤਰੀਕਾ ਵਰਤਿਆ ਜਾਂਦਾ ਹੈ। ਤੇ ਉਹ ਜਿਹੜੇ ਕਈ ਬੱਚੇ ਜਿਹੜੇ ਹਨ ਚੰਗੇ ਹੁੰਦੇ ਹਨ, ਉਹਨਾਂ ਨੂੰ ਸਮਝਾ ਦਿਆ, ਉਹ ਸਮਝ ਜਾਂਦੇ ਨੇ। ਕਈ ਬੱਚੇ ਜਿਹੜੇ ਹਨ ਨੋਟੀ ਹੁੰਦੇ ਨੇ,
ਢੀਠ ਹੁੰਦੇ ਨੇ, ਉਹ ਨਹੀਂ ਸਮਝਦੇ ਜਦੋਂ ਤੱਕ ਉਹਨਾਂ ਨੂੰ ਕੁੱਟਣਾ ਪਵੇ, ਉਹਨਾਂ ਨੂੰ ਕੁੱਟ ਕੇ ਸੁਧਾਰਨਾ ਪੈਂਦਾ ਹੈ। ਹਾਂਜੀ, ਸੋ ਇਹ ਬੱਚਿਆਂ ਦਾ ਵੀ ਡਿਫਰੈਂਟ ਕੈਟੇਗਰੀਆਂ ਹਨ। ਕਈਆਂ ਨੂੰ ਕਹਿ ਕੇ ਵਿਚਾਰੇ ਉਦੋਂ ਹੀ ਹਾਂ ਕਰਕੇ ਠੀਕ ਹੋ ਜਾਂਦੇ ਨੇ, ਤੇ ਕਈਆਂ ਨੂੰ ਕੁੱਟ ਕੇ ਸਮਝਾਉਣਾ ਪੈਂਦਾ, ਜਦੋਂ ਉਹਦੇ ਕੁੱਟ ਪਊਗੀ ਨਾ ਤਾਂ ਉਹ ਹਟਦੇ ਹਨ। ਇਹ ਸਿੱਧ ਵੀ ਐਸੇ ਹੀ ਹਨ। ਸਵਈਆ ਮੰਗਲ ਭਾਖਤ ਗੋਰਖਨਾਥ ਜੀ। ਸੋ ਮੰਗਲਨਾਥ ਜਿਹੜਾ ਸੀ ਉਹਨੇ ਜਾ ਕੇ ਗੋਰਖਨਾਥ ਨੂੰ ਕਿਹਾ, ਗੋਰਖਨਾਥ ਜੀ ਦੇਖਿਓ ਤਪਾ ਤੁਮ ਕੈਸੋ ਹੈ ਸੋ। ਕਹਿਣ ਲੱਗੇ ਗੋਰਖਨਾਥ ਹੁਣ ਤਾਂ ਦੇਖ ਲਿਆ ਨਾ, ਕਹਿਣ ਲੱਗੇ ਤਪਾ ਗੁਰੂ ਨਾਨਕ ਸਾਹਿਬ ਜੀ ਕੈਸੀ ਸ਼ਕਤੀਸ਼ਾਲੀ ਹਨ। ਬਾਦ ਸੁਰਾਰ ਕਰੀ ਤਹਿ ਸੋ ਜਨ। ਕਹਿਣ ਲੱਗੇ ਇਹਨਾਂ ਨਾਲ ਜਿਹੜਾ ਵੀ ਕੋਈ ਆਰਗੂਮੈਂਟ ਕਰਦਾ ਹੈ ਉਹ ਯੂਸਲੈਸ ਹੋ ਜਾਂਦੇ ਨੇ, ਉਹ ਆਰਗੂਮੈਂਟ ਕੋਈ ਨਹੀਂ ਜਿੱਤ ਸਕਦਾ ਇਹਨਾਂ ਦੇ ਨਾਲ, ਗੁਰੂ ਨਾਨਕ ਨਾਲ। ਜਤ ਪੇ ਨਹਿ ਬੋਲਤ ਕੋ। ਦੇਖੋ ਹੁਣ ਸਾਰੇ ਸ਼ਰਮਸਾਰ ਹੋ ਕੇ ਅੱਖਾਂ ਨੀਵੀਆਂ ਕਰਕੇ ਬਹਿ ਗਏ, ਹੁਣ ਪਤਾ ਨਹੀਂ, ਹੁਣ ਅੱਖਾਂ ਨਾਲ ਕਿਸੇ ਵੱਲ ਦੇਖਣ ਜੋਗੇ ਨਹੀਂ ਛੱਡਿਆ ਉਹਨਾਂ ਨੂੰ। ਆਪਣੇ ਮਨ ਮੈਂ ਫੂਲਤ ਕਾਇਰ। ਹਾਂ, ਕਹਿਣ ਲੱਗੇ ਇੱਕ ਗਿੱਧੀ, ਇੱਕ ਕਾਇਰ, ਇੱਕ ਕਾਵੜ ਦੀ ਤਰ੍ਹਾਂ ਬੈਠੇ ਹਨ, ਕੁਝ ਨਹੀਂ ਹੈਗਾ, ਸ਼ਕਤੀਆਂ ਵੀ ਆਪਣੀਆਂ ਮੁਕਾ ਕੇ ਬਹਿ ਗਏ ਵਿਚਾਰੇ। ਜੋ ਲਗ ਸੂਰਨਾ ਸਾਮੋਹੇ ਹੋ। ਕਹਿਣ ਲੱਗੇ ਜਦੋਂ ਤੱਕ ਸੂਰਮਾ ਦੇ ਸਾਹਮਣੇ ਨਾ ਕੋਈ ਜਾਵੇ ਨਾ, ਵਾਰੀਅਰ ਦੇ ਸਾਹਮਣੇ, ਉਦੋਂ ਤੱਕ ਉਹ ਬੰਦਾ ਐਕਸ਼ਨ ਕਰਦਾ ਵੀ ਮੈਂ ਇਹ ਕਰ ਲੂੰਗਾ, ਮੈਂ ਉਹ ਕਰ ਲੂੰਗਾ, ਮੈਂ ਇਹ ਕਰ। ਜਦੋਂ ਅਸਲੀ ਸੂਰਮਾ ਸਾਹਮਣੇ ਖੜ ਜਾਂਦਾ ਨਾ, ਫਿਰ ਚਲੋ ਬਹਿ ਜਾਂਦਾ, ਕਹਿੰਦਾ ਮੈਂ ਸੌਰੀ ਕਰਕੇ ਪਾਸੇ ਹੁੰਦਾ ਹੈ, ਉਹਨੂੰ ਸੌਰੀ ਕਹਿ ਕੇ ਪਾਸੇ ਕਰਨਾ ਪੈਂਦਾ ਹੈ, ਨਹੀਂ ਤਾਂ ਉਹਨੂੰ ਸੌਰੀ ਦਾ ਬਣਾਈ ਦਿੰਦੇ ਹਨ ਜਿਹੜਾ ਬਣਾਉਂਦੇ ਹਨ। ਤਾਰੇ ਪ੍ਰਕਾਸ਼ ਕਰੈ ਤਮ ਪੈ। ਹਾਂ, ਕਹਿਣ ਲਿਖੋ ਤਾਰੇ ਜਿਹੜੇ ਰਾਤ ਨੂੰ ਹੀ ਚਿਮ ਕਰਦੇ ਹਨ, ਆਪਣਾ ਚਾਨਣ ਦਿਖਾਉਂਦੇ ਹਨ, ਆਪਣਾ ਪ੍ਰਭਾਵ ਰਾਤ ਨੂੰ ਦਿਖਾਉਂਦੇ ਹਨ, ਪਰ ਜਦੋਂ ਰਵ ਹੋਤ ਉਦੈਪੁਰ ਨਾ ਪ੍ਰਗਟੋ। ਜਦੋਂ ਸੂਰਜ ਚੜ ਜਾਂਦਾ ਹੈ ਨਾ, ਫਿਰ ਤਾਰੇ ਵਿਚਾਰੇ ਕਿਸੇ ਕੰਮ ਜੋਗੇ ਨਹੀਂ ਰਹਿੰਦੇ ਵਿਚਾਰੇ, ਉਹ ਜਿਹੜੇ ਹਨ ਚੁੱਪ ਕਰਕੇ ਪਾਸੇ ਹੋ ਜਾਂਦੇ, ਉਹਨੂੰ ਉਹ ਨਹੀਂ ਫਿਰ ਦਿਖਾਈ ਦਿੰਦੇ। ਹਾਂਜੀ, ਭਾਵੇਂ ਚਿਮ ਕਰਦੇ ਰਹਿਣ ਪਰ ਕਿਸੇ ਨੂੰ ਕੋਈ ਨਹੀਂ ਦਿਖਾਈ ਦਿੰਦੇ, ਕਿਉਂਕਿ ਸੂਰਜ ਚੜ ਗਿਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਿਆਨ ਦਾ ਸੂਰਜ ਨੇ। ਇਹ ਜਿਹੜੇ ਤਾਰੇ ਨੇ ਛੋਟੀਆਂ ਸ਼ਕਤੀਆਂ ਲੈ ਕੇ ਹੰਕਾਰ ਕਰਦੇ ਹਨ। ਸਵਈਆ ਗੋਰਖ ਬੈਨ ਭਨੇ ਸੁਨ ਕੈ। ਜੋ ਇਹ ਜਿਹੜੇ ਹਨ ਗੋਰਖ ਨੇ, ਜਦੋਂ ਇਹ ਜਿਹੜੀਆਂ ਸਾਰੇ ਬਚਨ ਸੁਣੇ, ਮੰਗਲਨਾਥ ਨੇ ਜਿਹੜੇ ਗੁਰੂ ਨਾਨਕ ਦੀ ਵਡਿਆਈ ਵਿੱਚ ਕਹੇ, ਤੁਮ ਭਾਖਤ ਸਤ ਤੇ ਖੂਰ ਨਾ ਰਾਈ। ਕਹਿਣ ਲੱਗੇ ਗੋਰਖਨਾਥ ਕਹਿੰਦਾ ਮੰਗਲਨਾਥ ਨੂੰ, ਇਹ ਗੱਲ ਜਿਹੜੀ ਤੂੰ ਕੀਤੀ ਆ ਸੱਚ ਕੀਤੀ ਹੈ, ਦਿਸ ਇਜ਼ ਦਾ ਐਬਸੋਲੂਟ ਟਰੂਥ। ਕਹਿਣ ਲੱਗੇ ਇਹ ਜਿਹੜਾ ਸੱਚ ਹੈ ਇਹਨੂੰ ਮੈਂ ਝੂਠ ਨਹੀਂ ਕਹਿੰਦਾ। ਖਿੰਥੜਾ ਆਏ ਗੁਰੂ ਟਿਕਤਾ ਛਿਨ। ਕਹਿਣਗੇ ਉਸ ਵੇਲੇ ਇੱਕ ਜੋਗੀ ਆਇਆ ਜਿਹਦਾ ਨਾਂ ਸੀ ਖਿੰਥੜਾ ਜੋਗੀ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਸ ਵਕਤ। ਬੈਠ ਗਇਓ ਮੁਖ ਬਾਣੀ ਅਲਾਈ। ਕੋਲ ਬਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਜੋਗ ਬਿਨਾ ਮਨ ਸੁਧ ਨਾ ਹੋਵਤ। ਮਹਾਰਾਜ ਜੋਗ ਬਿਨਾ ਤਾਂ ਮਨ ਸੁਧ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ। ਆਰਸੀ ਜਿਉ ਨਹਿ ਛਾਰ ਮਲਾਈ। ਕਹਿਣ ਲੱਗੇ ਜਿਸ ਤਰ੍ਹਾਂ ਕਰਕੇ ਸਵਾ ਮਲੇ ਤੋਂ ਬਗੈਰ ਯੋਗ ਨਹੀਂ ਮਿਲਦਾ। ਸਾਧਨ ਕੀਨੋ ਹੈ ਕੌਣ ਸੋ ਜੋਗ। ਕਹਿਣਗੇ ਕਿਹੜਾ ਕਿਉਂ ਸਾਧਨ ਕੀਤਾ ਜਾਵੇ, ਜੇ ਯੋਗ ਨਾ ਕੀਤਾ ਜਾਵੇ ਫਿਰ ਪਰਮਾਤਮਾ ਕਿਵੇਂ ਮਿਲੇਗਾ। ਯੋਗ ਇਜ਼ ਦ ਓਨਲੀ ਵੇ ਟੂ ਰੀਚ ਗੋਡ। ਕਹਿਣਗੇ ਜੇ ਯੋਗ ਨਾ ਕੀਤਾ ਫਿਰ ਪਰਮਾਤਮਾ ਨੂੰ ਕਿਵੇਂ ਕੋਈ ਮਿਲ ਸਕਦਾ ਹੈ। ਭਲੀ ਬਿਦ ਸੋ ਮੁਝ ਦੇ ਹੋ ਬਤਾਈ। ਕਹਿਣਗੇ ਭਲੀ ਬਿਦ। ਇਹ ਖਿੰਤੜਾ ਕਹਿੰਦਾ ਮਹਾਰਾਜ ਮੈਨੂੰ ਸਮਝਾ ਦਿਓ ਚੰਗੀ ਤਰ੍ਹਾਂ, ਹੋ ਸਕਦਾ ਯੋਗ ਤੋਂ ਬਗੈਰ ਵੀ ਪਰਮਾਤਮਾ ਦੀ ਪ੍ਰਾਪਤੀ। ਕਮਿਤ ਸ੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ। ਹੁਣ ਮਹਾਰਾਜ ਨੇ ਖਿੰਥੜਾ ਨੂੰ ਦੱਸਿਆ ਪ੍ਰਾਣਾਯਾਮ ਦੇ 3 ਕਰਮ ਹੁੰਦੇ ਨੇ। ਪ੍ਰਾਣਾਯਾਮ ਜਿਹੜਾ ਕੀਤਾ ਜਾਂਦਾ ਹੈ ਉਹ 3 ਤਰ੍ਹਾਂ ਹੁੰਦਾ ਹੈ। ਪੂਰਕ ਹੈ ਕੁੰਭਕ ਔਰ ਰੇਚਕ ਬਖਾਨੀਏ। ਓਕੇ, ਹੁਣ ਜਿਹੜੇ ਇਹ 3 ਚੀਜ਼ਾਂ ਨੇ, ਪੂਰਕ, ਕੁੰਭਕ ਤੇ ਰੇਚਕ, ਇਹ ਪ੍ਰਾਣਾਯਾਮ ਹੈ। ਪੂਰਕ ਜਿਹੜਾ ਹੁੰਦਾ ਹੈ ਸਵਾਸਾਂ ਨੂੰ ਚੜਾਉਣਾ, ਸੋ ਸਵਾਸਾਂ ਨੂੰ ਚੜਾਉਣਾ। ਫਿਰ ਕੁੰਭਕ ਹੁੰਦਾ ਹੈ ਅੰਦਰ ਠਹਿਰਾਉਣਾ, ਉਹਨਾਂ ਨੂੰ ਸਥਿਰ ਕਰਨਾ, ਉਹਦਾ ਟਾਈਮਿੰਗ ਹੈ ਡਬਲ। ਮਤਲਬ ਕਿ ਜੇ 12 ਜਿਹੜਾ ਹਨ ਜਦੋਂ ਸਵਾਸ ਚੜਾਉਣੇ ਹਨ ਉਹਦਾ ਟਾਈਮਿੰਗ ਇਹ ਹੈ ਵਾਹਿਗੁਰੂ 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 12 ਵਾਰੀ ਵਾਹਿਗੁਰੂ 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 ਕਰਕੇ ਫਿਰ ਬਰੀਥਿੰਗ ਸਟਾਪ ਕਰਕੇ ਜਿਹੜਾ ਹੈ ਉੱਥੇ ਥੋੜਾ ਜਿਹਾ ਠਹਿਰਾਉਣਾ, ਡਬਲ ਟਾਈਮ। ਦੈਟ ਮੀਨਸ ਜੇ 12 ਵਾਰੀ ਵਾਹਿਗੁਰੂ ਕਹਿ ਕੇ ਚੜਾਇਆ ਹੈ, ਅੰਦਰ ਉਹ ਸਵਾਸ ਨੂੰ ਰੋਕ ਕੇ ਰੱਖਣਾ ਫॉर 24 ਟਾਈਮਸ ਵਾਹਿਗੁਰੂ ਕਹਿਣਾ ਅੰਦਰ। ਸੋ ਅੰਦਰ 24 ਟਾਈਮਸ ਕਹਿ ਕੇ ਫਿਰ ਆਉਂਦੀ ਆ ਰੇਚਕ ਹੁੰਦੀ ਆ 12 ਟਾਈਮਸ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਉਹ ਸਵਾਸ ਨੂੰ ਤਾਰਨਾ ਹੈ। ਸੋ ਇਹ ਆ ਪ੍ਰਾਣਾਯਾਮ। ਸੋ ਪ੍ਰਾਣਾਯਾਮ ਜਿਹੜਾ ਹੈ ਉਹ ਕਿਵੇਂ ਕਰਦੇ ਨੇ, ਇੱਕ ਨੱਕ ਤੋਂ ਸਵਾਸ ਇੱਕ ਨੱਕ ਬੰਦ ਕਰਕੇ ਇੱਥੋਂ ਚੜਾਉਂਦੇ ਹਨ, ਚੜਾ ਕੇ 12 ਵਾਰੀ ਵਾਹਿਗੁਰੂ 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 ਕਰਕੇ ਬੋਲਣਾ ਨਹੀਂ, ਅੰਦਰੋਂ ਹੀ ਅੰਦਰ। ਸੋ ਚੜਾਉਣਾ, ਫਿਰ ਉਹਨੂੰ ਠਹਿਰਾਉਣਾ, ਫਿਰ ਜਦੋਂ ਤਾਰਨਾ ਦੂਜੀ ਨੱਕ ਦੀ ਤਾਰਨਾ ਹੈ, ਇਹਨੂੰ ਬੰਦ ਕਰ ਲੈਣਾ। ਸੋ ਇਸ ਤਰ੍ਹਾਂ ਇਹਨਾਂ ਦੀ ਯੁਕਤੀ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਪ੍ਰਾਣਾਯਾਮ ਦੀ ਯੁਕਤੀ ਹੈ ਨਾ, ਜੋ ਪੂਰਕ, ਕੁੰਭਕ ਤੇ ਰੇਚਕ ਹੈ। ਸੁਣ ਕੇ ਭਗਤ ਭਾਵ ਪੂਰਕ ਕੋ ਕੀਨੋ ਨੀਕੇ। ਇਉਂ ਕਰਕੇ ਕਹਿੰਦੇ ਸੁਣ, ਕਹਿੰਦਾ ਇਹ ਵੀ ਭਗਤੀ ਦੀ ਰੀਤੀ ਵੀ ਕੁਝ ਐਸੀ ਹੈ। ਪਹਿਲੀ ਗੱਲ ਹੈ ਜਿਵੇਂ ਪੂਰਕ ਆਪਾਂ ਸਵਾਸਾਂ ਨੂੰ ਚੜਾਉਂਦੇ ਆ ਨਾ, ਮਹਾਰਾਜ ਕਹਿੰਦੇ ਪ੍ਰੇਮ ਕਰਨਾ। ਪ੍ਰੇਮਾ ਭਗਤੀ ਹੁੰਦੀ ਆ ਵੀ ਆਪਣੇ ਆਪ ਨੂੰ ਸਪਿਰਿਚੁਅਲੀ ਐਲੀਵੇਟ ਕਰਨਾ, ਉਹ ਹੁੰਦੀ ਆ ਪੂਰਕ। ਫਿਰ ਨਾਮ ਲਿਵ ਲਾਈ ਨਿਤ ਕੁੰਭਕ ਪਰਮਾਨੇ। ਫਿਰ ਨਾਮ ਦੇ ਵਿੱਚ ਆਪਣੀ ਲਿਵ ਨੂੰ ਜੋੜਨਾ, ਉਹ ਕੁੰਭਕ ਹੈ। ਜਿਵੇਂ ਸਵਾਸ ਰੁਕਣੇ ਆ ਨਾ, ਇਹ ਹੈਗਾ ਨਾਮ ਦੇ ਵਿੱਚ, ਨਾਮ ਵਿੱਚ ਕਨਸੈਂਟਰੇਸ਼ਨ ਜੋੜਨਾ, ਨਾਮ ਵਿੱਚ ਫੋਕਸ ਰੱਖਣਾ, ਉਹ ਹੈ ਕੁੰਭਕ। ਫਿਰ
ਤਜੇ ਹੈ ਬਿਕਾਰ ਮਨ ਰੇਚਕ ਵਿਚਾਰ ਤੇ ਲੀਜੈ ਰੇਚਕ ਕੀ ਆ? ਆਪਣੇ ਮਨ ਦੇ ਵਿਕਾਰਾਂ ਨੂੰ ਛੱਡਣਾ, ਆਪਣੇ ਮਨ ਦੇ ਵਾਇਸਸ ਨੂੰ, ਉਹਨਾਂ ਨੂੰ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਛੱਡਣਾ, ਇਹਨਾਂ ਨੂੰ ਅਬੈਂਡਨ ਕਰਨਾ। ਕਰੀ ਕਾਲ ਵਿਖੇ ਐਸੋ ਜੋਗ ਗਤ ਦਾਨੀ ਕਹਿੰਦੇ ਜੋ ਐਸਾ ਯੋਗ ਕਰੇਗਾ ਨਾ ਜਗਤ ਦੇ ਵਿੱਚ ਕਲਯੁਗ ਦੇ ਸਮੇਂ, ਉਹਨੂੰ ਗਤੀ ਮਿਲੇਗੀ, ਉਹਨੂੰ ਮੁਕਤੀ ਮਿਲੇਗੀ। ਖਿੰਥੜਾ ਸੁਨਤ ਹਰ ਖਾਏ ਲਪਟਾਏ ਪਗ ਉਹ ਭਾਈ ਜਿਹੜਾ ਹੈ ਇਹ ਯੋਗੀ ਜਿਹੜਾ ਸੀ ਖਿੰਤੜਾ ਨਾ, ਇਹ ਮਹਾਰਾਜ ਦਾ ਉਪਦੇਸ਼ ਸੁਣ ਕੇ ਮਹਾਰਾਜ ਦੇ ਚਰਨ ਉਹਨੇ ਪਕੜ ਲਏ, ਮਹਾਰਾਜ ਨੂੰ ਮੱਥਾ ਟੇਕਿਆ। ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀਏ ਕੀ ਕਹਿੰਦਾ ਖਿੰਤੜਾ? ਕਹਿੰਦਾ ਤੂੰ ਹੀ ਕਰਤਾਰ ਹੈ, ਤੂੰ ਹੀ ਪਰਮੇਸ਼ਰ ਦਾ ਅਵਤਾਰ ਹੈ, ਜਿਹੜਾ ਸਾਰੀ ਦੁਨੀਆ ਦਾ ਪਖੰਡ ਮੇਟਣ ਵਾਸਤੇ ਆਇਆ ਹੈ। ਊਰਮ ਬਹੁਰ ਆਇਓ ਧੁਰਮ ਹੈ ਸੰਗ ਜਾ ਕੇ ਉਹਨਾਂ ਦੇ ਉਹ ਤੋਂ ਬਾਅਦ ਖਿੰਤੜਾ ਤੋਂ ਬਾਅਦ ਊਰਮ ਆਇਆ। ਊਰਮ ਦੇ ਨਾਲ ਇੱਕ ਹੋਰ ਯੋਗੀ ਧੂਰਮ, ਊਰਮ ਤੇ ਧੂਰਮ ਦੋਵੇਂ ਇਕੱਠੇ ਹੋ ਕੇ ਆਏ ਜਿੱਥੇ ਮਹਾਰਾਜ ਦੇ ਕੋਲ ਆ ਕਰਕੇ ਮਹਾਰਾਜ ਨੂੰ ਕੁਝ ਇਹਨਾਂ ਨੇ ਸਵਾਲ ਕੀਤੇ, ਕੁਐਸਚਨ ਕੀਤੇ। ਬੂਝੇ ਮਨ ਬਾਸ ਕਹਾ ਪੌਣ ਰਹਿ ਥਾਨ ਕੋ ਪਹਿਲਾ ਸਵਾਲ ਹੈ, ਕਹਿੰਦੇ ਮਨ ਦਾ ਬਾਸਾ ਕਿੱਥੇ ਹੈ? ਕਿਉਂਕਿ ਮਨ ਤਾਂ ਕੋਈ ਔਰਗਨ ਨਹੀਂ ਨਾ, ਫਿਜ਼ੀਕਲ ਔਰਗਨ ਤਾਂ ਹੈ ਨਹੀਂ ਮਨ। ਕਹਿੰਦੇ ਵੇਅਰ ਡੂ ਮਾਈਂਡ ਸਟੇਸ ਵਿਦ ਇਨ ਦ ਬੋਡੀ। ਸੋ ਉਹ ਪਹਿਲਾ ਸਵਾਲ ਹੈ। ਦੂਜਾ ਪੌਣ ਰਹੇ ਥਾਨ ਕੋ, ਜਿਹੜਾ ਪੌਣ ਹੈ, ਆਪਣੇ ਪ੍ਰਾਣ ਨੇ 10 ਪ੍ਰਾਣ, ਇਹ ਕਿੱਥੇ ਰਹਿੰਦੇ ਹਨ ਸਰੀਰ ਦੇ ਵਿੱਚ। ਤੀਜਾ ਸਵਾਲ ਕੌਣ ਹੈ ਨਰੇਸ ਕਹਿੰਦੇ ਕੌਣ ਰਾਜਾ ਹੈ। ਤੇ ਚੌਥਾ ਸਵਾਲ ਕੌਣ ਸਚਿਵ ਕੌਣ ਮੰਤਰੀ ਹੈ, ਕੌਣ ਮਿਨਿਸਟਰ ਹੈ। ਫਿਰ ਅੱਗੇ ਬਤਾਏ ਮੋਹੇ ਕਹਿੰਦੇ ਮੈਨੂੰ ਇਹ ਦੱਸੋ ਜੀ, ਇਹ 4 ਸਵਾਲਾਂ ਦੇ ਜਵਾਬ ਦਿਓ। ਪਰ ਅੱਗੇ ਹੋਰ ਸਵਾਲ ਕਰਦੇ ਹਨ। ਕੈਸੇ ਪਰੈ ਬੰਧ ਕਹਿਣਗੇ ਮਹਾਰਾਜ ਇਹ ਜੀਵ ਬੰਧਨਾਂ ਵਿੱਚ ਕਿਵੇਂ ਫਸਦਾ? ਇਹ 5ਵਾਂ ਸਵਾਲ ਹੈ। ਕੈਸੇ ਕੰਧ ਨਹਿ ਹਾਨ ਕੋ ਮਹਾਰਾਜ ਇਹ ਸਰੀਰ ਕਿਵੇਂ ਨਾ ਨਾਸ਼ ਹੋਏ, ਕਿਵੇਂ ਆਪਾਂ ਇਸ ਸਰੀਰ ਨੂੰ ਹਮੇਸ਼ਾ ਹੀ ਰੱਖੀਏ, ਨਾ ਇਹ ਖਤਮ ਨਾ ਹੋਵੇ, ਇਹਨੂੰ ਦੁੱਖ ਨਾ ਹੋਵੇ। ਕੋ ਹੈ ਗੁਰੂ ਚੇਲੋ ਕੌਣ ਦੇਖੋ 7ਵਾਂ ਸਵਾਲ ਹੈ ਗੁਰੂ ਕੌਣ ਹੈ, ਚੇਲਾ ਕੌਣ ਹੈ। ਦ 7th ਕੁਐਸਚਨ। ਹੁਣ ਇਹ 8ਵਾਂ ਕੁਐਸਚਨ ਕੀ ਹੈ? ਸੁਖਦਾਈ ਭੌਣ ਕੌਣ ਸੁਖ ਦੇਣ ਵਾਲੀ ਭੌਣ ਹਵਾ ਕਿਹੜੀ ਹੈ ਜਿਹੜੀ ਸੁਖ ਦੇਣ ਵਾਲੀ ਹੈ? ਇਹ 8ਵਾਂ ਸਵਾਲ ਹੈ। ਮਾਇਆ ਮੋਹ ਟੁੱਟੈ ਕੈਸੇ ਫਿਰ 9ਵਾਂ ਸਵਾਲ ਹੈ ਦ 9th ਕੁਐਸਚਨ, ਮਾਇਆ ਦਾ ਮੋਹ ਕਿਵੇਂ ਟੁੱਟੇ? ਹਾਊ ਕੈਨ ਵਨ ਜਿਹੜਾ ਹੈ ਅਬੈਂਡਨ ਦ ਅਟੈਚਮੈਂਟਸ ਆਫ ਮਾਇਆ, ਇਹ ਕਿਵੇਂ ਹੋ ਸਕਦਾ ਹੈ? ਇਹ ਬਖਾਨ ਕੋ ਮਹਾਰਾਜ ਇਹ ਸਾਨੂੰ ਸਮਝਾ ਕੇ ਦੱਸੋ, ਇਹ 9 ਸਵਾਲਾਂ ਦੇ ਜਵਾਬ ਦਿਓ। ਦੇਹੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ ਕਹਿਣ ਲੱਗੇ ਲੇਹੋ ਸਿੱਖ ਗੋਰਖ ਕੀ, ਕਹਿਣ ਲੱਗੇ ਇਹ ਸਿੱਖਿਆ ਜਿਹੜੀ ਹੈ ਲੈ ਕਰਕੇ। ਇਹ ਕਹਿੰਦੇ ਹਨ ਮਹਾਰਾਜ ਜੇ ਤੁਹਾਡੇ ਕੋਲ ਆਨਸਰ ਨਹੀਂ ਹੈ ਨਾ ਹੈਗੇ ਇਹ 9 ਸਵਾਲਾਂ ਦੇ, ਤੁਸੀਂ ਐਂ ਕਰੋ ਗੋਰਖ ਨੂੰ ਆਪਣਾ ਗੁਰੂ ਬਣਾ ਲਓ, ਗੁਰੂ ਤੋਂ ਸਿੱਖਿਆ, ਜਿਹੜਾ ਗੋਰਖਨਾਥ ਤੋਂ ਸਿੱਖਿਆ ਲੈ ਲਓ, ਇਹਨਾਂ ਦੇ ਬਚਨ ਮੰਨ ਲਓ, ਸਾਡੇ ਬਚਨ ਮੰਨ ਲਓ। ਪਾਇਆ ਪਰਮ ਪਦ ਜਾ ਕੇ ਨਾ ਸਮਾਨ ਕੋ ਤੁਸੀਂ ਪਰਮ ਪਦ ਨੂੰ ਪਾਓਗੇ, ਉਹਦੇ ਵਰਗੀ ਉੱਚੀ ਅਵਸਥਾ ਕਿਤੇ ਨਹੀਂ ਮਿਲੇਗੀ। ਕਬਿਤ ਹਿਰਦੈ ਮਨ ਬਾਸ ਜਾਣ ਕਹਿਣ ਲੱਗੇ ਹੁਣ ਮਹਾਰਾਜ ਨੇ ਸਵਾਲ ਦਾ ਜਵਾਬ ਦਿੱਤਾ। ਪਹਿਲਾ ਸਵਾਲ ਸੀ ਮਨ ਕਿੱਥੇ ਵਸਦਾ ਹੈ, ਮਨ ਇਹ ਸਰੀਰ ਵਿੱਚ ਕਿੱਥੇ ਹੈ? ਕਹਿੰਦੇ ਹਿਰਦੇ ਮਨ ਬਾਸ, ਹਾਰਟ ਦੇ ਵਿੱਚ ਮਨ ਵਸਦਾ ਹੈ। ਇਟ ਸਟੇਸ ਵਿਦ ਇਨ ਦ ਹਾਰਟ, ਹਾਰਟ ਦੇ ਵਿੱਚ ਇਹਦਾ ਵਾਸਾ ਹੈ। ਦੂਸਰਾ ਸਵਾਲ ਸੀਗਾ ਵੀ ਪ੍ਰਾਣ ਕਿੱਥੇ ਹਨ? ਨਾਭ ਵਿਖੇ ਪੌਣ ਥਾਨ ਦੇਖੋ ਨਾਭ ਵਿਖੇ, ਨਾਭ ਦੇ ਵਿੱਚ ਇਹ ਜਿਹੜਾ ਹਨ ਪ੍ਰਾਣਾਂ ਦਾ ਵਾਸਾ ਹੁੰਦਾ। ਸਾਰੇ ਪ੍ਰਾਣ ਇੱਥੇ ਇਕੱਠੇ ਹੁੰਦੇ ਹਨ ਬੈਲੀ ਬਟਨ ਦੇ ਕੋਲ, ਇਹ ਜਿਹੜਾ ਇਹ ਸੈਕਸ਼ਨ ਦੇ ਕੋਲ। ਮਨ ਹੈ ਨਰੇਸ ਕਹਿਣਗੇ ਹੁਣ ਕਹਿੰਦਾ ਸੀ ਰਾਜਾ ਕੌਣ ਹੈ? ਮਹਾਰਾਜ ਕਹਿੰਦੇ ਰਾਜਾ ਹੈ ਕੌਣ? ਮਨ ਰਾਜਾ ਹੈ, ਜੋ ਸਾਰੇ ਇੰਦਰੀਆਂ ਨੂੰ, ਸਾਰੇ ਆਪਣੇ ਸੈਂਸਸ ਨੂੰ, ਗਿਆਨ ਸੈਂਸਸ ਪਿੱਛੇ ਲਾ ਕੇ ਸਾਰਿਆਂ ਨੂੰ ਆਪਣਾ ਰਾਜ ਕਰਦਾ ਹੈ ਉਹਨਾਂ ਉੱਤੇ। ਪ੍ਰਾਨ ਸਚਿਵ ਬਖਾਨੀਏ ਕਹਿਣਗੇ ਪ੍ਰਾਣ ਜਿਹੜੇ 10 ਜਿਹੜੇ ਪ੍ਰਾਣ ਨੇ, ਜਿਹੜੇ ਲਾਈਫ ਫੋਰਸਸ ਨੇ, ਇਹ ਸਾਰੇ ਮੰਤਰੀ ਹਨ। ਵਿਖੇ ਕੇ ਵਿਕਾਰ ਰਚ ਬੰਧਨ ਪਰਤ ਜਿਓ ਹੁਣ ਬੰਧਨਾਂ ਵਿੱਚ ਕਿਵੇਂ ਫਸੀਦਾ ਹੁੰਦਾ ਹੈ, ਕਿਵੇਂ ਜੀਵ ਫਸਦਾ ਹੈ? ਕਹਿੰਦੇ ਵਿਖੇ ਪਹਿਲਾਂ ਤਾਂ ਵਾਸ਼ਨਾਵਾਂ ਉੱਠਦੀਆਂ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹ ਜਿਹੜੀਆਂ ਆਪਣੀਆਂ ਸੈਂਸਸ ਦੇ ਵਿੱਚੋਂ ਇਹ ਵਾਸ਼ਨਾਵਾਂ ਉੱਠਦੀਆਂ ਨੇ, ਡਿਜ਼ਾਇਰਸ ਉੱਠਦੇ ਨੇ। ਕਹਿੰਦੇ ਇਹਦੇ ਇਹ ਵਿਖੇ ਨੇ, ਇਹਨਾਂ ਦੇ ਵਿਸ਼ੇ ਅੱਡ-ਅੱਡ ਵਿਸ਼ੇ ਨੇ। ਸੋ ਕਹਿੰਦੇ ਇਹਨਾਂ ਤੋਂ ਵਿਕਾਰ ਪੈਦਾ ਹੁੰਦੇ ਨੇ, ਜਿਹਦੇ ਕਰਕੇ ਬੰਦਾ ਪਾਪ ਕਰਦਾ ਹੈ, ਫਿਰ ਬੰਧਨਾਂ ਵਿੱਚ ਫਸ ਜਾਂਦਾ ਹੈ। ਦਸਵੇਂ ਦਰ ਪੌਣ ਰਹਿ ਕੰਧ ਨਹਿ ਹਾਨੀਏ ਦੇਖੋ ਫਿਰ ਜੇ ਕਹਿੰਦੇ ਕਿਵੇਂ ਸਰੀਰ ਜਿਹੜਾ ਹਮੇਸ਼ਾ ਰਵੇ। ਮਹਾਰਾਜ ਕਹਿੰਦੇ ਜੋ 10ਵੇਂ ਦੁਆਰ ਵਿੱਚ ਇਹ 10 ਪ੍ਰਾਣ ਚੜਾਏ ਜਾਣ ਤਾਂ ਉੱਥੇ ਜਾ ਕੇ ਇਹ ਸਰੀਰ ਫਿਰ ਬਚਿਆ ਰਹਿੰਦਾ ਹੈ, ਫਿਰ ਇਹ ਸਰੀਰ ਨਾਸ ਨਹੀਂ ਹੁੰਦਾ। ਜੇ 10ਮ ਦੁਆਰ ਵਿੱਚ ਇਹ ਸਾਰੇ ਪ੍ਰਾਣ ਵਸ ਜਾਣ ਜਾ ਕੇ। ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੇ ਦੇਖੋ ਉਹਨਾਂ ਨੇ ਪੁੱਛਿਆ ਗੁਰੂ ਕੌਣ ਹੈ ਤੇ ਚੇਲਾ ਕੌਣ ਹੈ? ਮਹਾਰਾਜ ਨੇ ਆਨਸਰ ਦਿੱਤਾ ਗੁਰੂ ਹੈ ਸ਼ਬਦ, ਸ਼ਬਦ ਹੀ ਗੁਰੂ ਹੈ, ਜਿਹੜਾ ਚੇਲਾ ਉਹ ਸੁਰਤ ਕਨਸੈਂਟਰੇਸ਼ਨ ਹੈ। ਕਨਸੈਂਟਰੇਸ਼ਨ ਇਜ਼ ਅ ਡਿਸਾਈਪਲ, ਦ ਸ਼ਬਦ ਇਜ਼ ਦ ਗੁਰੂ। ਜਿਵੇਂ ਗੁਰਬਾਣੀ ਵਿੱਚ ਮਹਾਰਾਜ ਨੇ ਸਿੱਧ ਗੋਸ਼ਟ ਵਿੱਚ ਦੱਸਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ।
ਸੋ ਇਹ ਜਿਹੜਾ ਹੈ ਮਹਾਰਾਜ ਨੇ ਇਹ ਇੱਥੇ ਗੱਲ ਸਮਝਾਈ ਉਹਨਾਂ ਨੂੰ। ਧਾਮ ਸੁਖਦਾਈ ਤੁਰੀ ਪਦ ਵੀ ਪਰਮਾਨੀਐ। ਕਹਿੰਦੇ ਧਾਮ ਕਿਹੜਾ ਧਾਮ ਜਿਹੜਾ ਸੁੱਖਾਂ ਨੂੰ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਧਾਮ ਸੁਖਦਾਈ, ਉਹ ਜਗ੍ਹਾ ਸੁਖਦਾਈ ਹੈ ਤੁਰਿਆ ਅਵਸਥਾ ਵਿੱਚ ਵਰਤਣਾ, ਜੋ ਸਮਾਧੀ ਅਵਸਥਾ ਵਿੱਚ ਰਹਿਣਾ। ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਹਾਂ, ਮਾਇਆ ਦਾ ਮੋਹ ਕਿਵੇਂ ਟੁੱਟੇ, ਮਾਇਆ ਤੋਂ ਕਿਵੇਂ ਛੁਟਕਾਰਾ ਪਾਈਏ। ਕਹਿੰਦੇ ਗਿਆਨ ਹੋਏ, ਜਦੋਂ ਨੌਲੇਜ ਹੋ ਜਾਂਦਾ ਹੈ ਨਾ, when you know the God is the truth, ਮਾਇਆ is false, ਮਾਇਆ is tricky, ਮਾਇਆ ਜਿਹੜੀ ਹੈ ਇਲੂਸ਼ਨਾਈਜ਼ ਕਰਦੀ ਹੈ ਬੰਦੇ ਨੂੰ। ਸੋ ਜਦੋਂ ਇਹ ਗੱਲ ਦਾ ਪਤਾ ਲੱਗ ਜਾਏ, ਗਿਆਨ ਹੋ ਜਾਏ ਕਿ ਪਰਮਾਤਮਾ ਹੀ ਸੱਤ ਹੈ, ਤਾਂ ਫਿਰ ਇਹ ਮਾਇਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦੇਵੋ ਸਿੱਖ ਸਿੱਧਨ ਸਭੇ ਨ ਪਹਿਚਾਨੀਐ। ਸੋ ਇਹ ਜਿਹੜਾ ਊਰਮ ਤੇ ਧੂਰਮ ਜਿਹੜੇ ਸਨ, ਦੋਵੇਂ ਸਿੱਧ ਜਿਹੜੇ ਸਨ, ਇਹ ਮਹਾਰਾਜ ਦੀ ਜਿਹੜੀ ਹਨ ਇਹ ਸਿੱਖਿਆ ਨੂੰ ਕਹਿੰਦੇ ਤੁਸੀਂ ਇਹ ਸੁਣਨਾ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਨੂੰ ਇਹ ਅਨਸਰ ਦਿੱਤੇ ਹਨ। ਸਵਈਆ ਧੰਗਰ ਪੁੱਛਤ ਸ੍ਰੀ ਗੁਰਸੋਂ। ਉਸ ਵੇਲੇ ਜਿਹੜਾ ਹੈ ਧੰਗਰ ਇੱਕ ਹੋਰ ਜੋਗੀ ਦਾ ਨਾਂ ਹੈ, ਜੋ ਗੁਰੂ ਨੂੰ ਆ ਕੇ ਪੁੱਛਣ ਲੱਗਿਆ ਗੁਰੂ ਨਾਨਕ ਨੂੰ, ਤੁਝ ਕੌਣ ਪਿਤਾ ਕਹੋ ਕੋ ਮਹਤਾਰੀ। ਕਹਿਣ ਲੱਗੇ ਮਹਾਰਾਜ ਕੌਣ ਪਿਤਾ ਤੇ ਕੌਣ ਮਾਤਾ ਹੈ, ਕੌਣ ਪਿਤਾ ਹੁੰਦਾ ਹੈ ਤੇ ਕੌਣ ਜਿਹੜਾ ਫਾਦਰ ਕੌਣ ਹੈ ਤੇ ਮਾਦਰ ਕੌਣ ਹੈ। ਜੋਗੀ ਕੇ ਭੋਗੀ ਕੇ ਸੋਗੀ ਕਿਦੋਂ। ਮਹਾਰਾਜ ਇੱਕ ਬੰਦਾ ਜੋਗੀ ਕਿਦੋਂ ਬਣਦਾ ਹੈ, ਉਹ ਜੋਗੀ ਹੁੰਦਾ ਜਿਹੜਾ ਸਾਰਾ ਛੱਡ ਕੇ ਚਲਿਆ ਜਾਂਦਾ ਹੈ। ਭੋਗੀ ਕੌਣ ਹੁੰਦਾ ਹੈ, ਗ੍ਰਸਤੀ ਜੋ ਸਭ ਕੁਝ ਖਾਂਦਾ ਪੀਂਦਾ ਹੈ ਰਹਿੰਦਾ ਹੈ। ਕਹਿੰਦੇ ਫਿਰ ਸੋਗੀ ਸੋਗ ਦੇ ਵਿੱਚ ਵਿਰਾਗ ਦੇ ਵਿੱਚ ਕੌਣ ਰਹਿੰਦਾ ਹੈ ਮਹਾਰਾਜ। ਤੇ ਹਰਖੀ ਰਹੇ ਹੋ ਕਹੋ ਸਾਚ ਉਚਾਰੀ। ਕਹਿ ਲਗੇ ਹਰਖੀ ਕੌਣ ਖੁਸ਼ ਰਹਿੰਦਾ ਹੈ, ਕੌਣ ਖੁਸ਼ ਰਹਿੰਦਾ ਇਹ ਵੀ ਦੱਸੋ, ਕੋ ਸੱਚ ਉਚਾਰੀ। ਮਹਾਰਾਜ ਸੱਚ ਸਾਨੂੰ ਦੱਸਣਾ ਕਰੋ। ਉਹ ਪ੍ਰਕਾਸ਼ ਜੰਜਾਰ ਮਿਟਾ। ਕਹਿੰਦਾ ਕਿਹੜਾ ਪ੍ਰਕਾਸ਼ ਹੋਣ ਕਰਕੇ ਸਾਰੇ ਜੰਜਾਲ ਬੰਦੇ ਦੇ ਬੌਂਡੇਜ ਟੁੱਟ ਜਾਂਦੇ ਹਨ ਸੰਸਾਰ ਤੋਂ। ਪੁੰਨ ਕਾਹੇ ਤੇ ਉਜਲ ਬੁੱਧ ਤੁਮਾਰੀ। ਕਹਿੰਦੇ ਪੁੰਨ ਕਹਿਣਗੇ ਪੁੰਨ ਫਿਰ ਇੱਕ ਦੱਸੋ, ਉਜਲ ਬੁੱਧ ਤੁਮਾਰੀ, ਤੁਹਾਡੀ ਬੁੱਧ ਉਜਲ ਕਿਵੇਂ ਰਹਿ ਸਕਦੀ ਹੈ। ਤੁਸੀਂ ਤਾਂ ਗ੍ਰਸਤੀ ਹੋ, ਤੁਸੀਂ ਤਾਂ ਜਿਹੜਾ ਹਨ ਤੁਸੀਂ ਵਿਆਹ ਵੀ ਕੀਤਾ ਹੋਇਆ, ਤੁਹਾਡੇ ਬੱਚੇ ਵੀ ਨੇ, ਤੁਹਾਡੀ ਘਰਵਾਲੀ ਹੈ, ਤੁਹਾਡੇ ਜਿਹੜੇ ਹਨ ਕਮਿਟਮੈਂਟਸ ਹਨ, ਤੁਸੀਂ ਕਿਵੇਂ ਉਜਲ ਰਹਿ ਦਿੰਦੇ ਹੋ, ਤੁਸੀਂ ਕਿਵੇਂ ਆਪਣੇ ਆਪ ਨੂੰ ਜੋਗੀ ਅਖਵਾ ਸਕਦੇ ਹੋ। ਗੋਰਖ ਕੇ ਉਪਦੇਸ਼ ਲਿਏ ਜਗ। ਕਹਿਣਗੇ ਇਸ ਕਰਕੇ ਗੋਰਖ ਤੋਂ ਉਪਦੇਸ਼ ਲੈ ਕੇ ਜਗਤ ਨੇ ਜੋਗਾ ਧਾਰਨ ਕੀਤਾ ਹੈ। ਦੇਹ ਅਜੀਤ ਰਹੇ ਨਹਿ ਹਾਰੀ। ਕਹਿਣਗੇ ਦੇਹ ਅਜਿੱਤ, ਫਿਰ ਸਿਰਫ ਜੋਗੀ ਆਪਣੀ ਦੇਹ ਆਪਣੇ ਸਰੀਰ ਨੂੰ ਜਿੱਤ ਸਕਦੇ, ਨਹੀਂ ਤਾਂ ਇਹਨੂੰ ਕੋਈ ਨਹੀਂ ਜਿੱਤਿਆ। ਪੰਕਜ ਲੋਚਨ ਬੈ ਨ ਕਹੇ। ਪੰਕਜ ਲੋਚਨ ਜੋ ਗੁਰੂ ਨਾਨਕ ਸਾਹਿਬ ਦੇ ਜਿਹੜੀਆਂ ਹਨ ਅੱਖਾਂ ਜਿਹੜੀਆਂ ਹਨ, ਨੇਤਰ ਜਿਹੜੇ ਹਨ ਕਵਲ ਫੁੱਲ ਦੀਆਂ ਪੰਖੜੀਆਂ ਵਰਗੇ ਸੁੰਦਰ ਹਨ। ਉਹਨਾਂ ਨੇ ਫਿਰ ਸੁਣ ਕੇ ਕਿਹਾ ਪਿਤ ਮੋਹਿ ਸੰਤੋਖ ਖਿਮਾ ਸੁਭ ਮਾਈ। ਮਹਾਰਾਜ ਨੇ ਕਿਹਾ ਮੇਰਾ ਪਿਤਾ ਕੌਣ ਹੈ, ਮੇਰਾ ਪਿਤਾ ਸੰਤੋਖ ਹੈ। ਕੰਟੈਂਟਮੈਂਟ ਇਜ਼ ਮਾਈ ਫਾਦਰ, ਖਿਮਾ ਫॉरगिवनेस ਇਜ਼ ਮਾਈ ਮਦਰ। ਸੋ ਇਹ ਮਹਾਰਾਜ ਨੇ ਦੱਸਿਆ। ਭੋਗ ਮੈਂ ਜੋਗ ਨਾ ਸੋਗ ਕਰੋ। ਕਹਿਣ ਲਗੇ ਭੋਗ ਵਿੱਚ ਮੈਂ ਜੋਗ ਨਹੀਂ ਕਰਦਾ, ਜੋਗ ਵਿੱਚ ਮੈਂ ਸੋਗ ਨਹੀਂ ਕਰਦਾ। ਕੋਈ ਕਹਿੰਦੇ ਜਿੱਥੇ ਵੀ ਮੈਂ ਹੁੰਦਾ ਹੈ, ਜਿਹੜੀ ਪੋਜੀਸ਼ਨ ਵਿੱਚ ਮੇਰੀ ਰਿਸਪੌਂਸਿਬਿਲਿਟੀ ਮੈਂ ਉਹ ਪੂਰੀ ਕਰਦਾ ਹਾਂ। ਜਦੋਂ ਭੋਜਨਾ ਭੋਗੀ ਦੀ ਹੁੰਦੀ ਹੈ ਗ੍ਰਸਤੀ ਤੇ ਮੈਂ ਉਹ ਵੀ ਪੂਰੀ ਕਰਦਾ ਹੈ, ਜੇ ਜੋਗ ਦੀ ਹੋਵੇ ਤਾਂ ਜੋਗ ਦੀ ਵੀ ਪੂਰੀ ਕਰੀਦੀ ਹੈ, ਜੋ ਸੋਗ ਹੋਣ ਦੀ ਲੋੜ ਹੈ ਤਾਂ ਉਦੋਂ ਸੋਗੀ ਵੀ ਹੁੰਦਾ ਹਾਂ। ਹਰਖੋ ਨਹਿ ਨੀਰਜ ਕੰਜ ਰਹਾਈ। ਕਹਿਣ ਲੱਗੇ ਹਰਖੋ ਨਹੀਂ, ਝੂਠੀ ਖੁਸ਼ੀ ਨਹੀਂ ਮੈਂ ਲੰਦਾ, ਮੈਂ ਆਨੰਦ ਵਿੱਚ ਰਹਿਣਾ ਪਰਮਾਤਮਾ ਦੀ ਭਗਤੀ ਵਿੱਚ। ਨੀਰ ਜਿਉਂ ਕੰਜ ਰਹਾਈ, ਜਿਵੇਂ ਇੱਕ ਕਵਲ ਫੁੱਲ ਦੀਆਂ ਪੰਖੜੀਆਂ ਦੇ ਉੱਤੇ ਉਹਦੇ ਲੀਵਸ ਦੇ ਉੱਤੇ ਪਾਣੀ ਦਾ ਡ੍ਰੌਪ ਡਿੱਗਦਾ ਹੈ, ਉਹ ਉੱਥੇ ਰਹਿ ਨਹੀਂ ਸਕਦਾ, ਉਹ ਸਲਾਈਡ ਹੋ ਕੇ ਥੱਲੇ ਡਿੱਗ ਪੈਂਦਾ ਹੈ। ਕੋਈ ਵੀ ਚੀਜ਼ ਕਵਲ ਫੁੱਲ ਦੇ ਪੰਖੜੀਆਂ ਤੇ ਨਹੀਂ ਰਹਿ ਸਕਦੀ, ਪਾਣੀ ਦਾ ਤੁਪਕਾ ਵੀ ਅੰਦਰ ਡੁੱਲ ਕੇ ਡੁੱਲ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਜਿਵੇਂ ਕਵਲ ਫੁੱਲ ਪੌਣ ਦੇ ਉੱਤੇ ਰਹਿੰਦਾ ਹੈ, ਪਰ ਅਸੀਂ ਉੱਤੇ ਰਹਿੰਦੇ ਹਾਂ। ਧਿਆਨ ਸਾਡਾ ਸੂਰਜ ਵੱਲ, ਪਰਮਾਤਮਾ ਵੱਲ ਟਿਕਿਆ ਹੋਇਆ ਹੈ। ਜੰਜਾਰ ਉਕਾਰ ਪ੍ਰਕਾਸ਼ ਮਿਟੇ। ਕਹਿਣਗੇ ਜੰਜਾਰ ਉਕਾਰ ਪ੍ਰਕਾਸ਼ ਮਿਟੇ। ਕਹਿਣਗੇ ਉਕਾਰ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਹੈ, ਕਹਿਣਗੇ ਉਕਾਰ ਪ੍ਰਕਾਸ਼ ਮਿਟੇ, ਉਹਦੇ ਪ੍ਰਕਾਸ਼ ਕਰਕੇ ਸਾਰਾ ਅਗਿਆਨਤਾ ਇਗਨੋਰੈਂਸ ਮਿਟ ਜਾਂਦੀ ਹੈ। ਗੁਰ ਕੋ ਮਿਲ ਉਜਲ ਬੁੱਧ ਸਹਾਈ। ਕਹਿਣਗੇ ਗੁਰੂ ਨੂੰ ਮਿਲ ਕੇ ਬੁੱਧੀ ਉਜਲ ਹੁੰਦੀ ਹੈ। ਯੋਰ ਬੁੱਧੀ ਬਿਕਮਸ ਕਲੀਨ, your buddhi, your intellect becomes pure by meeting a guru। ਗੋਰਖ ਤੋਂ ਸੰਗ ਉਹ ਸਭ ਹੀ ਸਿੱਧ। ਕਹਿਣਗੇ ਗੋਰਖ ਤੇ ਤੇਰੇ ਸਾਰੇ ਜਿਨੇ ਇਹ ਯੋਗੀ ਹਨ, ਸਾਰੇ ਜਿਹੜੇ ਸਿੱਧ ਤੁਸੀਂ ਹੋ ਸਾਰੇ। ਦੇਵ ਹੋਂਗੇ ਉਪਦੇਸ਼ ਬਣਾਈ। ਕਹਿਣਗੇ ਤੁਹਾਨੂੰ ਮੈਂ ਉਪਦੇਸ਼ ਦੇਣ ਵਾਸਤੇ ਆਇਆ, ਮੈਂ ਤੁਹਾਡਾ ਉਪਦੇਸ਼ ਲੈਣ ਵਾਸਤੇ ਨਹੀਂ ਆਇਆ। ਗੁਰੂ ਨਾਨਕ ਦੀ ਮਹਾਰਾਜ ਕਹਿੰਦੇ ਤੁਹਾਨੂੰ ਮੈਂ ਉਪਦੇਸ਼ ਦੇ ਕੇ ਜਾਵਾਂਗਾ। ਦੋਹਰਾ ਪੁਨ ਗੋਰਖ ਸਮਝੀ ਹਿਰਦੈ ਅਧਿਕ ਵਿਭੂਤ ਦਿਖਾਏ। ਹੁਣ ਇਹ ਗੋਰਖ ਨੇ ਇੱਕ ਗੱਲ ਜਾਣ ਲਈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾ ਕਹਿੰਦੇ ਇਹ ਜਿਹੜਾ ਅਦਕ ਵਿਭੂਤ ਦਿਖਾਈ, ਹੁਣ ਇਹਨਾਂ ਨੂੰ ਲਾਲਚ ਦਈਏ। ਵੀ ਹੈਵ ਟੂ ਸ਼ੋ ਹਿਮ ਸਮਥਿੰਗ ਵੈਰੀ ਗ੍ਰੇਟ ਸੋ ਦੈਟ ਹੀ ਕਮਸ ਵਿਦ ਅਸ। ਵੀ ਹੈਵ ਟੂ ਜਿਹੜਾ ਹਨ ਵੀ ਹੈਵ ਟੂ ਐਨਲਾਈਟਨ ਹਿਸ ਗ੍ਰੀਡ। ਉਹ ਗ੍ਰੀਡ ਨੂੰ ਨਾ ਉਠਾਉਣਾ ਪੈਣਾ ਹੈ, ਇਹਨਾਂ ਨੂੰ ਕੋਈ ਚੀਜ਼ ਦਾ ਲਾਲਚ ਦੇਣਾ ਪੈਣਾ ਹੈ,
ਸੋ ਗੋਰਖ ਨੇ ਇਹ ਸੋਚਿਆ, ਆਨੋ ਨਿਜ ਮਾਰਗ ਵਿਖੈ ਮਨ ਹੈ ਲੁਭਾਏ। ਕਹਿਣ ਲੱਗੇ ਇਹ ਲਾਲਚ ਕਰਕੇ ਮੇਰੇ ਪੰਥ ਵਿੱਚ ਆ ਜਾਵੇ, ਯੋਗੀ ਬਣ ਜਾਵੇ ਗੁਰੂ ਨਾਨਕ ਸਾਹਿਬ ਜੀ। ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਿਲੋਕ। ਕੀ ਹੋਇਆ ਜੀ? ਗੋਰਖਨਾਥ ਨੇ ਨਾ ਇੱਕ ਖੱਪਰ ਦਿੱਤਾ। ਖੱਪਰ ਹੁੰਦਾ ਇੱਕ ਭਾਂਡਾ, ਇੱਕ ਕੌਲਾ ਵੱਡਾ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ 'ਚ ਫੜਾ ਕੇ ਕਹਿੰਦਾ, ਬਾਲੇ ਤਾਲ ਬਿਲੋਕ। ਕਹਿਣ ਲੱਗੇ ਬਾਲੇ, ਉੱਥੇ ਇੱਕ ਤਾਲ ਹੈ, ਇੱਕ ਲੇਖ ਹੈ, ਉਹ ਲੇਖ ਦੇ ਵਿੱਚੋਂ ਤੂੰ ਇੱਕ ਖੱਪਰ ਲੈ ਕੇ ਜਾ। ਪਾਣੀ ਅੰਨ ਹੋ ਤਹਾਂ ਤੇ ਹੂਜੇ ਸਦਾ ਅਸੋਕ। ਕਹਿਣ ਲੱਗੇ ਉਹ ਤਾਲ ਦੇ ਵਿੱਚੋਂ, ਪੌਣ ਦੇ ਵਿੱਚੋਂ ਪਾਣੀ ਕੱਢ ਕੇ ਲਿਆ। ਆਈ ਵਾਂਟ ਯੂ ਟੂ ਗੈਟ ਮੀ ਸਮ ਵਾਟਰ। ਹਾਂਜੀ, ਕਿ ਉਹ ਪਾਣੀ ਜਿਹੜਾ ਹੈ, ਕਿਉਂਕਿ ਉਹ ਪਾਣੀ ਜਿਹੜਾ ਏਵੀਅਨ ਵਾਟਰ ਵਰਗਾ ਸੀਗਾ, ਪਿਓ। ਹਾਂਜੀ, ਪਹਾੜਾਂ ਦਾ ਪਾਣੀ ਹੈ, ਐਨ ਪੂਰਾ ਸਾਫ਼। ਕਹਿੰਦਾ ਵੀ ਉਹ ਤਾਲ ਦੇ ਵਿੱਚੋਂ ਪਾਣੀ ਕੱਢ ਕੇ ਲਿਆ, ਇੱਕ ਖੱਪਰ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਫੜਾ ਦਿੱਤਾ। ਲੈ ਕਰ ਗਮਨੇ ਤਾਲ ਢਿੱਗ ਮਾਨਕ ਲਾਲ ਵਿਸਾਲ। ਕੀ ਕੀਤਾ ਨਾ, ਗੋਰਖਨਾਥ ਨੇ ਇੱਕ ਟ੍ਰਿਕ ਖੇਡੀ ਮਹਾਰਾਜ ਦੇ ਨਾਲ। ਕੀ ਕਿਹਾ? ਕਹਿੰਦਾ ਉਹਨੇ ਕੀ ਕੀਤਾ, ਮਹਾਰਾਜ ਉਹ ਜਿਹੜਾ ਹੈ ਖੱਪਰ ਲੈ ਕੇ ਉਹ ਤਾਲ ਕੋਲ ਜਾਂਦਾ ਹੈ। ਉਹ ਤਾਲ ਦੇ ਵਿੱਚ ਪਾਣੀ ਨਹੀਂ, ਉਹਦੇ ਵਿੱਚ ਡਾਇਮੰਡਸ ਹਨ, ਵੈਰੀ ਪ੍ਰੈਸ਼ੀਅਸ ਡਾਇਮੰਡਸ। ਕਈ ਰੰਗਾਂ ਦੇ ਡਾਇਮੰਡ, ਕੋਈ ਲਾਲ ਹੈ, ਕੋਈ ਹਰਾ ਹੈ। ਉਹ ਜਿਹੜੇ ਹਨ ਐਮਰਸ ਕਹਿ ਲਿਓ, ਡਾਇਮੰਡਸ ਕਹਿ ਲਿਓ, ਨੇਮ ਇਟ, ਸਾਰਾ ਉਹ ਤਾਲ ਭਰਿਆ ਪਿਆ ਡਾਇਮੰਡਸ ਦੇ ਨਾਲ। ਉਹ ਗੁਰੂ ਨਾਨਕ ਨੂੰ ਲਾਲਚ ਦਿੰਦਾ ਸੀ ਵੀ ਮੇਰੇ ਕੋਲ ਇੰਨੀ ਸ਼ਕਤੀ, ਆਈ ਕੈਨ ਗਿਵ ਯੂ ਆਲ ਦਿਸ, ਰੂਬੀ, ਸਭ ਕੁਝ ਮੈਂ ਤੁਹਾਨੂੰ ਦੇ ਦਾਂਗਾ, ਤੂੰ ਮੇਰਾ ਚੇਲਾ ਬਣ ਜਾ, ਯੂ ਕੈਨ ਬੀ ਅ ਰਿਚ ਮੈਨ। ਆਪਣੇ ਵਰਗਾ ਹੁੰਦਾ ਤਾਂ ਉੱਥੇ ਡੁੱਲ ਜਾਣਾ ਸੀ। ਵੀ ਵਿਲ ਨੈਵਰ ਕਮ ਬੈਕ ਟੂ ਗੋਰਖ ਖਰੜੀ, ਵੀ ਵਿਲ ਪੁੱਟ ਇਨ ਅ ਗੁਣੀ ਸੈਕ ਐਂਡ ਰਨ ਅਵੇ। ਆਪਾਂ ਤਾਂ ਇਉਂ ਕਰਨਾ ਸੀ ਨਾ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਲਾਲਚ ਦਿਖਾਇਆ, ਪਰ ਦੇਖੋ ਗੁਰੂ ਨਾਨਕ ਨੇ ਕੀ ਕੀਤਾ। ਪੂਰਨ ਸਰ ਅਵਲੋਕ ਕੈ ਠਾਡੇ ਰਹੇ ਕਿਰਪਾਲ। ਮਹਾਰਾਜ ਉੱਥੇ ਪੂਰਨ ਸਰ, ਮਹਾਰਾਜ ਨੇ ਸਾਰਾ ਤਾਲ ਜਿਹੜਾ ਚੰਗੀ ਤਰ੍ਹਾਂ ਦੇਖਿਆ ਵੀ ਕਿਤੇ ਪਾਣੀ ਹੈ ਇੱਥੇ, ਸਾਰਾ ਫੜ ਕੇ ਦੇਖਿਆ, ਪਰ ਡਾਇਮੰਡਸ ਨਾਲ ਭਰਿਆ ਪਿਆ ਸੀਗਾ। ਸੋ ਇਹ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਐਂਜੋਇਡ ਦੈਟ ਵਿਊ। ਮਹਾਰਾਜ ਤੇ ਖੜ ਕੇ ਥੋੜਾ ਜਿਹਾ ਦੇਖਦੇ ਰਹੇ। ਗੁੱਡ ਜੌਬ। ਫਿਰ ਜਗਮਗ ਕਰਤ ਹੈ ਤਹਾਂ ਜਵਾਹਰ ਭੂਰ। ਉਹ ਜਗਮਗ ਕਰ ਰਹੇ ਨੇ, ਚਾਨਣ ਦੇ ਰਹੇ ਨੇ, ਉਹ ਡਾਇਮੰਡ ਦੇ ਵਿੱਚੋਂ ਪ੍ਰਕਾਸ਼ ਆ ਰਿਹਾ ਹੈ, ਜਿਹੜਾ ਹੈ ਇਲੂਮੀਨੇਟ ਹੋ ਰਹੇ ਨੇ ਸਾਰੇ ਡਾਇਮੰਡਸ, ਤੇ ਤਰ੍ਹਾਂ ਤਰ੍ਹਾਂ ਦੇ ਰੰਗ ਕੱਢ ਕੇ ਦਿਖਾ ਰਹੇ ਨੇ ਆਪਣਾ। ਸੋ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਐਂਜੋਏ ਕੀਤੀ ਉਹ ਵਿਊ। ਵਾਹ, ਵੈਰੀ ਨਾਈਸ, ਗੁੱਡ, ਕੀਪ ਇਟ ਅਪ। ਹਾਂਜੀ, ਫਿਰ ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ। ਇਹ ਗੁਰੂ ਨਾਨਕ ਨੇ ਜਾਣ ਲਿਆ, ਇਹ ਗੋਰਖ ਨੇ ਟ੍ਰਿਕ ਖੇਡੀ ਹੈ। ਜਿਹੜਾ ਗੋਰਖ ਨੇ ਗੁਰੂ ਨਾਨਕ ਸਾਹਿਬ ਨੂੰ ਲਾਲਚ ਦੇਣ ਵਾਸਤੇ ਕੀਤਾ, ਤੇ ਗੁਰੂ ਨਾਨਕ ਨਿਊ ਅਬਾਊਟ ਇਟ, ਤੇ ਮਹਾਰਾਜ ਨੇ ਜਾਣ ਲਿਆ ਜੀ। ਕਹਿਓ ਆਨ ਤਹ ਨੀਰ ਨਹਿ ਖੱਪਰ ਲੇਹੋ ਸੰਭਾਲ। ਗੁਰੂ ਨਾਨਕ ਨੇ ਪਤਾ ਕੀ ਕੀਤਾ, ਆ ਕੇ ਉਹ ਖੱਪਰ ਲੈ ਕੇ ਗੋਰਖ ਨੂੰ ਵਾਪਸ ਦੇਤਾ। ਕਹਿੰਦਾ ਗੋਰਖ ਉੱਥੇ ਪਾਣੀ ਹੈ ਨਹੀਂਗਾ, ਤੂੰ ਕੈਸੇ ਪਾਣੀ ਲੈ ਕੇ ਆ? ਦੈਟਸ ਨੋ ਵਾਟਰ ਦੇ, ਸੌਰੀ। ਹਾਂਜੀ, ਉੱਥੇ ਕੋਈ ਪਾਣੀ ਪੂਣੀ ਨਹੀਂ ਹੈਗਾ, ਸੋ ਆਈ ਕੈਨ ਨਾਟ ਬ੍ਰਿੰਗ ਯੂ ਵਾਟਰ। ਫਿਰ ਜਿਹੜਾ ਨਾ ਇਹ ਸਾਰੀ ਜਿਹੜੀ ਵਾਰਤਾ ਹੈ, ਭਾਈ ਗੁਰਦਾਸ ਨੇ ਆਪਣੇ 31ਵੀਂ ਵਾਰ ਦੇ ਵਿੱਚ, 31ਵੀਂ ਪੌੜੀ ਦੇ ਵਿੱਚ ਪਹਿਲੀ ਵਾਰ ਵਿੱਚ ਲਿਖੀ ਹੈ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੈ ਬਾਲਾ, ਵੀ ਗੁਰੂ ਨਾਨਕ ਇਹ ਬਾਲਾ ਜਿਹੜਾ ਹੈ ਕਿਸ ਤਰ੍ਹਾਂ ਆਪਣੇ ਪੰਥ ਵਿੱਚ ਆਵੇ। ਐਸੇ ਯੋਗੀ ਕਲੀਮ ਹੈ, ਕਹਿੰਦਾ ਜੀ ਗੁਰੂ ਨਾਨਕ ਵਰਗਾ ਜੋਗੀ ਇਹ ਕਲਯੁਗ ਵਿੱਚ ਬਣ ਗਿਆ, ਹਮਰੇ ਪੰਥ ਕਰੇ ਉਜਿਆਲਾ, ਇਹ ਆਪਣਾ ਪੰਥ ਬਹੁਤ ਵਧਾਵੇਗਾ। ਤੇ ਖੱਪਰ ਦਿੱਤਾ ਨਾਥ ਜੀ, ਤੇ ਕਹਿੰਦੇ ਇੱਕ ਖੱਪਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ। ਗੋਰਖਨਾਥ ਨੇ ਪਾਣੀ ਭਰ ਲੈਵਨ ਉੱਠ ਚਾਲਾ। ਗੁਰੂ ਨਾਨਕ ਸਾਹਿਬ ਜੀ ਪਾਣੀ ਲੈਣ ਵਾਸਤੇ ਉੱਠ ਕੇ ਚਲੇ ਗਏ, ਤੇ ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਮਹਾਰਾਜ ਪਾਣੀ ਲੈਣ ਵਾਸਤੇ ਆਏ, ਦੇਖੇ ਡਾਇਮੰਡਸ, ਐਮਰੇਜ ਜਿਹੜੇ ਹਨ, ਬਹੁਤ ਕੀਮਤੀ ਪੱਥਰ ਉੱਥੇ ਪਏ ਸਨ, ਭਰਿਆ ਪਿਆ ਉਹ ਤਾਲ ਸਾਰਾ। ਸਤਿਗੁਰੂ ਅਗਮ ਅਗਾਧ ਪੁਰਖ, ਕਹਿਣ ਲੱਗੇ ਸਤਿਗੁਰੂ ਜਿਹੜੇ ਹਨ ਮਨ ਦੀ ਗਮਤਾ ਤੋਂ ਪਰੇ ਨੇ, ਅਗਾਧ ਬੜੇ ਡੂੰਘੇ ਨੇ ਸਤਿਗੁਰੂ ਜੀ। ਕਹਿੰਦੇ ਉਹ ਪੁਰਖ ਪੁਰੀਆਂ ਨੂੰ ਰੱਖਣ ਵਾਲੇ ਨੇ। ਤੇ ਮਹਾਰਾਜ ਕਿਹੜਾ ਝੱਲੇ ਗੁਰ ਕੀ ਝਾਲਾ, ਕਹਿਣ ਲੱਗੇ ਗੁਰੂ ਨੂੰ ਕੌਣ ਠੱਗ ਸਕਦਾ ਹੈ, ਕੌਣ ਝੱਲੇਗਾ? ਜਦੋਂ ਗੁਰੂ ਆਪਣਾ ਜਿਹੜਾ ਹੈ ਵਰਤਾਓ ਕਰਦਾ ਹੈ ਨਾ, ਕੋਈ ਨਹੀਂ ਚੱਲ ਸਕਦਾ। ਤਾਂ ਮਹਾਰਾਜ ਕਹਿੰਦੇ ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ। ਕਹਿੰਦੇ ਆ ਕੇ ਗੁਰੂ ਨਾਨਕ ਨੇ ਉਹ ਖੱਪਰ ਫੜਾਤਾ ਗੋਰਖਨਾਥ ਨੂੰ, ਕਹਿੰਦੇ ਕੋਈ ਪਾਣੀ ਨਹੀਂ ਹੈਗਾ ਉੱਥੇ, ਤੂੰ ਐਂ ਕਰ ਮਿਨਰਲ ਵਾਟਰ ਲੈ ਕੇ ਬੋਤਲ ਦੇ ਵਿੱਚ ਪੀ ਲਾ ਮਾੜਾ ਜਾ। ਹਾਂਜੀ, ਸ਼ਬਦ ਜਿੱਤੀ ਸਿੱਧ ਮੰਡਲੀ, ਕਹਿਣਗੇ ਇਉਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦੇ ਨਾਲ ਉਹ ਸਿੱਧ ਮੰਡਲੀ ਨੂੰ ਜਿੱਤ ਲਿਆ ਕਿ ਤੁਸ ਆਪਣਾ ਪੰਥ ਨਿਰਾਲਾ। ਸਤਿਗੁਰੂ ਨੇ ਆਪਣਾ ਪੰਥ ਨਿਰਾਲਾ ਕਰਕੇ ਦਿਖਾ ਦਿੱਤਾ ਵੀ ਸਭ ਤੋਂ ਨਿਰਾਲਾ, ਸਭ ਤੋਂ ਵੱਖਰਾ ਗੁਰੂ ਨਾਨਕ ਦਾ ਮਤ ਹੈ, ਜੋ ਕਿ ਬਿਲਕੁਲ ਪ੍ਰੈਕਟੀਕਲ ਹੈ। ਇਫ ਯੂ ਲੁੱਕ ਐਟ ਇਟ ਨਾ, ਨਿਰਾਲਾ ਸ਼ਬਦ ਜਿਹੜਾ ਹੈ ਨਾ, ਗੁਰਸਿੱਖੀ ਇਜ਼ ਦ ਓਨਲੀ ਜਿਹੜੀ ਹੈ ਪ੍ਰੈਕਟੀਕਲ ਧਰਮ ਦੁਨੀਆ ਦਾ ਹੈ। ਦ ਓਨਲੀ ਪ੍ਰੈਕਟੀਕਲ ਫੇਥ ਫॉर ਕਲਯੁਗ ਇਜ਼ ਗੁਰਸਿੱਖੀ, ਵੈਦਰ ਸਮਵਨ ਬਿਲੀਵ ਇਟ ਔਰ ਨਾਟ। ਇਹੀ ਇੱਕ ਰਸਤਾ ਹੈ ਜੋ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ। ਕਲਯੁਗ ਨਾਨਕ ਨਾਮ ਸੁਖਾਲਾ,
ਗੁਰੂ ਨਾਨਕ ਨੇ ਨਾਮ ਦੇ ਕੇ ਇਹ ਕਲਯੁਗ ਨੂੰ ਤਾਰਿਆ ਹੈ। ਬੈਠੇ ਬਹੁਰ ਸਮੀਪ ਹੋਏ ਸ੍ਰੀ ਗੁਰੂ ਦੀਨ ਦਇਆਲ। ਗੁਰੂ ਨਾਨਕ ਸਾਹਿਬ ਜੀ ਖੱਪਰ ਦੇ ਕੇ ਨਾ ਗੋਰਖਨਾਥ ਦੇ ਕੋਲ ਬਹਿ ਗਏ ਹੁਣ, ਤੇ ਫਿਰ ਇੱਥੇ ਸਮਾਪਤੀ ਹੈ ਅੱਜ ਆਪਣੇ ਜਿਹੜਾ ਅਧਿਆਇ ਦੀ। ਸੋ ਐਸੇ ਕੌਤਕ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅਗਮ ਅਗਾਧ ਹੈ, ਐਡਾ ਵੱਡਾ ਪੁਰਖ ਹੈ ਸਤਿਗੁਰੂ ਜੀ, ਆਪੇ ਸਾਥੀਆਂ ਸਾਰੀਆਂ ਰਹਿਮਤਾਂ ਕਰਨ ਵਾਲਾ ਹੈ। ਕਯੋ ਆਨ ਤਹਿ ਨੀਰ ਨਹਿ ਖੱਪਰ ਲੇਹੋ ਸੰਭਾਲ। ਬੈਠੇ ਬਹੁਰ ਸਮੀਪ ਹੋਵੇ ਸ੍ਰੀ ਗੁਰੂ ਦੀਨ ਦਇਆਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਿੱਧਣ ਚਰਚਾ ਪ੍ਰਸੰਗ ਵਰਣਨ ਨਾਮ 63ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।